ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸ਼ੁਰੂ ਕਰੋ ਜੀ ਵਿਚਾਰ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਇਹ ਅੱਜ ਆਪਾਂ ਜਿਹੜੇ ਹੈਗੇ ਕੱਲ ਜਿਹੜਾ ਸ਼ਬਦ ਲਿਆ ਸੀ ਬੇਣੀ ਜੀ ਦਾ ਰਾਮਕਲੀ ਰਾਗ ਦੇ ਵਿੱਚ 974 ਅੰਗ ਦੇ ਉੱਤੇ, ਉਹ ਸ਼ਬਦ ਆਪਾਂ ਦੁਬਾਰਾ ਲਵਾਂਗੇ ਜੀ, ਸ਼ੁਰੂ ਤੋਂ ਲਵਾਂਗੇ, ਕਿਉਂਕਿ ਉਹਦੇ ਵਿੱਚ ਜਿਹੜਾ ਹੈਗਾ ਭਗਤੀ ਕਿਵੇਂ ਕਰਨੀ ਆ ਉਹਦਾ ਪੂਰਾ ਦਾ ਪੂਰਾ ਆਪਾਂ ਨੂੰ ਜਿਹੜਾ ਹੈਗਾ ਆਪਣੇ ਅੰਦਰ ਕੀ ਕੀ ਚੇਂਜਸ ਆਉਣਗੇ, ਕਿਸ ਤਰ੍ਹਾਂ ਭਗਤੀ ਕਰਨੀ ਹੈ, ਉਹ ਸਾਰਾ ਦੀ ਸਾਰੀ ਜਾਣਕਾਰੀ ਹੈ। ਇਹ ਪਲੀਜ਼ ਮਾਈਕ ਬੰਦ ਕਰ ਦੇਣਾ ਆਪਣਾ ਜੀ। ਬਲਵਿੰਦਰ ਕੌਰ ਕੁਲਾਰ, ਉਹਨਾਂ ਦਾ ਮਾਈਕ ਖੁੱਲ੍ਹਾ ਹੈ, ਹੋਰ ਦੇਖ ਲੈਣਾ ਜਿਹੜਾ ਕਿਸੇ ਦਾ ਖੁੱਲ੍ਹਾ ਹੈ। 1 ਸੈਕਿੰਡ ਮੈਂ ਦੱਸਦਾ ਜੀ, ਕਿਉਂਕਿ ਮੈਨੂੰ ਨਾ ਫਿਰ ਕੰਸਨਟ੍ਰੇਸ਼ਨ ਨਹੀਂ ਹੁੰਦੀ ਜਦ ਸ਼ੋਰ ਆ ਜਾਂਦਾ ਤੇ। ਹਾਂਜੀ, ਬੰਦ ਹੋ ਗਿਆ। ਰਾਮਕਲੀ ਬਾਣੀ ਬੇਣੀ ਜਿਉ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈਗਾ ਔਰ ਬਾਕੀ ਸਾਰਾ ਸੰਸਾਰ ਜਿਹੜਾ ਹੈਗਾ ਉਹਦੀ ਕਿਰਤ ਹੈਗੀ, ਉਹਦੀ ਕਾਰ ਹੈਗੀ ਆ। ਇੱਕ ਓਂਕਾਰ, ਉਹ ਮਾਲਕ ਪਰਮਾਤਮਾ ਆਪਣੇ ਵਿੱਚੋਂ ਹੀ ਉਹਦੀ ਉਹ ਪ੍ਰਗਟ ਹੋਇਆ ਹੈ। ਉਹਦੀ ਕਾਰ ਜਿਹੜੀ ਹੈ ਉਹਦੇ ਵਿੱਚ ਹੀ ਹੈਗੀ, ਉਹਦੇ ਵਿੱਚੋਂ ਹੀ ਨਿਕਲੀ ਹੈ। ਇਹ ਸਾਰੀ ਸ੍ਰਿਸ਼ਟੀ ਜੋ ਮਾਲਕ ਨੇ ਬਣਾਈ ਹੋਈ ਹੈ, ਇਹ ਪ੍ਰਕਿਰਤੀ ਸ੍ਰਿਸ਼ਟੀ ਮਾਲਕ ਦੀ ਹੈ, ਉਹਦੇ ਵਿੱਚ ਹੀ ਹੈਗੀ ਆ। ਔਰ ਜੇ ਉਸ ਮਾਲਕ ਪਰਮਾਤਮਾ ਨੇ ਜਿਹੜਾ ਗੇਮ ਬਣਾਈ ਹੈ, ਆਪਾਂ ਨੂੰ ਭੁਆਂਟਣੀ ਦਿੱਤੀ ਹੈ, ਸੰਸਾਰ ਦੇ ਵਿੱਚ ਭੇਜਿਆ ਹੈ ਇਹ ਖੇਡ ਵਾਸਤੇ, ਇਹ ਗੇਮ ਦੇ ਵਾਚ ਰਿਹਾ ਹੈ ਔਰ ਚਾਹੁੰਦਾ ਹੈ ਕਿ ਬਈ ਜਿਹੜੀਆਂ ਮੈਂ ਇਹ ਜੀਵ ਪਾਏ ਆ, ਜਿਹੜੀਆਂ ਮੈਂ ਆਪਣੇ ਵਿੱਚੋਂ ਆਤਮਾਵਾਂ ਜਿਹੜੀਆਂ ਭੇਜੀਆਂ ਆ, ਇਹ ਜਿਹੜੇ ਹੈਗੇ ਹੰਸ ਜਿਹੜੇ ਭੇਜੇ ਆ, ਇਹ ਜਿਹੜੇ ਹੈਗੇ ਇਸ ਗੇਮ ਨੂੰ ਜਿੱਤ ਕੇ ਦਿਖਾਉਣ। ਇਹ ਗੇਮ ਨੂੰ ਜਿਹੜਾ ਹੈਗਾ ਮੇਰੀ ਪਾਈ ਹੋਈ ਜਿਹੜੀ ਹੈਗੀ ਇਹ ਮਾਇਆ, ਇਹ ਧੋਖਾ, ਇਹ ਟਰੈਪ ਜਿਹੜਾ ਹੈਗਾ, ਇਸ ਨੂੰ ਛੱਡ ਕੇ ਮੇਰੇ ਵੱਲ ਨੂੰ ਆ ਜਾਣ। ਇਸ ਦੇ ਨਾਲ ਇਹਦੀ ਪ੍ਰੀਤ ਜਿਹੜੀ ਹੈ ਇਹ ਤਿਆਗ ਕੇ ਇਹਦੇ ਨਾਲ ਇਹਨੂੰ ਯੂਜ਼ ਕਰਨ। ਇਹ ਨਹੀਂ ਕਿ ਇਹਨੂੰ ਛੱਡਣਾ ਹੈ ਮਾਇਆ ਨੂੰ ਜਾਂ ਪਦਾਰਥਾਂ ਨੂੰ ਔਰ ਸੰਸਾਰ ਨੂੰ ਜਾਂ ਰਿਸ਼ਤੇਦਾਰੀਆਂ ਨੂੰ, ਨਹੀਂ, ਇਹਦੇ ਵਿੱਚੇ ਰਹਿੰਦੇ ਹੋਏ ਇਹਦੇ ਨਾਲ ਜਿਹੜਾ ਪਿਆਰ ਪਾਇਆ ਹੋਇਆ ਉਸੇ ਤਰੀਕੇ ਦੇ ਨਾਲ ਮੇਰੇ ਨਾਲ ਪਿਆਰ ਕਰਨ ਔਰ ਇਹਦੇ ਨਾਲ ਜਿਹੜਾ ਹੈਗਾ ਆਪਣਾ ਫਰਜ਼ ਨਿਭਾਉਣ, ਆ ਚਾਹੁੰਦਾ ਹੈ ਮਾਲਕ ਪਰਮਾਤਮਾ। ਤੇ ਇਹ ਜਿਹੜਾ ਹੈਗਾ ਇਹ ਗੇਮ ਚੋਂ ਨਿਕਲਣ ਵਾਸਤੇ, ਇਹ ਖੇਡ ਜਿੱਤਣ ਵਾਸਤੇ ਜਿਹੜਾ ਹੈਗਾ ਸਤਿਗੁਰ ਪ੍ਰਸਾਦ, ਸਤ, ਉਹ ਗੁਰੂ ਸਤ, ਉਹਦਾ ਪ੍ਰਸਾਦ ਚਾਹੀਦਾ ਹੈ ਭਾਈ। ਉਹ ਗੁਰੂ ਦਾ ਪ੍ਰਸਾਦ ਕੀ ਹੈ? ਉਹਦਾ ਗਿਆਨ। ਗੁਰੂ ਫਿਜ਼ੀਕਲ ਨਹੀਂ ਹੁੰਦਾ, ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਜਿਹੜਾ ਹੈਗਾ ਗਿਆਨ ਹੁੰਦਾ ਹੈ। ਗੁਰੂ ਜਿਹੜਾ ਹੈਗਾ ਗਿਆਨ ਹੁੰਦਾ ਹੈ। ਸਰੀਰ ਦੇ ਵਿੱਚ ਹੀ ਗਿਆਨ ਆਊਗਾ ਅਤੇ ਪਰਮਾਤਮਾ ਨੇ ਗਿਆਨ ਦੇਣਾ ਹੈ, ਅਤੇ ਸਰੀਰ ਦੇ ਦੁਆਰਾ ਹੀ ਦਊਗਾ ਗਿਆਨ ਆਊਗਾ, ਸਰੀਰ ਦੇ ਦੁਆਰਾ ਹੀ ਆਊਗਾ। ਔਰ ਉਹ ਜਿਹੜਾ ਹੈਗਾ ਗਿਆਨ, ਉਹਨਾਂ ਦਾ ਜੋ ਗਿਆਨ ਹੈਗਾ ਉਹ ਗਿਆਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਇੱਕ ਬੰਦੇ ਨੂੰ ਆਇਆ ਗਿਆਨ। ਇਹਦੇ ਵਿੱਚ ਦੇਖ ਲਓ, ਔਰ ਉਹ ਬੰਦਾ ਨਹੀਂ ਰਹਿੰਦਾ ਜਿਹਨੂੰ ਇਹ ਗਿਆਨ ਆਉਂਦਾ ਹੈ, ਉਹ ਬੰਦਾ ਨਹੀਂ ਰਹਿੰਦਾ, ਉਹ ਸਰੀਰ ਨਹੀਂ ਰਹਿੰਦਾ, ਉਹ ਫਿਰ ਜਿਹੜਾ ਹੈਗਾ ਆਤਮਿਕ ਲੈਵਲ 'ਤੇ ਚਲੇ ਜਾਂਦਾ ਹੈ। ਸਰੀਰ ਜਿਹੜਾ ਹੈਗਾ ਸਰੀਰ ਤੋਂ ਉੱਪਰ ਉੱਠ ਜਾਂਦਾ ਹੈ। ਸਰੀਰ ਹੈਗਾ ਅਤੇ ਆਪਾਂ ਸੰਸਾਰ ਦੇ ਵਿੱਚ ਹੈਗੇ ਹਾਂ, ਇਸ ਸੰਸਾਰ ਸਮੁੰਦਰ ਦੇ ਵਿਚਾਰਾਂ ਦੇ ਵਿੱਚ ਹੈਗੇ ਹਾਂ। ਔਰ ਇਹਦੇ ਉੱਪਰ ਉੱਠਣਾ ਜਿਹੜਾ ਹੈਗਾ ਅਤੇ ਆਪਾਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ, ਫਿਰ ਉਹ ਸਰੀਰ ਨਹੀਂ ਰਹੇਗਾ। ਸਰੀਰ ਦੇ ਵਿੱਚ ਹੁੰਦੇ ਹੋਏ ਸਰੀਰ ਦੇ ਹਾਲੇ, ਕਿਉਂਕਿ ਸਵਾਸ ਹੈਗੇ ਆ, ਅਤੇ ਪਰ ਉਹ ਜਿਹੜੀ ਹੈ ਉਹਦੀ ਅਵਸਥਾ ਚੌਥੇ ਪਦ ਦੀ ਹੁੰਦੀ ਹੈ। ਉਹ ਪਰਮਾਤਮਾ ਦੇ ਨਾਲ ਇੱਕਮਿਕ ਹੁੰਦਾ, ਉਹ ਪ੍ਰੈਜ਼ੈਂਟ ਦੇ ਵਿੱਚ ਹੁੰਦਾ। ਉਹਦਾ ਪ੍ਰਸਾਦ ਚਾਹੀਦਾ ਆਪਾਂ ਨੂੰ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹਦਾ ਗਿਆਨ ਚਾਹੀਦਾ, ਉਹਦੀ ਸਿਹਤ ਚਾਹੀਦੀ ਹੈ, ਤਾਂ ਜਿਹੜਾ ਇਹ ਸੰਸਾਰ ਸਮੁੰਦਰ ਦੀ ਗੇਮ ਜਿਹੜੀ ਹੈਗੀ ਆਪਾਂ ਜਿੱਤ ਸਕਦੇ ਹਾਂ। ਇਹ ਬਾਰ-ਬਾਰ ਬਾਣੀ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਜਿਹੜੇ ਬਾਰ-ਬਾਰ ਕਿਉਂ ਇਹ ਚੀਜ਼ ਬਾਰ-ਬਾਰ ਲਿਖਦੇ ਆ? ਇੱਕ ਓਂਕਾਰ ਸਤਿਗੁਰ ਪ੍ਰਸਾਦ ਬਾਰ-ਬਾਰ ਕਿਉਂ ਲਿਖਦੇ ਆ? ਸ਼ੁਰੂ 'ਚ ਲਿਖਤਾ, ਬਾਰ-ਬਾਰ ਹਰੇਕ ਜਗ੍ਹਾ ਲਿਖ ਦਿੰਦੇ ਮਹਾਰਾਜ। ਦੇਖੋ ਬਾਰ-ਬਾਰ ਰਿਮਾਈਂਡ ਕਰਾਉਂਦੇ ਆ ਭਾਈ, ਬਾਰ-ਬਾਰ ਰਿਮਾਈਂਡ ਕਰਾਉਂਦੇ ਆ ਵੀ ਗਿਆਨ ਲੈ।
ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈਂ ਇੱਕ ਠਾਈ। ਕਹਿੰਦੇ ਤੇਰੇ ਅੰਦਰ ਜਿਹੜਾ ਹੈਗਾ ਇਹ ਠੰਡੀ ਧਰਤੀ ਜਿਹਨੂੰ ਕਹਿ ਦਿੰਦੇ ਆ, ਈੜਾ ਪਿੰਗਲਾ ਕਹਿ ਦਿੰਦੇ ਆ, ਤੇਰੇ ਅੰਦਰ ਜਿਹੜੀ ਹੈਗੀ ਆ ਉਹਨੂੰ ਆਪਾਂ ਕਹਿ ਲਓ ਕਿ ਬੁੱਧੀ ਤੇ ਭਾਵਨਾ, ਬੁੱਧੀ ਤੇ ਪਿਆਰ ਦੋਨੋਂ ਦੇ ਦੋਨੋਂ ਤੇਰੇ ਅੰਦਰ ਹੈਗੇ ਆ। ਬੁੱਧੀ ਤੇ ਪਿਆਰ ਦੋਨਾਂ ਨੂੰ ਸਮ ਕਰਨਾ ਪਊਗਾ। ਨਾ ਤਾਂ ਬੁੱਧੀ ਦੇ ਨਾਲ ਯਾਤਰਾ ਹੋ ਸਕਦੀ ਹੈ, ਨਾ ਪਿਆਰ ਦੇ ਨਾਲ ਯਾਤਰਾ ਹੋ ਸਕਦੀ, ਭਾਵਨਾ ਦੇ ਨਾਲ ਯਾਤਰਾ ਹੋ ਸਕਦੀ ਹੈ। ਦੋਨਾਂ ਨੂੰ ਸਮ ਕਰਨਾ ਪਊਗਾ, ਦੋਨਾਂ ਨੂੰ ਲੈਣਾ ਪਊਗਾ, ਦੋਨਾਂ ਦੀ ਰਿਕੁਆਇਰਮੈਂਟ ਹੈਗੀ ਹੈ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈਂ ਇੱਕ ਠਾਈ। ਇਹਨਾਂ ਦਾ ਜਿਹੜਾ ਹੈਗਾ ਇੱਕ ਜਗ੍ਹਾ ਦੇ ਉੱਤੇ ਤਿੰਨੋਂ ਇਹ ਪ੍ਰਾਣ ਸ਼ਕਤੀ ਜਿਹੜੀ ਹੈ, ਇਹ ਨਦੀਆਂ ਜਿਹੜੀਆਂ ਹੈਗੀਆਂ ਆਪਣੇ ਜਿਹੜੇ ਹੈਗੇ ਇੱਕ ਜਗ੍ਹਾ 'ਤੇ ਮਿਲਦੀਆਂ, ਜਿਹਨੂੰ ਤੀਜਾ ਨੇਤਰ ਕਹਿ ਲਓ। ਉੱਥੇ ਕਹਿੰਦੇ ਆ ਇਹ ਮਿਲਦੀਆਂ ਹੈਗੀਆਂ। ਉਹ ਆ ਇਹਨਾਂ ਦਾ ਸੰਗਮ, ਪ੍ਰਯਾਗ, ਜਿੱਥੇ ਗੰਗਾ ਜਮਨਾ ਸਰਸਵਤੀ ਕਹਿੰਦੇ ਥੱਲਿਓਂ ਦੀ ਆਉਂਦੀ ਆ, ਉਹਨੂੰ ਉਹ ਇੱਥੇ ਸੁਖਮਨਾ ਕਹਿ ਤਾ। ਜਿਹੜੀ ਜੇ ਉੱਥੇ ਸਰਸਵਤੀ ਆ, ਕਹਿੰਦੇ ਧਰਤੀ ਤੋਂ 3 ਨਦੀਆਂ ਪ੍ਰਯਾਗ ਦੇ ਵਿੱਚ ਮਿਲਦੀਆਂ। ਇੱਥੇ ਮਹਾਰਾਜ ਕਹਿੰਦੇ ਆ ਭਾਈ ਆਹ ਹੈਗੀ ਪ੍ਰਾਣ ਸ਼ਕਤੀ, ਇਹਨੂੰ ਤੂੰ ਜਿਹੜਾ ਹੈਗਾ ਇਹ ਪ੍ਰਾਣ ਸ਼ਕਤੀ ਤੂੰ ਦੁਨੀਆ ਦੇ, ਕਿਉਂਕਿ ਪ੍ਰਾਣ ਸ਼ਕਤੀ ਕੀ ਹੈਗੀ? ਪ੍ਰਾਣ ਸ਼ਕਤੀ ਹੈਗੀ ਬਈ ਆਪਾਂ ਨੂੰ ਮਾਲਕ ਨੇ ਜਿਹੜਾ ਫਿਊਲ ਹੈਗਾ, ਸਮਝ ਲਓ ਜਿਹੜੀ ਇਲੈਕਟ੍ਰਿਸਿਟੀ ਹੈਗੀ ਆ, ਇਹ ਗੱਡੀ ਸਰੀਰ ਨੂੰ ਚਲਾਉਣ ਵਾਸਤੇ ਉਹਨੂੰ ਪ੍ਰਾਣ ਸ਼ਕਤੀ ਕਹਿੰਦੇ ਆ। ਜਿਹਦੇ ਨਾਲ ਕੀ ਇਹ ਗੱਡੀ ਚੱਲਦੀ ਆ। ਤੁਸੀਂ ਹੁਣ ਗੈਸ ਤੋਂ ਬਗੈਰ ਜਾਂ ਪੈਟਰੋਲ ਤੋਂ ਬਗੈਰ ਗੱਡੀ ਕਿਵੇਂ ਚੱਲੂਗੀ ਦੱਸ ਦਿਓ? ਬਸ ਆਹੀ ਹੈ ਪ੍ਰਾਣ ਸ਼ਕਤੀ। ਇਹਦੇ ਨਾਲ ਜਿਹੜਾ ਹੈਗਾ ਆਪਾਂ ਨੇ ਇਹਨੂੰ ਜਿਹੜਾ ਹੈਗਾ ਭਾਵੇਂ ਦੁਨੀਆ ਦੇ ਪਦਾਰਥ, ਦੁਨੀਆ ਦੇ ਸਵਾਦ ਲੈਣ ਵਾਸਤੇ, ਦੁਨੀਆ ਦੇ ਵਾਸਤੇ ਜਿਹੜਾ ਹੈਗਾ ਭੋਗ ਵਿਲਾਸ ਵਾਸਤੇ ਆਪਾਂ ਯੂਜ਼ ਕਰ ਲਈਏ, ਹਾਂ ਪੂਰੀ ਦੀ ਪੂਰੀ ਯੂਜ਼ ਕਰ ਸਕਦੇ ਹਾਂ। ਭਾਵੇਂ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਉਹ ਇਹ ਖੇਡ 'ਚੋਂ ਬਾਹਰ ਆਉਣ ਵਾਸਤੇ ਜਿਹੜਾ ਹੈਗਾ ਉਸ ਪਾਸੇ ਲਗਾ ਦਈਏ ਇਹਨੂੰ। ਚੁਆਇਸ ਆਪਣੀ ਹੈਗੀ। ਮਾਲਕ ਮਾਲਕ ਕਹਿੰਦਾ ਮੈਂ ਆਹੀ ਤਾਂ ਗੇਮ ਪਾਈ ਹੈ। ਜੇ ਕਹੀਏ ਵੀ ਮਾਲਕ ਆਪਾਂ ਨੂੰ ਜਿਹੜਾ ਚੱਕ ਕੇ ਜਿਹੜਾ ਹੈਗਾ ਉੱਧਰ ਨੂੰ ਲੈ, ਫਿਰ ਕਹਿੰਦਾ ਫਿਰ ਗੇਮ ਦੀ ਕੀ ਲੋੜ ਹੈ ਤੈਨੂੰ? ਪਹਿਲਾਂ ਵੀ ਤੂੰ ਮੇਰੇ ਨਾਲ ਹੀ ਸੀਗਾ, ਹੁਣ ਫਿਰ ਮੈਂ ਤੈਨੂੰ ਚੱਕ ਕੇ ਆਪਣੇ ਨਾਲ ਕਰ ਲਾਂ ਤੇ ਖੇਡ ਕਾਹਦੀ ਹੋਈ ਫਿਰ? ਮਾਲਕ ਨੇ ਪਾਰਸ਼ਲਿਟੀ ਨਹੀਂ ਕਰਨੀ। ਜਿਹੜਾ ਵੀ ਦੁਨੀਆ ਦੇ ਵਿੱਚ ਜਿਹੜਾ ਆਇਆ ਹੈਗਾ ਉਹਨੂੰ ਇਹ ਖੇਡ ਖੇਡਣੀ ਪਏਗੀ। ਲਾਜ਼ਮੀ ਹੈਗੀ ਇਹ ਖੇਡ ਖੇਡਣੀ। ਕਿਉਂਕਿ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਹੈ, ਪਤਾ ਨਹੀਂ ਬਈ ਲੁਧਿਆਣੇ ਇੱਕ ਵਾਰੀ ਜਿਹੜੀ ਹੈਗੀ ਉਹ ਕਥਾ ਹੋ ਰਹੀ ਸੀ, ਉਹਨਾਂ ਦੇ ਘਰ ਹੀ ਜਿਹੜਾ ਹੈਗਾ ਕਥਾ ਕਰ ਰਹੇ ਸੀਗੇ, ਅਤੇ ਮੇਰੇ ਖਿਆਲ 2 ਸਾਲ ਹੋ ਗਏ ਆ। ਅਤੇ ਉਹ ਜਿਹੜੇ ਹੈਗੇ ਉਹ ਨੇਵੀ ਦੇ ਵਿੱਚ, ਉਹਨਾਂ ਦੇ ਫਾਦਰ ਰਿਟਾਇਰ ਸੀਗੇ, ਬਹੁਤ ਵੱਡੇ ਅਫਸਰ ਸੀਗੇ। ਬੱਚਾ ਵੀ ਮਰਚੈਂਟ ਨੇਵੀ 'ਚ ਸੀਗਾ ਅਤੇ 30 ਸਾਲ ਦਾ। ਉਹ ਕਹਿੰਦਾ ਕਿ ਅੰਕਲ ਜੀ ਦੱਸੋ ਮੈਨੂੰ ਵੀ ਮੈਂ ਤਾਂ ਇਹ ਗੇਮ ਨਹੀਂ ਖੇਡਣਾ ਚਾਹੁੰਦਾ, ਪਰ ਪਰਮਾਤਮਾ ਨੇ ਤਾਂ ਨਾ ਇਨਸਾਫੀ ਕੀਤੀ ਹੈ ਵੀ ਮੈਨੂੰ ਜਿਹੜਾ ਹੈਗਾ ਕਹਿੰਦਾ ਕਿ ਤੂੰ ਇਹ ਗੇਮ ਜਿਹੜਾ ਹੈਗਾ ਖੇਡ। ਕਹਿੰਦੇ ਮੈਂ ਤਾਂ ਖੇਡਣਾ ਨਹੀਂ ਚਾਹੁੰਦਾ। ਕਿਉਂ? ਮੈਂ ਸਾਡੀ ਮਰਜ਼ੀ ਤਾਂ ਲਈ ਨਹੀਂ ਮਾਲਕ ਨੇ। ਕਿਉਂ ਸਾਨੂੰ ਭੇਜਿਆ ਇੱਥੇ ਜਿਹੜਾ ਹੈਗਾ ਇਸ ਦੁਨੀਆ ਦੇ ਵਿੱਚ ਆਹ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੇਮ ਖੇਡਣ ਵਾਸਤੇ? ਇਹ ਦੁੱਖਾਂ ਸੁੱਖਾਂ ਦੇ ਵਿੱਚ, ਇਹ ਜਨਮ ਮਰਨ ਦੇ ਵਿੱਚ, ਇਹ ਸਾਰਾ ਭੌਜਲ ਦੇ ਵਿੱਚ ਕਾਹਦੇ ਵਾਸਤੇ ਮਾਲਕ ਨੇ? ਸਾਡੀ ਤਾਂ ਆਪਸ਼ਨ ਨਹੀਂ ਹੈ। ਮੈਂ ਤਾਂ ਨਹੀਂ ਚਾਹੁੰਦਾ। ਮੈਂ ਕਿਹਾ ਪਿਆਰਿਆ ਸਹੀ ਬੋਲੀ, ਝੂਠ ਨਾ ਬੋਲੀ, ਕਿਉਂਕਿ ਇਹ ਜਿਹੜੀ ਹੈਗੀ ਰਿਕਾਰਡਿੰਗ ਹੈਗੀ ਇਹਨੇ ਜਿਹੜਾ YouTube 'ਤੇ ਚਲੇ ਜਾਣਾ। ਅਤੇ ਮੈਂ ਕਿਹਾ ਵੀ ਤੂੰ ਦੱਸ ਦੇ ਵੀ ਤੂੰ ਸਹੀ ਗੇਮ ਖੇਡਣਾ। ਤੂੰ ਮੈਂ ਕਿਹਾ ਤੈਨੂੰ ਤੇਰੀ ਘਰਵਾਲੀ, ਤੇਰੇ ਬੱਚੇ, ਤੇਰਾ ਪਰਿਵਾਰ, ਤੇਰੇ ਮਾਂ ਪਿਓ, ਹੋਰ ਦੁਨੀਆ ਦੇ ਜਿਹੜੇ ਹੈਗੇ ਸਵਾਦ ਰਸ ਕਸੇ ਚੰਗੇ ਲੱਗਦੇ ਆ? ਕਹਿੰਦਾ ਹਾਂ ਚੰਗੇ ਲੱਗਦੇ। ਕਹਿੰਦਾ ਫਿਰ ਮੈਂ ਕਿਹਾ ਤੂੰ ਕਿਵੇਂ ਕਹਿਣਾ ਹੈ ਕਿ ਤੂੰ ਗੇਮ ਨਹੀਂ ਖੇਡਣਾ ਚਾਹੁੰਦਾ? ਤੂੰ ਕਹਿ ਪਰਮਾਤਮਾ ਨੂੰ ਮੈਨੂੰ ਨਹੀਂ ਚੰਗੇ ਲੱਗਦੇ। ਬਸ ਫਿਰ ਖਤਮ ਹੋ ਗਈ ਤੇਰੀ ਕਿ ਤੂੰ ਤਾਂ ਜਿੱਤ ਗਿਆ ਗੇਮ ਨੂੰ। ਆਹੀ ਤਾਂ ਗੇਮ ਸੀਗੀ, ਆਹੀ ਤਾਂ ਗੇਮ ਹੈਗੀ ਆ। ਕਿ ਮੈਂ ਕਿਹਾ ਤੂੰ ਮੂੰਹ ਦੇ ਨਾਲ ਬੋਲ ਰਿਹਾ, ਅੰਦਰੋਂ ਨਹੀਂ ਬੋਲ ਰਿਹਾ। ਬਸ ਇੰਨੀ ਕੀ ਗੱਲ ਹੈਗੀ ਭਾਈ। ਔਰ ਮਾਲਕ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਤੂੰ ਛੱਡ ਦੇ ਸਵਾਦ, ਇਹਨਾਂ ਨੂੰ ਯੂਜ਼ ਕਰ। ਇਹ ਤੇਰੇ ਵਾਸਤੇ ਤਾਂ ਬਣਾਏ ਹੋਏ, ਤੇਰੀ ਜਰਨੀ ਵਾਸਤੇ, ਤੇਰੀ ਸਹਾਇਤਾ ਦੇ ਵਾਸਤੇ ਹੈ ਸਾਰੇ। ਇਹਨਾਂ ਨੂੰ ਯੂਜ਼ ਕਰ, ਚੰਗੀ ਤਰ੍ਹਾਂ ਯੂਜ਼ ਕਰ, ਪਰ ਇਹਨਾਂ ਨੂੰ ਯੂਜ਼ ਕਰਕੇ ਤੂੰ ਆਪਣੀ ਜਰਨੀ ਤਾਂ ਜਾਰੀ ਰੱਖ ਨਾ। ਜਿਹੜੇ ਸਫ਼ਰ 'ਤੇ ਆਇਆ ਆ, ਤੂੰ ਸਫ਼ਰ ਕਿਉਂ ਭੁਲਾ ਦਿੱਤਾ ਹੈ? ਇਹ ਪਦਾਰਥਾਂ ਨੂੰ ਹੀ ਤੂੰ ਇਹਨਾਂ ਦੇ ਲੈਣ ਵਾਸਤੇ ਥੋੜ੍ਹੀ ਨਾ ਆਇਆ ਹੈ ਦੁਨੀਆ ਦੇ ਵਿੱਚ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈਂ ਇੱਕ ਠਾਈ। ਇਹ 3 ਦੀਆਂ 3 ਜਿਹੜੇ ਹੈਗੇ ਇੱਕ ਜਗ੍ਹਾ 'ਤੇ ਵਸਦੇ ਆ। ਜਦ ਆਪਣੀ ਉਹ ਪ੍ਰਾਣ ਸ਼ਕਤੀ ਜਿਹੜੀ ਹੈਗੀ ਆਪਾਂ ਨੇ
ਜਦ ਆਪਣੀ ਆਪਾਂ ਨੇ ਜਿਹੜਾ ਹੈਗਾ ਇਹ ਗਿਆਨ ਲੈ ਕੇ ਧਿਆਨ ਸਿਮਰਨ ਕਰਨਾ, ਮਾਲਕ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਆਹ ਹੈਗੀ ਪ੍ਰਾਣ ਸ਼ਕਤੀ ਦਾ ਜਿਹੜਾ ਹੈਗਾ ਦੂਸਰੇ ਪਾਸੇ ਆਪੋਜ਼ਿਟ ਜਿਹੜਾ ਹੈਗਾ, ਆਪਾਂ ਦੁਨੀਆ ਨੂੰ ਯਾਦ ਕਰ ਰਹੇ ਹਾਂ, ਦੁਨੀਆ ਵੱਲ ਨੂੰ ਆਪਣੀ ਵਹੀਕਲ ਜਾ ਰਹੀ ਹੈ। ਜਦ ਆਪਾਂ ਨੇ ਯੂ ਟਰਨ ਲੈ ਲਿਆ, ਪਰਮਾਤਮਾ ਵੱਲ ਨੂੰ ਜਿਹੜਾ ਹੈਗਾ ਆਪਾਂ ਨੇ ਯਾਤਰਾ ਸ਼ੁਰੂ ਕਰਤੀ, ਪ੍ਰਾਣ ਸ਼ਕਤੀ ਜਿਹੜੀ ਹੈਗੀ ਉਹ ਉੱਪਰ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਹੀੜਾ ਪਿੰਗਲਾ ਸੁਖਮਨਾ ਐਕਟੀਵੇਟ ਹੋ ਜਾਂਦੀ ਹੈ। ਹੀੜਾ ਪਿੰਗਲਾ ਔਰ ਸੁਖਮਨਾ तीन बसें एक ठाई, बेणी संगम तह पिराग, मन मजन करे तिथाई। ਕਹਿੰਦੇ ਬਸ ਉਹ ਸੰਗਮ ਪਾਏ ਉੱਥੇ ਹੈਗੀ। ਜਦ ਤਿੰਨੋਂ ਨਹੀਂ, ਇਹ ਤਿੰਨ ਸਮਝ ਲਓ ਵੀ ਚਾਬੀਆਂ ਹੈਗੀਆਂ, ਤਿੰਨ ਚਾਬੀਆਂ ਇਕੱਠੀਆਂ ਨਹੀਂ ਹੁੰਦੀਆਂ ਤੇ ਤਾਲਾ ਨਹੀਂ ਖੁੱਲਣਾ ਪਾਏ, ਉਹ ਤਾਲਾ ਨਹੀਂ ਖੁੱਲੇਗਾ। ਬਸ ਉੱਥੇ ਇਹ ਤਿੰਨੋਂ ਜਿਹੜੀਆਂ ਹੈਗੀਆਂ, ਪ੍ਰਾਣ ਸ਼ਕਤੀ ਜਿਹੜੀ ਹੈਗੀ, ਇਹ ਖਾਲੀ ਗੱਲਾਂ ਬਾਤਾਂ ਦੇ ਨਾਲ, ਗਿਆਨ ਦੇ ਨਾਲ ਕੁਛ ਵੀ ਨਹੀਂ ਹੋਣਾ। ਬਸ ਗਿਆਨ ਲੈ ਕੇ ਉਹਨੂੰ ਕਮਾਉਣਾ ਪੈਣਾ ਹੈ। ਬੇਣੀ ਸੰਗਮ ਤਹਿ ਪਿਰਾਗ, ਮਨ ਮਜਨ ਕਰੇ ਤਿਥਾਈ। ਉੱਥੇ ਮਨ ਨੇ ਮਜਨ ਕਰਨਾ। ਮਜਨ ਕਹਿੰਦੇ ਹੁੰਦੇ ਆ ਜਿਹੜਾ ਪਵਿੱਤਰ ਇਸ਼ਨਾਨ ਆ, ਜਿਹੜਾ ਮੈਲ ਲਾ ਦਿੰਦਾ ਅੰਦਰ ਦੀ, ਮਨ ਦੀ ਮੈਲ ਲਾ ਦਿੰਦਾ, ਉਹਨੂੰ ਮਜਨ ਕਹਿੰਦੇ। ਇਹਦੇ ਨਾਲ ਜਿਹੜੀ ਹੈਗੀ ਆਪਣਾ, ਔਰ ਇਹ ਹੈਗਾ ਇਹਦੇ ਵਾਸਤੇ ਜਿਹੜਾ ਹੈਗਾ, ਹੁਣ ਦੇਖੋ ਫਿਰ ਕਹਿੰਦੇ ਆ ਜੀ ਜੇ ਇੰਨੀ ਗੱਲ ਹੈ ਤਾਂ ਫਿਰ ਮੈਡੀਟੇਸ਼ਨ ਦੀ ਕੀ ਲੋੜ ਆ, ਕਿ ਆਪਾਂ ਨੂੰ ਧਿਆਨ ਵਿਚਾਰ ਬੰਦ ਕਰਨ ਦੀ ਸਾਧਨਾ ਦੀ ਕੀ ਲੋੜ ਆ। ਫਿਰ ਭਾਈ ਜਿਹੜੀ ਆਪਣੇ ਜਿਹੜੀਆਂ ਲੀਹਾਂ ਬਣੀਆਂ, ਸੰਸਕਾਰ ਬਣੇ ਹੋਏ ਆ, ਕਾਮ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਕ੍ਰੋਧ ਦੇ ਵਿੱਚ, ਜੋ ਵੀ ਪਦਾਰਥ ਹੈ ਦੁਨੀਆ, ਜਿੱਥੇ ਜਿੱਥੇ ਆਪਣਾ ਬੈਂਟ ਆਫ ਮਾਈਂਡ, ਜਿੱਥੇ ਆਪਣਾ ਇੰਟਰਸਟ ਹੈਗਾ, ਉਧਰੋਂ ਮਨ ਜਿਹੜਾ ਹੈਗਾ ਉਹ ਸਵਾਦ ਕਿਉਂ ਛੱਡੇਗਾ। ਮਨ ਨੂੰ ਕਿਹੜਾ ਜਿਹੜਾ ਚੰਗਾ ਸਵਾਦ ਹੋ ਰਿਹਾ, ਇਸ ਤੋਂ ਵੱਧ ਨਾਮ ਦਾ ਸਵਾਦ ਆ ਗਿਆ, ਅੰਮ੍ਰਿਤ ਆ ਗਿਆ, ਕਿਉਂ ਛੱਡੂਗਾ ਮਨ ਭਾਈ। ਮਨ ਕਿਉਂ ਇਸ ਪਾਸੇ ਜਾਊਗਾ। ਇਸ ਵਾਸਤੇ ਜਿਹੜਾ ਹੈਗਾ ਧਿਆਨ ਸਿਮਰਨ ਚਾਹੀਦਾ ਹੈ। ਮਨ ਤੋਂ ਜਿਹੜਾ ਹੈਗਾ ਉਹ ਸਵਾਦ ਜਿਹੜੇ ਹੈਗੇ ਥੋੜ੍ਹੇ ਮਨ ਤੋਂ ਛਡਾਉਣੇ। ਧਿਆਨ ਸਿਮਰਨ ਦੇ ਵਿੱਚ ਬੈਠਾ ਉਹ ਸਵਾਦ ਕਿਵੇਂ ਲੈ ਰਿਹਾ, ਸਵਾਦ ਕਿਵੇਂ ਆਉਂਦੇ, ਕਿਵੇਂ ਆਪਣਾ ਮਨ ਕਰਦਾ ਹੈ ਕੋਈ ਚੀਜ਼ ਪਦਾਰਥ ਵਾਸਤੇ, ਇੱਧਰ ਆਹ ਲੈਣਾ ਜੀ, ਮੈਂ ਤਾਂ ਹੁਣ ਆਹ ਨੈੱਟ ਦੇਖਣਾ ਹੈ, ਮੈਂ ਤਾਂ ਜੀ ਆਹ ਇਹਦੇ ਵਿੱਚ ਹੀ ਜਾਣਾ ਹੈ, ਮੈਂ ਤਾਂ ਆਹ ਦੇਖਣਾ ਹੈ, ਮੈਂ ਤਾਂ ਆਹ ਖਾਣਾ ਹੈ। ਸਿਰਫ ਵਿਚਾਰ ਆਉਂਦੇ ਆ ਆਪਣੇ ਕੋਲ, ਸਿਰਫ ਵਿਚਾਰ ਆਉਂਦੇ ਆ। ਉਹ ਵਿਚਾਰਾਂ ਨੂੰ ਜਿਹੜਾ ਰੋਕਣਾ ਜਿਹੜਾ ਹੈਗਾ, ਇਹੀ ਧਿਆਨ ਸਿਮਰਨ ਹੈਗਾ। ਇਹੀ ਧਿਆਨ ਸਿਮਰਨ, ਇਹੀ ਸੁੰਨ ਦੇ ਵਿੱਚ ਬੈਠਣਾ, ਇਹੀ ਸੁੰਨ ਸਮਾਧੀ ਲਾਉਣੀ ਹੈਗੀ। ਵਿਚਾਰਾਂ ਨੂੰ ਰੋਕਣਾ ਹੈ ਬਸ। ਬੇਣੀ ਤਾਂ ਸੰਗਮ ਤਹਿ ਪਿਰਾਗ, ਮਨ ਮਜਨ ਕਰੇ ਤਿਥਾਈ। ਉੱਥੇ ਕਹਿੰਦੇ ਸੰਗਮ ਆ ਪਾਏ, ਮਨ ਨੇ ਉਸ ਜਗ੍ਹਾ 'ਤੇ ਮਨ ਦੇ ਸੰਸਕਾਰ ਜਿਹੜੇ ਹੈਗੇ ਦੂਰ ਹੋਣੇ ਆ, ਮਨ ਨੇ ਪਵਿੱਤਰ ਹੋਣਾ ਉਸ ਜਗ੍ਹਾ 'ਤੇ। ਹੋਰ ਕਿਸੇ ਤਰੀਕੇ ਦੇ ਨਾਲ ਕਿਤੇ ਮਰਜ਼ੀ ਚਲੇ ਜਾਓ, ਕਿਤੇ ਮਰਜ਼ੀ ਨਹਾ ਲਓ, ਜੋ ਮਰਜ਼ੀ ਕਰ ਲਓ। ਮੈਂ ਤਾਂ ਕਹਿੰਦਾ ਸਿਰ ਠਾਂ ਤੇ ਲੱਤਾਂ ਉੱਤੋਂ ਦੀ ਬਾਤ ਪਾਵਾਂ ਕੁੜਕ ਉੱਤੋਂ ਦੀ, ਜੋ ਮਰਜ਼ੀ ਸਿਰ ਠਾਂ ਕਰ ਲਓ, ਲੱਤਾਂ ਉੱਤੋਂ ਦੀ ਕਰ ਲਓ, ਪਰ ਜਿਹੜਾ ਹੈਗਾ ਨਹੀਂ ਮਜਨ ਕਰ ਸਕਦਾ ਮਨ, ਨਹੀਂ। ਹੋਰ ਕੋਈ ਤਰੀਕੇ ਦੇ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ ਭਾਈ। ਤਨ ਜ਼ਰੂਰ ਜਿਹੜਾ ਤਨ ਤਾਂ ਫਿਰ ਮੈਲਾ ਹੋ ਜਾਣਾ ਜਿੱਥੇ ਮਰਜ਼ੀ ਨਹਾ ਲਓ। ਅਤੇ ਆਹ ਹੈਗਾ ਪਹਿਲਾ ਬੰਦ। ਇਸ ਤੋਂ ਬਾਅਦ ਆਇਆ ਰਹਾਓ। ਕਾਹਦੇ ਵਾਸਤੇ ਜਿਹੜਾ ਹੈਗਾ ਇਹ ਪਹਿਲਾ ਔਰ ਦੂਸਰਾ ਜਿਹੜਾ ਬੰਦ ਦੋਨੋਂ ਮਿਲਾ ਕੇ ਸੈਂਟਰਲ ਆਈਡੀਆ ਹੈ। ਸੈਂਟਰਲ ਆਈਡੀਆ ਕੀ ਹੈਗਾ ਬਈ, ਉਸ ਜਗ੍ਹਾ 'ਤੇ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਨੀ ਹੈ। ਉਹ ਮਾਲਕ ਦੀ ਨੇੜੇ ਹੋਣਾ, ਮਾਲਕ ਦੇ ਨੇੜੇ ਹੋਣਾ ਹੈ। ਸੰਤੋ ਤਹਾਂ ਨਿਰੰਜਨ ਰਾਮ ਹੈ। ਬੇਣੀ ਜੀ ਕਹਿੰਦੇ ਆ ਭਾਈ ਜਦ ਤੱਕ ਤੂੰ ਹੀੜਾ ਪਿੰਗਲਾ ਸੁਖਮਨਾ ਜਿਹੜਾ ਹੈ ਉਸ ਜਗ੍ਹਾ 'ਤੇ ਤੇਰੀ ਪ੍ਰਾਣ ਸ਼ਕਤੀ ਨਹੀਂ ਜਾਂਦੀ, ਉਹ ਚਾਬੀ ਨਹੀਂ ਲੰਘਦੀ, ਤਦ ਤੱਕ ਤਾਂ ਉਹ ਦਰ ਹੀ ਨਹੀਂ ਖੁੱਲ੍ਹਣਾ। ਉੱਥੇ ਪਰਮਾਤਮਾ ਨਿਰੰਜਨ ਰਾਮ ਦੀ ਘਾਟੀ ਸ਼ੁਰੂ ਹੋਏਗਾ। ਘਾਟ ਉੱਥੇ ਆ ਰਾਮ ਦੀ ਘਾਟੀ। ਤਹਾਂ ਨਿਰੰਜਨ ਰਾਮ ਹੈ, ਨਿਰੰਜਨ ਮਾਇਆ ਤੋਂ ਰਹਿਤ, ਔਰ ਤੂੰ ਵੀ ਮਾਇਆ ਤੋਂ ਰਹਿਤ ਹੋ ਜਾਏਗਾ। ਗੁਰਗਮ ਚੀਨੇ ਬਿਰਲਾ ਕੋਏ। ਇਹ ਜਗ੍ਹਾ 'ਤੇ ਬਿਰਲਾ ਟਾਵਾਂ ਬੰਦਾ ਜਿਹੜਾ ਹੈਗਾ ਇਸ ਨੂੰ ਚੀਂਦਾ ਹੈ। ਔਰ ਕਿਵੇਂ ਚੀਂਦਾ ਹੈ? ਗੁਰੂ ਦੇ ਗਿਆਨ ਦੇ ਦੁਆਰਾ, ਗੁਰੂ ਦੇ ਜਿਹੜੇ ਹੈਗੇ ਵੇਦ ਦੇ ਦੁਆਰਾ। ਗੁਰਗਮ ਨਿਗਮ ਕਹਿੰਦੇ ਆ ਇਹ 4 ਵੇਦਾਂ ਨੂੰ। ਇਹ ਗੁਰਗਮ ਹੈਗਾ, ਗੁਰੂ ਦਾ ਗਿਆਨ ਹੈ, ਬ੍ਰਹਮ ਗਿਆਨੀਆਂ ਦਾ ਗਿਆਨ ਹੈਗਾ। ਉਹਦੇ ਨਾਲ ਗੁਰਗਮ ਹੈ, ਮੰਮੇ ਦੀ ਸਿਆਰੀ ਹੈ। ਗੁਰੂ ਦੇ ਗਿਆਨ ਦੇ ਦੁਆਰਾ ਚੀਨਾ ਹੈ, ਕੋਈ ਵਿਰਲਾ ਚੀਂਦਾ ਹੈ, ਲੱਭਦਾ ਹੈ, ਖੋਜਦਾ ਹੈ। ਰਾਮ ਰਾਮ ਬੋਲ ਖੋਜ ਤੇ ਵਡ ਭਾਗੀ। ਤਹਾਂ ਨਿਰੰਜਨ ਰਮਈਆ ਹੋਏ। ਉਸ ਜਗ੍ਹਾ 'ਤੇ ਕਹਿੰਦੇ ਉਹ ਮਾਲਕ ਪਰਮਾਤਮਾ ਨਿਰੰਜਨ ਰਮਈਆ ਇਸ ਤਰ੍ਹਾਂ ਪ੍ਰਗਟ ਹੁੰਦਾ ਹੈ।
रहा हो। हाँ जी गोरखी साहब। हाँ जी ठीक है जी। हाँ ठीक है निजा साहब आगे चल पई है कि ये दोबारा लेनी है? लो जी लो गोरखी साहब लो, जरूरी हैगी है। दोबारा फिर? हाँ हाँ बिल्कुल, संगत होर आ जाती है नहीं वैसे गोरखी। ਤੁਸੀਂ ਕਾਫੀ ਸਮਝਾ ਦੇ ਦਿੱਤਾ ਤੁਸੀਂ ਵੈ ਚਲੋ ਠੀਕ ਲੋ ਜੇ ਕਹਿੰਦੇ ਨੇ। ਨਹੀਂ ਕੋਈ ਨਹੀਂ, ਜਿਸ ਤਰ੍ਹਾਂ ਤੁਹਾਡੀ ਮਤਲਬ ਤੁਹਾਡੀ ਨਹੀਂ ਕੋਈ ਗੱਲ ਨਹੀਂ, ਬਸ ਉਹੀ ਆ ਸਾਧ ਸੰਗਤ ਜੀ, ਜਿਹੜਾ ਪਿੰਗਲਾ ਸੁਖਮਨਾ 3 ਨਾੜੀਆਂ ਨੇ ਆਪਣੇ ਸਰੀਰ ਤੇ ਪ੍ਰਕਾਸ਼ ਹੈਗੇ, ਇਹ ਪ੍ਰਾਣ ਊਰਜਾ ਨੂੰ ਕੈਰੀ ਆਨ ਕਰਦੀਆਂ। ਤੇ ਜਿਹੜੀ ਸੁਖਮਨਾ ਦੀ ਨਾੜੀ ਹੁੰਦੀ ਆ ਉਹ ਤੁਹਾਡੀ ਦਿਨ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਆ। ਤੁਸੀਂ ਤੁਹਾਡੇ 24 ਘੰਟੇ ਹੁੰਦੇ ਆ ਤੁਹਾਡੇ ਕੋਲ, ਇਹ 6 ਘੰਟੇ ਕ ਚੱਲਦੀ ਹੈ, 6 ਘੰਟੇ ਕ ਚੱਲਦੀ ਆ। ਮੈਂ ਵੇਖਦਾ ਪਿਆ ਵਾਂ ਇਹਦਾ ਨਾ ਅਸਲ ਚ ਜਵਾਰ ਭਾਟੇ ਨਾਲ ਸੰਬੰਧ ਆ। ਜਵਾਰ ਭਾਟਾ ਜਿਹੜਾ ਸਮੁੰਦਰ ਚ ਨਾ 6 ਘੰਟੇ ਪਾਣੀ ਚੜ੍ਹਦਾ ਤੇ 6 ਘੰਟੇ ਪਾਣੀ ਉਤਰਦਾ। ਠੀਕ ਹੈ, ਦਿਨ ਚ 2 ਵਾਰੀ ਪਾਣੀ ਚੜ੍ਹਦਾ 2 ਵਾਰੀ ਉਤਰਦਾ। ਤੇ ਜਿੱਦਣ ਪੂਰਨਮਾਸ਼ੀ ਦੀ ਰਾਤ ਹੁੰਦੀ ਆ ਉਦਣ ਇੱਕ ਦਿਨ 2 ਦਿਨ ਪਹਿਲਾਂ ਪਾਣੀ ਜ਼ਿਆਦਾ ਚੜ੍ਹਦਾ ਤੇ 2 ਦਿਨ ਬਾਅਦ ਵੀ ਪਾਣੀ ਦੇ ਉੱਪਰ ਜਿਹੜਾ ਨਾ ਪ੍ਰਭਾਵ ਬਹੁਤ ਪੈਂਦਾ ਤੇ ਪਾਣੀ ਦੀ ਜਿਹੜੀ ਨਾ ਸਪੀਡ ਵੱਧ ਜਾਂਦੀ। ਇਹ ਜਿਹੜਾ ਸਵੇਰੇ ਸੂਰਜ ਚੜਿਆ ਸ਼ਾਮੀ ਸੂਰਜ ਡੁੱਬ ਗਿਆ, ਇਸੇ ਹੀ ਤਰ੍ਹਾਂ ਇਹ ਨਾੜੀਆਂ ਜਿਹੜੀਆਂ ਹੈਗੀਆਂ ਨੇ ਇਹ ਕੰਮ ਕਰਦੀਆਂ। ਸੁਖਣਾ ਦਾ ਮਤਲਬ ਇਹ ਹੈ ਕਿ ਜਦੋਂ ਈੜਾ ਤੇ ਪਿੰਗਲਾ, ਜਦੋਂ ਈੜਾ ਬੰਦ ਹੋਣ ਲੱਗਦੀ ਹੈ ਤੇ ਪਿੰਗਲਾ ਸ਼ੁਰੂ ਹੋਣ ਲੱਗਦੀ ਹੈ ਨਾ, ਉਸ ਟਾਈਮ ਤੇ ਸੁਖਣਾ ਚੱਲ ਪੈਂਦੀ ਹੈ ਆਪਣੇ ਆਪ ਹੀ। ਰਾਤ ਨੂੰ ਹੀ ਜਦੋਂ ਤੁਸੀਂ ਸੁੱਤੇ ਹੁੰਦੇ ਜੋ ਨਾ, ਜਾਗਰਤ, ਸਪਨ ਤੇ ਸੁਖਾਪਤੀ, ਇਹ 3 ਅਵਸਥਾਵਾਂ ਨੇ। ਜਾਗਰਤ ਦਾ ਮਤਲਬ ਹੁਣ ਆਪਾਂ ਬੈਠੇ ਜਾਗਰਤ ਅਵਸਥਾ ਚ। ਸਪਨ ਅਵਸਥਾ ਜਦੋਂ ਤੁਸੀਂ ਸੌਂ ਜਾਂਦੇ ਤੁਹਾਨੂੰ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ। ਸੁਖਾਪਤੀ ਦਾ ਮਤਲਬ ਜਦੋਂ ਕੋਈ ਵਿਚਾਰ ਨਹੀਂ ਹੈਗਾ। ਨਿਰਵਿਚਾਰ ਅਵਸਥਾ ਹੈ, ਕਹਿਣ ਤੋਂ ਭਾਵ ਇੱਕ ਤੇ ਆਪਾਂ ਜਾਗਰਤ ਅਵਸਥਾ ਚ ਜਦੋਂ ਸਮਾਧੀ ਜਾਂਦੇ ਉਦੋਂ ਨਿਰਵਿਚਾਰ ਹੁੰਦੇ ਆ, ਇੱਕ ਆਪਾਂ ਉਦੋਂ ਨਿਰਵਿਚਾਰ ਹੁੰਦੇ ਆ ਜਦੋਂ ਆਪਾਂ ਡ੍ਰੀਮਲੈਸ ਸਲੀਪ ਚ ਚੱਲ ਜਾਂਦੇ ਆ, ਉਹਨੂੰ ਡੀਪ ਸਲੀਪ ਕਹਿੰਦੇ ਆਪਾਂ। ਉਹਦੇ ਵਿੱਚ ਕੀ ਹੁੰਦਾ ਕਿ ਮਨ ਜਿਹੜਾ ਕੀ ਆਪਣੇ ਰੂਪ ਦਾ ਤਿਆਗ ਕਰਕੇ ਬ੍ਰਹਮ ਚ ਲੀਨ ਹੋ ਜਾਂਦਾ। ਉਦੋਂ ਇਹ ਸੁਪਨੇ ਦਾ ਜਾਲ ਵੀ ਛੱਡ ਦਿੰਦਾ। ਉਦੋਂ ਸਮਾਂ ਬਹੁਤ ਫਾਸਟ ਹੁੰਦਾ। ਤੁਸੀਂ ਇਹ ਮਹਿਸੂਸ ਕੀਤਾ ਹੋਊਗਾ ਕਿ ਮੈਂ ਬੜੀ ਗਹਿਰੀ ਨੀਂਦ ਹੁੰਦੀ ਆ। ਕੀ ਤੁਹਾਡੀ ਗੱਲ ਗੋਰਖੀ ਸਾਹਿਬ ਉਹ ਨਾ ਵਿੱਚ ਬੰਦ ਹੋ ਗਿਆ ਸੀ, ਜਿਹੜਾ ਇੱਕ ਵਾਰੀ ਪਿਛਲਾ ਦੁਬਾਰਾ ਫਿਰ ਬੋਲ ਦਿਓ ਸੰਗਤ ਨੂੰ। ਹਾਂ, ਉਹ ਜਦੋਂ ਤੁਸੀਂ ਸੁੱਤੇ ਹੁੰਦੇ ਨਾ ਤੇ ਸੁੱਤੇ ਹੁੰਦਿਆਂ ਤੇ ਜੋ ਗਹਿਰੀ ਨੀਂਦ ਤੇ ਚੱਲ ਜਾਂਦੇ ਜੋ, ਤੇ ਉਦੋਂ ਤੁਸੀਂ ਸੁਖਾਪਤੀ ਚ ਚੱਲ ਜਾਂਦੇ ਜੋ। ਉੱਥੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਨੀਂਦ ਹੁਣੇ ਆਈ ਸੀ ਤੇ ਮੈਂ ਹੁਣੇ ਸੁੱਤਾ ਸਾਂ, ਪਰ ਅੱਖਾਂ ਖੁੱਲੀਆਂ ਤੇ ਪਤਾ ਲੱਗਾ 2-2.5 ਘੰਟੇ 3 ਘੰਟੇ ਲੰਘ ਗਏ। ਇਹ ਆਵਾਜ਼ ਫਿਰ ਬੰਦ ਹੋ ਗਈ ਜੀ। ਹਾਂ, ਉਹ ਵਿੱਚ ਨੇ ਜਿਸ ਫੋਨ ਕਰਦਾ ਹੈ ਕਿ ਹਾਂਜੀ ਇਹ ਸਮਾਧੀ ਦੀ ਅਵਸਥਾ ਚ ਵੀ ਹੁੰਦਾ ਵਾ। ਜਦੋਂ ਤੁਸੀਂ ਸਮਾਧੀ ਚ ਹੁੰਦੇ ਜੋ ਤੇ ਉਦੋਂ ਵੀ ਤੁਸੀਂ ਉਸੇ ਤੱਤ ਨੂੰ ਅਨੁਭਵ ਕਰਦੇ ਜੋ, ਤੁਹਾਨੂੰ ਟਾਈਮ ਦਾ ਨਹੀਂ ਬੋਧ ਰਹਿੰਦਾ ਉਦੋਂ। ਠੀਕ ਹੈ ਨੀ ਜੋ ਸਾਹਿਬ? ਹਾਂਜੀ ਬਿਲਕੁਲ ਸਹੀ ਹੈ ਜੀ, ਬਹੁਤ ਵਧੀਆ। ਕਿਉਂ ਨਹੀਂ? ਹਾਂ, ਇਹ ਫੋਨ ਕਰੀ ਜਾਂਦਾ। ਅੱਛਾ, ਉਦੋਂ ਤੁਸੀਂ ਟਾਈਮ ਤੋਂ ਵੀ ਅੱਗੇ ਨਾ ਜਾਂਦੇ, ਉੱਥੇ ਟਾਈਮ ਨਹੀਂ ਹੈਗਾ। ਕੱਲ ਵੀ ਪੱਥਾ ਚ ਚੱਲਿਆ ਸੀ, ਨਾ ਉੱਥੇ ਸੂਰਜ ਨਾ ਚੰਦਰਮਾ, ਨਾ ਇੱਥੇ ਆਕਾਸ਼ ਹੈਗਾ, ਨਾ ਉੱਥੇ ਪਵਨ ਹੈਗੀ ਆ। ਉਸ ਤੱਤ ਦੇ ਵਿੱਚ ਟਾਈਮ ਨਹੀਂ ਹੈਗਾ। ਪਰਮਾਤਮਾ ਅਕਾਲ ਆ, ਕਾਲ ਤੋਂ ਰਹਿਤ ਆ। ਉੱਥੇ ਸਮੇਂ ਦਾ ਕੋਈ ਬੋਝ ਨਹੀਂ ਹੁੰਦਾ ਤੇ ਨਾ ਹੀ ਸਮਾਂ ਉੱਥੇ ਹੈਗਾ। ਜਦੋਂ ਤੁਸੀਂ ਉਸ ਅਵਸਥਾ ਜਾਂਦੇ ਉੱਥੇ ਤੁਸੀਂ ਵੇਖੋਗੇ ਤੁਸੀਂ ਵੀ ਸਮੇਂ ਤੋਂ ਅੱਗੇ ਲੰਘ ਜਾਂਦੇ। ਜਿੰਨਾ ਚਿਰ ਤੱਕ ਤੁਸੀਂ ਸਮੇਂ ਤੋਂ ਅੱਗੇ ਨਹੀਂ ਲੰਘੋਗੇ ਤੁਸੀਂ ਪਰਮਾਤਮਾ ਨੂੰ ਨਹੀਂ ਜਾਣ ਸਕਦੇ। ਇਸੇ ਲਈ ਕਬੀਰ ਜੀ ਕਹਿੰਦੇ ਰਾਮ ਕਰਤਾ ਸਭ ਜਗ ਫਿਰੇ ਤੇ ਰਾਮ ਨਾ ਪਾਇਆ ਜਾਏ। ਮਤਲਬ ਕਿ ਸਮੇਂ ਤੋਂ ਅੱਗੇ ਲੰਘਣਾ ਕੋਈ ਬੱਚਿਆਂ ਦਾ ਖੇਲ ਨਹੀਂ। ਉਸਦੇ ਲਈ ਤੁਹਾਨੂੰ ਬਹੁਤ ਘਾਲਣਾ ਕਰਨੀ ਪਊਗੀ। ਉੱਥੇ ਧਿਆਨ ਤੇ ਸਿਮਰਨ 2 ਵਿਧੀਆਂ ਆਈਆਂ। ਧਿਆਨ ਦਾ ਮਤਲਬ ਆ ਆਪਣੇ ਧਿਆਨ ਨੂੰ ਇਕਾਗਰ ਕਰਨਾ। ਦੇਖੋ, ਤੁਸੀਂ ਜੇਕਰ ਤੁਹਾਡਾ ਧਿਆਨ ਇਕਾਗਰ ਨਹੀਂ ਹੈ ਤੇ ਤੁਸੀਂ ਸੰਸਾਰਕ ਦਾ ਕੰਮ ਕਰ ਸਕਦੇ ਜੋ, ਰੋਟੀ ਪਾਣੀ ਬਣਾ ਸਕਦੇ ਜੋ, ਗੱਡੀ ਚਲਾ ਸਕਦੇ ਜੋ, ਪੜ੍ਹ ਸਕਦੇ ਜੋ, ਪੜ੍ਹਾ ਵੀ ਸਕਦੇ ਜੋ। ਇਹ ਸੰਸਾਰ ਦੇ ਕੰਮ ਦੇ ਵਿੱਚ ਤੁਹਾਡਾ ਧਿਆਨ ਮਤਲਬ ਕਿ ਮੋਟਰ ਐਕਸ਼ਨ ਨਾਲ ਵੀ ਕੰਮ ਕਰ ਸਕਦਾ, ਜਿਹਨੂੰ ਆਪਾਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਆ, ਅਚੇਤਨ ਮਨ। ਅਰਥ ਚੇਤਨ ਮਨ ਜਿਹੜਾ ਹੈਗਾ ਵਾ, ਅਰਥ ਚੇਤਨ ਮਨ ਦੇ ਵਿੱਚ ਕੀ ਹੁੰਦਾ ਵਾ ਕਿ ਸਾਡੇ ਅੰਦਰ ਜਿਹੜਾ ਪੁਰਾਣਾ ਡਾਟਾ ਪਿਆ ਨਾ, ਉਹਦੇ ਬੇਸ ਤੇ ਅਸੀਂ ਸਾਰਾ ਕੰਮ ਕਰਦੇ ਹਾਂ। ਹੁਣ ਤੁਸੀਂ ਜਿੰਨਾ ਵੀ ਲੜੇ ਝਗੜੇ ਜੋ ਵੀ ਕਿਹਨੂੰ ਵੱਧ ਘੱਟ ਬੋਲਿਆ, ਇਹ ਸਾਰਾ ਜਿਹੜਾ ਕਾਰਜ ਹੋਇਆ ਵਾ ਇਹ ਤੁਹਾਡੇ ਅਰਥ ਚੇਤਨ ਮਨ ਨੇ ਕੀਤਾ ਹੈ। ਅਰਥ ਚੇਤਨ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਬੀਤਿਆ ਜੀਵਨ
ਉਹਦੇ ਵਿੱਚ ਚੰਗੇ ਤੇ ਮਿੱਠੇ ਅਨੁਭਵ। ਉਹ ਕੋਈ ਬੰਦਾ ਤੁਹਾਡੇ ਨਾਲ ਚੰਗਾ ਸੀ, ਉਹਦੀ ਚੰਗੀਆਂ ਯਾਦਾਂ ਨੇ। ਕੋਈ ਬੰਦਾ ਮਾੜਾ ਸੀ, ਉਹਦਾ ਟੇਸਟ ਤੁਹਾਡੇ ਦਿਮਾਗ 'ਚ ਜਿਹੜਾ ਬੈਠਾ ਹੈ ਉਹ ਮੰਦਾ ਹੈਗਾ, ਖੱਟਾ ਹੈਗਾ। ਜਦੋਂ ਵੀ ਬੰਦਾ ਸਾਹਮਣੇ ਆਏਗਾ, ਤੁਹਾਡੇ ਸਾਹਮਣੇ ਟੇਸਟ ਪ੍ਰਗਟ ਹੋ ਜਾਏਗਾ। ਉਹਦੇ ਆਧਾਰ ਤੇ ਤੁਹਾਡੇ ਮਨ ਨੇ ਫੈਸਲਾ ਕਰ ਲੈਣਾ। ਬੁੱਧੀ ਉਹਦੇ ਹਿਸਾਬ ਨਾਲ ਪੈਦਾ ਹੋਣੀ ਆ। ਬੁੱਧੀ ਨੇ ਵੇਖਣਾ ਹੈ। ਬੁੱਧੀ ਇੱਕ ਐਸਾ ਲੈਂਜ ਆ। ਬੁੱਧੀ ਜੇ ਤੇ ਵਿਵੇਕ ਬੁੱਧੀ ਆ, ਉਹ ਵਰਤਮਾਨ 'ਚ ਵੀ ਸੋਚਦੀ ਹੈ ਕਿ ਇਸ ਟਾਈਮ ਕਰਨਾ ਕੀ ਸਹੀ ਤੇ ਕੀ ਗਲਤ ਹੈ। ਪਰ ਜਿਹੜੀ ਸਧਾਰਨ ਬੁੱਧੀ ਉਹ ਏਦਾਂ ਨਹੀਂ ਸੋਚਦੀ। ਉਹ ਭੂਤਕਾਲ ਦੇ ਉੱਤੇ ਬਹਿੰਦੀ ਆ, ਉਹ ਅੱਗੇ ਵੀ ਸੋਚਦੀ, ਪਿੱਛੇ ਵੀ ਵੇਖਦੀ ਆ। ਉਹ ਲਾਭ ਤੇ ਹਾਨੀ ਦੇਖਦੀ ਆ। ਉਹ ਆਪਣਾ ਪ੍ਰੋਫਿਟ ਦੇਖਦੀ ਹੈ। ਉਹ ਦੂਜੇ ਦੇ ਬਾਰੇ ਕੋਈ ਵਿਚਾਰ ਨਹੀਂ ਕਰਦੀ। ਉਹ ਨਹੀਂ ਸੋਚਦੀ ਬੰਦੇ ਅਗਲੇ ਤੋਂ ਕੀ ਪੈਸਾ ਹੈ ਜਾਂ ਨਹੀਂ ਹੈ। ਉਹ ਕਹਿੰਦਾ ਮੇਰਾ ਢਿੱਡ ਭਰਨਾ ਚਾਹੀਦਾ। ਬਿਲਕੁਲ। ਦੇਖੋ, ਪ੍ਰਕਿਰਤੀ ਦੇ ਵਿੱਚ ਦੋ ਕਿਸਮ ਦੇ ਇਨਸਾਨ ਰਹਿੰਦੇ ਨੇ। ਇੱਕ ਪ੍ਰਕਿਰਤੀ ਦੇ ਅਗੇਂਸਟ ਚੱਲਦੇ ਨੇ ਤੇ ਇੱਕ ਪ੍ਰਕਿਰਤੀ ਦੇ ਨਾਲ ਚੱਲਦੇ ਨੇ। ਪ੍ਰਕਿਰਤੀ ਦੇ ਨਾਲ ਚੱਲਣ ਵਾਲੇ ਉਹ ਲੋਕ ਹੁੰਦੇ ਨੇ ਜਿਹੜੇ ਪ੍ਰਕਿਰਤੀ ਦੇ ਨਾਲ ਚੱਲਦੇ ਨੇ, ਜਿਹੜੇ ਪ੍ਰਕਿਰਤੀ ਨੂੰ ਸਮਝਦੇ ਨੇ। ਪ੍ਰਕਿਰਤੀ ਦੇ ਵਿਰੁੱਧ ਉਹ ਲੋਕ ਹੁੰਦੇ ਨੇ ਜਿਹੜੇ ਪਾਪ ਨੂੰ ਪੁੰਨ ਸਮਝਦੇ, ਜੋ ਆਪਣੇ ਹੱਕ ਨੂੰ ਵੀ ਮਤਲਬ ਆਪਣੇ ਹੱਕ ਤੇ ਸੰਤੁਸ਼ਟ ਨਹੀਂ ਹੁੰਦੇ, ਲੋਕਾਂ ਦਾ ਹੱਕ ਵੀ ਖਾ ਜਾਂਦੇ ਨੇ। ਇਹ ਬੜੇ ਬੜੇ ਕਸਮ ਜਿਹੜੇ ਅਮੀਰ ਲੋਕ ਹੁੰਦੇ ਨੇ, ਅਕਸਰ ਇਹ ਲੋਕ ਕੀ ਕਰਦੇ ਆ ਕਿ ਲੋਕਾਂ ਦਾ ਪੈਸਾ ਖੋਹ ਕੇ ਇਕੱਠਾ ਕਰ ਲੈਂਦੇ ਨੇ, ਫਿਰ ਉਸ ਪੈਸੇ ਤੇ ਸੁੱਖ ਭਾਲਦੇ ਨੇ। ਉਹ ਤੇ ਸੁੱਖ ਨਹੀਂ ਆ। ਬਾਣੀ ਚ ਉਹ ਸਮਝਾਇਆ। ਬਾਣੀ ਫਿਰ ਕਹਿੰਦੀ ਹੈ ਸਰਬ ਜਗਤ ਕਾ ਰਾਜਾ ਦੁਖੀਆ। ਉਹਨਾਂ ਨੂੰ ਪਤਾ ਸੀ ਕਿ ਰਾਜਾ ਕਿੱਥੋਂ ਬਣ ਗਿਆ, ਇਹਨੇ ਤੇ ਕੰਮ ਹੀ ਨਹੀਂ ਕੀਤਾ, ਕਿੱਥੋਂ ਪੈਸਾ ਆਇਆ। ਪਿਛਲੇ ਜਨਮ ਦੀ ਕਮਾਈ ਸੀ, ਪਿਛਲੇ ਜਨਮ ਦੇ ਚੰਗੇ ਪੁੰਨ ਸੀਗੇ। ਹਾਂ, ਨਿੱਜਰ ਸਾਹਿਬ ਕਈ ਇੱਥੇ ਵੀ ਹੈਗੇ ਨੇ। ਹੁਣ ਵੇਖੋ, ਕਈ ਲੋਕ ਉਹਨਾਂ ਦੇ ਘਰ ਥੋੜਾ ਜਿਹਾ ਉਹਨਾਂ ਨੂੰ ਪਾਵਰ ਮਿਲਦੀ ਹੈ ਤੇ ਕਿੱਦਾਂ ਗਲਤ ਤਰੀਕੇ ਨਾਲ ਪੈਸਾ ਕਰ ਲੈ ਆਉਂਦੇ ਨੇ, ਪਰ ਉਹ ਪੈਸਾ ਸੁੱਖ ਨਹੀਂ ਦੇਵੇਗਾ ਨਾ ਉਹਨਾਂ ਨੂੰ। ਬਿਲਕੁਲ ਸਹੀ ਹੈ। ਔਖਾ ਕੰਮ। ਠੀਕ ਹੈ, ਪ੍ਰਕਿਰਤੀ ਏਦਾਂ ਜੇ ਸੁਖੀ ਹੋਵੇ ਤਾਂ ਸਾਰੀ ਦੁਨੀਆ ਸੁਖੀ ਹੋ ਜਾਂਦੀ। ਨਹੀਂ, ਅਮਰੀਕਾ ਨੇ ਜੇ ਗਲਤ ਤਰੀਕੇ ਨਾਲ ਪੈਸਾ ਖੜਿਆ, ਅਮਰੀਕਾ 'ਚ ਵੇਖੋ ਕਿੰਨੇ ਲੋਕ ਮਾਨਸਿਕ ਬਿਮਾਰ ਨੇ। ਇੱਕ ਘਰ ਤੋਂ ਦੂਜੇ ਘਰ ਤੋਂ, ਇੱਕ ਜਨਾਨੀ ਤੋਂ ਦੂਜੀ ਘਰ, ਇੱਕ ਬੰਦਾ ਦੂਜੀ ਜਨਾਨੀ ਨੂੰ ਚੱਲ ਜਾਂਦਾ ਹੈ। ਇਸੇ ਤਰ੍ਹਾਂ ਦੁਨੀਆ ਤੁਰੀ ਫਿਰਦੀ ਉੱਥੇ। ਬਹੁਤ ਮਤਲਬ ਨਾ ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ। ਅਸਲ ਦੇ ਵਿੱਚ ਉਹਨਾਂ ਕੋਲ ਪੈਸਾ ਸਹੀ ਨਹੀਂ ਆ। ਇਹ ਨਾਈਜੀਰੀਆ, ਨਜੂਰੀਆ, ਗਰੀਬ ਕੰਟਰੀਆਂ ਦਾ ਉਹ ਚੋਰੀ ਕਰ ਲੈਂਦੇ ਨੇ ਤੇਲ। ਫਿਰ ਉਹ ਇਹ ਬਹੁਤ ਕੁਛ ਹੈਗਾ। ਜੇ ਕੋਈ ਦੇਸ਼ ਵੀ ਏਦਾਂ ਦਾ ਕੰਮ ਕਰਦਾ ਹੈ ਤੇ ਦੇਸ਼ ਨੇ ਵੀ ਖਤਮ ਹੋ ਜਾਣਾ। ਉਹਦੀ ਸ਼ਾਂਤੀ ਨੇ ਖਤਮ ਹੋ ਜਾਣਾ। ਕਹਿਣ ਤੋਂ ਭਾਵ ਦੇਸ਼ ਨੇ ਖਤਮ ਹੋ ਜਾਣਾ, ਮਤਲਬ ਉੱਥੇ ਸ਼ਾਂਤੀ ਨਹੀਂ ਰਹੇਗੀ ਜਦੋਂ ਕੋਈ ਏਦਾਂ ਦਾ ਕੰਮ ਕਰਦਾ। ਪ੍ਰਕਿਰਤੀ ਦੇ ਨਾਲ ਚੱਲਣ ਦਾ ਮਤਲਬ ਹੈ ਕਿ ਤੁਹਾਨੂੰ ਪਤਾ ਹੈ ਕੀ ਸਹੀ ਤੇ ਕੀ ਗਲਤ ਆ। ਤੇ ਜਿਹੜਾ ਪ੍ਰਕਿਰਤੀ ਦੇ ਵਿਰੁੱਧ ਆ, ਉਹਨੂੰ ਇਹ ਪਤਾ ਵਾ ਕਿ ਤੇਰਾ ਸੁੱਖ ਕਿੱਥੇ ਆ। ਉਹ ਨਹੀਂ ਪਰਵਾਹ ਕਰਦਾ। ਉਹ ਆਪਣੀ ਮਰਜ਼ੀ ਨਾਲ ਚੱਲੇਗਾ। ਇੱਕ ਚੀਜ਼ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੇ ਮਨ ਦੀ ਖੁਰਾਕ ਕੁਝ ਹੋਰ ਜੇ ਤੇ ਤੁਹਾਡੇ ਤਨ ਦੀ ਖੁਰਾਕ ਕੁਝ ਹੋਰ ਜੇ। ਠੀਕ ਹੈ, ਤੁਹਾਡੇ ਮਨ ਦੀ ਖੁਰਾਕ ਕੁਝ ਹੋ ਰਿਹਾ ਤੇ ਤੁਹਾਡੇ ਤਨ ਦੀ ਖੁਰਾਕ ਹੋ ਰਿਹਾ। ਜਦੋਂ ਲੋੜ ਪਈ ਤੇ ਤੁਹਾਡੇ ਤਨ ਦੀ ਖੁਰਾਕ ਆ, ਭਾਵੇਂ ਤੁਹਾਨੂੰ ਕਿਸੇ ਵੀ ਤਰੀਕੇ 'ਚ ਉਹ ਚੀਜ਼ਾਂ, ਪ੍ਰੋਟੀਨ ਚਾਹੀਦੇ ਨੇ, ਵਿਟਾਮਿਨ ਚਾਹੀਦੇ ਨੇ, ਉਹ ਤੁਹਾਨੂੰ ਚਾਹੇ ਮੈਡੀਸਨ ਦੇ ਰਾਹੀਂ ਉਹ ਤੁਹਾਨੂੰ ਲੈਣੇ ਪੈਣਗੇ। ਨਿੱਜਰ ਸਾਹਿਬ ਬਿਲਕੁਲ। ਉੱਥੇ ਤੁਸੀਂ ਨਹੀਂ ਸੋਚ ਸਕਦੇ ਕਿ ਆਹ ਨਹੀਂ ਖਾਣਾ ਤੇ ਆਹ ਨਹੀਂ ਖਾਣਾ। ਉਦੋਂ ਤੁਹਾਡੇ ਜੀਵਨ ਦਾ ਸਰਵਾਈਵਲ ਸਭ ਤੋਂ ਇੰਪੋਰਟੈਂਟ ਹੈ। ਤਨ ਨੂੰ ਵੀ ਜਿੰਦਾ ਰੱਖਣਾ ਬਹੁਤ ਇੰਪੋਰਟੈਂਟ ਹੈ। ਤੁਹਾਡਾ ਧਰਮ ਹੈ। ਹੁਣ ਤੁਹਾਡੇ ਘਰ 'ਚ ਸੱਪ ਆ ਗਿਆ, ਮੰਨ ਲਓ, ਮੈਂ ਪਹਿਲਾਂ ਵੀ ਦੱਸਿਆ ਸੀ ਇੱਕ ਵਾਰੀ, ਸੱਪ ਘਰ 'ਚ ਆ ਕੇ ਬਹਿ ਗਿਆ। ਰਾਤ ਦਾ ਟਾਈਮ ਹੈ, ਤੁਸੀਂ ਸੱਪ ਨੂੰ ਬਾਹਰ ਨਹੀਂ ਕੱਢ ਸਕਦੇ। ਅੰਦਰ ਵੜ ਗਿਆ, ਖਤਰਾ ਹੈ। ਸੱਪ ਨੂੰ ਮਾਰਨ ਦਾ ਪਾਪ ਜ਼ਰੂਰ ਲੱਗਣਾ। ਇਹ ਚੀਜ਼ ਆਪ ਪਲੀਜ਼ ਸਮਝੋ। ਪਰ ਉਹ ਉਸ ਟਾਈਮ ਤੇ ਕੋਈ ਹੋਰ ਚਾਂਸ ਨਹੀਂ ਹੈਗਾ। ਤੁਸੀਂ ਆਪਣੇ ਆਪ ਨੂੰ ਜਿੰਦਾ ਰੱਖਣ ਦੇ ਲਈ ਤੁਸੀਂ ਤੁਹਾਨੂੰ ਕੰਮ ਕਰਨਾ ਪਊਗਾ। ਮੱਛਰਾਂ ਨੂੰ, ਮੱਖੀਆਂ ਨੂੰ ਆਪਾਂ ਮਾਰਦੇ ਹਾਂ ਨਾ, ਉਹ ਕੇਵਲ ਆਪਣੇ ਆਪ ਦੀ ਮਤਲਬ ਖੁਸ਼ੀ ਨਾਲ ਨਹੀਂ ਮਾਰ ਰਹੇ ਆ। ਸਾਨੂੰ ਸਰਵਾਈਵਲ ਚਾਹੀਦਾ ਹੈ। ਸਾਨੂੰ ਉਹਨਾਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਪੈਣਾ। ਤੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਹ ਸਾਰੀਆਂ ਧਾਰਮਿਕ ਗ੍ਰੰਥਾਂ 'ਚ ਬੜੀਆਂ ਕਲੀਅਰਲੀ ਲਿਖੀਆਂ ਨੇ ਸਾਨੂੰ ਸਮਝਾਉਣ ਦੇ ਲਈ ਕਿ ਤੁਸੀਂ ਜ਼ਿਆਦਾ ਕਨਫਿਊਜ਼ ਨਾ ਹੋ ਜਾਓ। ਮਨ ਦੀ ਖੁਰਾਕ ਕੀ ਹੈ? ਮਨ ਦੀ ਖੁਰਾਕ ਇਹ ਆ, ਮਨ ਦੇ ਅੰਦਰ ਔਗਣ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਮਨ ਨੂੰ ਇਹਨਾਂ ਤੋਂ ਮੁਕਤ ਕਰਨ ਦੇ ਲਈ ਇਹਨੂੰ ਧਿਆਨ ਸਿਮਰਨ ਚਾਹੀਦਾ ਹੈ। ਜੇਕਰ ਤੁਹਾਡਾ ਮਨ ਅਸ਼ਾਂਤ ਹੈ ਨਾ, ਤੇ ਤੁਹਾਨੂੰ ਸੰਸਾਰ ਦੇ ਵਿੱਚ ਅਸ਼ਾਂਤੀ ਨਜ਼ਰ ਆਵੇਗੀ। ਜੇਕਰ ਤੁਸੀਂ ਸ਼ਾਂਤ ਹੋਗੇ ਤੇ ਤੁਹਾਨੂੰ ਸੰਸਾਰ ਦੇ ਅੰਦਰ ਸ਼ਾਂਤੀ ਨਜ਼ਰ ਆਵੇਗੀ। ਇਹ ਸ਼ਾਂਤੀ ਅਸ਼ਾਂਤੀ ਇਹ ਜਿਹੜੀ ਹੈ, ਇਹ ਬੰਦਾ ਆਪਣੇ ਹੱਥੀਂ ਹੀ ਬੰਦਾ ਆਪਣੇ ਜੀਵਨ ਨੂੰ
ਇਹਨਾਂ ਦੋਨਾਂ ਦਿਸ਼ਾਵਾਂ ਦੇ ਵਿੱਚ ਲੈ ਕੇ ਜਾਂਦਾ ਹੈ। ਤੋ ਜਿੱਦਾਂ ਇੱਕ ਮਾਂ ਤੇ ਪਿਓ ਦੋ ਬੱਚੇ ਦੇ ਗੁਰੂ ਹੁੰਦੇ ਆ, ਠੀਕ ਹੈ। ਮਾਂ ਦਾ ਗਿਆਨ ਇੱਕ ਅਲੱਗ ਕਿਸਮ ਦਾ ਗਿਆਨ ਹੈ, ਪਿਓ ਦਾ ਗਿਆਨ ਇੱਕ ਅਲੱਗ ਕਿਸਮ ਦਾ ਗਿਆਨ ਹੈ। ਦੇਖੋ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਮਾਂ ਬੱਚੇ ਨੂੰ ਸਿਖਾਉਂਦੀ ਹੈ ਘਰ 'ਚ ਕਿੱਦਾਂ ਵਿਚਰਨਾ ਹੈ, ਪਰਿਵਾਰ ਨੂੰ ਕਿੱਦਾਂ ਚਲਾਉਣਾ ਹੈ, ਇਕਨੋਮਿਕਲੀ। ਜਿਹੜਾ ਹੋਮ ਮਿਨਿਸਟਰ ਮਾਂ ਹੁੰਦੀ ਆ ਤੇ ਫਾਦਰ ਹੁੰਦਾ ਬਾਹਰ ਦਾ ਸਿਸਟਮ, ਸੰਸਾਰ 'ਚ ਕਿੱਦਾਂ ਵਿਚਰਨਾ ਹੈ। ਇਹ ਦੋਨੋਂ ਬਹੁਤ ਜ਼ਰੂਰੀ ਆ। ਜੇਕਰ ਬੱਚੇ ਦੇ ਜੀਵਨ ਤੇ ਉੱਪਰ ਕੱਲੀ ਮਾਂ ਦਾ ਪ੍ਰਭਾਵ ਹੈ ਤੇ ਬੱਚਾ ਬਹੁਤਾ ਕਾਮਯਾਬ ਨਹੀਂ ਹੋਊਗਾ। ਨਿੱਜਰ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਇਹ ਲੌਜੀਕਲੀ ਚੀਜ਼ਾਂ ਹੁੰਦੀਆਂ ਨੇ। ਇਹਨਾਂ ਚੀਜ਼ਾਂ ਨੂੰ ਸਾਇੰਸ ਨੇ ਇੰਪਰੂਵ ਕੀਤਾ ਵਾ, ਤੁਸੀਂ ਵੀ ਇਹ ਚੀਜ਼ ਨੂੰ ਸਮਝੋ। ਜੇਕਰ ਕੱਲਾ ਪਿਓ ਭਾਰੂ ਹੋ ਗਿਆ ਮਾਂ ਦੇ ਉੱਤੇ, ਬੱਚੇ ਦੇ ਉੱਤੇ, ਮਾਂ ਦਾ ਪੱਖ ਕਮਜ਼ੋਰ ਰਹਿ ਗਿਆ, ਤਾਂ ਵੀ ਬੱਚਾ ਕਾਮਯਾਬ ਨਹੀਂ ਹੋਣਾ। ਬਿਲਕੁਲ, ਕਿਉਂਕਿ ਉਹ ਇੱਕ ਅਲੱਗ ਚੀਜ਼ ਸਿੱਖ ਲਈ ਉਹਨੇ, ਉਹਦੇ 'ਚ ਮਮਤਾ ਨਹੀਂ ਹੈਗੀ ਬੱਚੇ 'ਚ। ਮਮਤਾ ਵੀ ਜ਼ਰੂਰੀ ਆ, ਲੌਜਿਕ ਵੀ ਜ਼ਰੂਰੀ ਆ। ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਨਾ ਜ਼ਰੂਰੀ ਹੈ। ਦੇਖੋ ਇਹ ਜਦ ਤੱਕ ਆਪਾਂ ਬੈਲੈਂਸ ਨਹੀਂ ਕਰਦੇ ਆਪਾਂ ਤੁਰ ਨਹੀਂ ਸਕਦੇ। ਤੁਹਾਡੀਆਂ ਦੋਨੋਂ ਲੱਤਾਂ ਨਾ ਜੇ ਬੋਡੀ ਨੂੰ ਬੈਲੈਂਸ ਕਰਦੀਆਂ ਤੋ थोड़ा बिजी हो गए। ਹਾਂਜੀ ਨਿੱਜਰ ਸਾਹਿਬ, ਮੈਡਮ ਭਾਂਡੇ ਖੜਕਾਈ ਜਾਂਦੀ, ਮੈਂ ਉਹਨੂੰ ਕਹਿੰਦਾ ਕਿ ਕਿੰਨੀ ਕੁ ਭਾਂਡੇ ਹੈ ਇੱਥੇ, ਬੜਾ ਭਾਈ ਗਿਆ ਦਾ ਲੰਗਰ ਪੱਕਿਆ। ਨਹੀਂ ਨਹੀਂ, ਕੋਈ ਨਹੀਂ ਕੋਈ ਨਹੀਂ। ਉਹ ਜਦੋਂ ਲੈ ਚ ਆ ਜਾਂਦੀ ਉਹ ਵੀ ਨਹੀਂ ਕਿਸੇ ਸੁਣਦੀ। ਉਹ ਕਹਿਣ ਤੋਂ ਭਾਵ ਹੈ ਉਹਨੇ ਆਪਣਾ ਕੰਮ ਖਤਮ ਕਰਨਾ ਹੈ। ਮੈਂ ਵੀ ਇੱਥੇ ਆਪਣੇ ਕੰਮ 'ਚ ਲੱਗਾ ਹਾਂ। ਹਰ ਕੋਈ ਬੰਦੇ ਕੋਲ ਡਿਊਟੀ ਹੈ। ਅੱਛਾ, ਇੱਥੇ ਪਤਾ ਕੀ ਆ, ਮਾਂ ਦਾ ਗਿਆਨ ਬਹੁਤ ਜ਼ਰੂਰੀ ਹੈ ਤੇ ਪਿਓ ਦਾ ਗਿਆਨ ਬਹੁਤ ਜ਼ਰੂਰੀ ਹੈ। ਇਹ ਜੇਕਰ ਮੁਕੰਮਲ ਬੱਚਾ ਬਣਨਾ ਚਾਹੁੰਦਾ ਹੈ ਉਹਨੂੰ ਦੋਨਾਂ ਨੂੰ ਹੀ ਸੁਣਨਾ ਪਊਗਾ। ਸੰਸਾਰ ਦਾ ਗਿਆਨ ਇੱਕ ਅਲੱਗ ਚੀਜ਼ ਹੈ। ਜਿਹੜੇ ਬੱਚੇ ਆਪਣੇ ਪਿਓ ਤੋਂ ਗਿਆਨ ਨਹੀਂ ਪ੍ਰਾਪਤ ਕਰਦੇ ਉਹ ਇੱਕ ਚੰਗਾ ਪਿਓ ਨਹੀਂ ਬਣ ਸਕਦੇ। ਦੇਖੋ ਪਤਾ ਕੀ ਹੁੰਦਾ ਵਾ, ਬੰਦਾ ਇਹ ਸੋਚਦਾ ਹੈ ਕਿ ਮੇਰੇ ਪਿਓ 'ਚ ਆਹ ਕਮੀ, ਮੇਰੇ ਆਹ ਕਮੀ। ਏਦਾਂ ਦਾ ਸੰਸਾਰ ਤੇ ਕੋਈ ਵੀ ਬੰਦਾ ਨਹੀਂ ਹੁੰਦਾ ਜਿਹਦੇ ਵਿੱਚ ਗੁਣ ਨਾ ਹੋਣ। ਹਰ ਇੱਕ ਇਨਸਾਨ ਨੂੰ, ਕਿ ਜਾਨਵਰ ਨੂੰ ਵੀ ਰੱਬ ਨੇ, ਪਰਿੰਦੇ ਨੂੰ ਵੀ ਗੁਣ ਦਿੱਤਾ। ਪਰ ਇਹ ਆ ਕਿ ਸਾਡੀ ਵੇਖਣ ਦਾ ਦ੍ਰਿਸ਼ਟੀਕੋਣ ਕੀ ਹੈ, ਅਸੀਂ ਕਿੱਦਾਂ ਵੇਖਦੇ ਹਾਂ। ਨਿੱਜਰ ਸਾਹਿਬ, ਮੇਰੀ ਆਵਾਜ਼ ਤੁਹਾਡੇ ਬਾਉਂਸ ਨਹੀਂ ਹੁੰਦੀ ਦਿਲਾਂ ਦਾ? ਨਹੀਂ ਨਹੀਂ, ਮੇਰੇ ਕੋਲ ਤਾਂ ਨਹੀਂ ਹੋ ਰਹੀ ਬਾਉਂਸ। ਮੈਂ ਫਿਰ ਆਪਣਾ ਮਾਈਕ ਬੰਦ ਕਰ ਦੇਣਾ, ਫਿਰ ਮੈਂ ਖੋਲ ਲੂੰਗਾ ਬਾਅਦ ਵਿੱਚ। ਕੋਈ ਗੱਲ ਨਹੀਂ, ਚੱਲਣ ਤੋਂ ਬਿਨਾਂ ਹੋ ਗਿਆ, ਮੇਰਾ ਕੰਮ ਪੂਰਾ ਹੋ ਗਿਆ। ਹਾਂਜੀ ਹਾਂਜੀ। ਇੱਥੇ ਦੇਖੋ, ਸੰਸਾਰ ਤੋਂ ਭੱਜਣਾ ਨਹੀਂ ਹੈ, ਨਾ ਸੰਸਾਰ 'ਚ ਖੁੱਭਣਾ ਹੈ। ਬੈਲੈਂਸ ਕਰਕੇ ਚੱਲੋਗੇ। ਜਿੱਦਾਂ ਰੱਸੀ ਤੇ ਬੰਦਾ ਤੁਰਦਾ ਹੈ ਨਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਉਹ ਤੋਂ ਹੱਥ ਡੰਡਾ ਹੁੰਦਾ, ਉਹ ਡੰਡੇ ਦੇ ਬੇਸ ਤੇ ਆਪਣਾ ਉਹ ਜਿਹੜਾ ਬੈਲੈਂਸ ਕਰਦਾ। ਤੁਹਾਡੇ ਕੋਲ ਗਿਆਨ ਚਾਹੀਦਾ। ਦੇਖੋ ਸੰਸਾਰ ਦੇ ਵਿੱਚ ਜਿਹੜਾ ਪ੍ਰਕਿਰਤੀ 'ਚ ਆਪਾਂ ਚੱਲਣਾ ਹੈ, ਉਹਦਾ ਮਤਲਬ ਇਹੋ ਹੀ ਆ ਕਿ ਪ੍ਰਕਿਰਤੀ ਤੇ ਅਟੈਕ ਨਹੀਂ ਕਰਨਾ। ਤੁਸੀਂ ਨਹੀਂ ਕਰ ਸਕਦੇ ਅਟੈਕ, ਫਾਉਲ ਹੈਗਾ ਨਿੱਜਰ ਸਾਹਿਬ। ਹਾਂਜੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਉੱਥੇ ਧਰਮ ਹੈਗਾ ਵਾ। ਤੁਸੀਂ ਫਾਉਲ ਕਰੋਗੇ ਤੇ ਕੀ ਹੋਊਗਾ? ਤੁਹਾਨੂੰ ਕੱਢ ਦੇਣਾ ਨੇ ਬਾਹਰ। ਬਿਲਕੁਲ। ਪਾਣੀ ਦੀ ਕਹਿੰਦੀ ਜਾਨਤ ਵੀ ਔਗਣ ਕਰੇ। ਜਦੋਂ ਬੰਦੇ ਨੂੰ ਪਤਾ ਹੈ ਕਿ ਮੈਂ ਫਾਉਲ ਹੈਗਾ, ਮੈਂ ਫਾਉਲ ਕਰ ਰਿਹਾ, ਤੇ ਪ੍ਰਕਿਰਤੀ ਛੱਡੂਗੀ ਉਹਨੂੰ? ਦੱਸੋ ਮੈਨੂੰ। ਏਦਾਂ ਕਿਉਂ ਸੋਚਦੇ ਹਾਂ ਆਪਾਂ? ਤੁਸੀਂ ਧੱਕਾ ਕਰਕੇ ਲੰਘ ਜਾਓਗੇ? ਨਹੀਂ ਲੰਘ ਸਕਦੇ ਤੁਸੀਂ। ਬਹੁਤ ਕੰਪਲੀਕੇਟਡ ਚੀਜ਼ ਹੈ, ਇਹ ਮਜ਼ਾਕ ਨਹੀਂ ਹੈਗਾ। ਨਹੀਂ ਕਰੋਗੇ ਸਹੀ ਤਰੀਕੇ ਨਾਲ ਗੇਮ ਪਲੇ ਤੇ ਤੁਸੀਂ ਇਹ ਸੰਸਾਰ 'ਚ ਹੀ ਰਹਿ ਜਾਣਾ ਵਾ। ਘੁੰਮੀ ਜਾਓ ਅਨੰਤ ਜਨਮ, ਪਤਾ ਹੀ ਨਹੀਂ ਕਿੰਨੇ ਜਨਮ ਲੱਗ ਜਾਣੇ ਆ। ਇਹ ਜਿਹੜੇ ਗੁਰੂ ਨੇ, ਆ ਜਿਹੜੇ ਬ੍ਰਹਮ ਗਿਆਨੀ ਨੇ, ਇਹ ਐਵੇਂ ਨਹੀਂ ਰੌਲਾ ਪਾਉਂਦੇ। ਉਹਨਾਂ ਨੇ ਉਸ ਤੱਤ ਨੂੰ ਜਾਣਿਆ, ਉਹ ਜਾਣ ਕੇ ਫਿਰ ਉਹਦਾ ਜੀਵਨ ਬਤੀਤ ਕੀਤਾ, ਬੜਾ ਸੁਥਰਾ ਜੀਵਨ। ਔਰ ਜਿਵੇਂ ਬੰਦਾ ਸਿਆਣਾ ਹੋ ਜਾਂਦਾ ਨਾ, ਉਹ ਹੌਲੀ ਚੱਲਦਾ। ਉਹਨੂੰ ਪਤਾ ਲੱਗ ਜਾਂਦਾ ਖਤਰਾ ਕੀ ਹੈ। ਇੱਕ ਮੂਰਖ ਬੰਦਾ ਗੱਡੀ ਭਜਾਉਂਦਾ, ਕਿਉਂ ਭਜਾਉਂਦਾ? ਉਹਨੂੰ ਪਤਾ ਨਹੀਂ ਅਜੇ। ਜਿਹਨੇ 2-3 ਠੋਕਰਾਂ ਖਾਧੀਆਂ ਨੇ ਉਹਨੂੰ ਅਕਲ ਆਈ ਹੁੰਦੀ, ਉਹਨੂੰ ਪਤਾ ਹੈ ਤੇ ਬੜੀ ਖਤਰਨਾਕ ਚੀਜ਼ ਹੈ। ਮਾੜੀ ਜਿਹੀ ਗੱਡੀ ਇੱਧਰ ਉੱਧਰ ਹੋ ਗਈ ਨਾ, ਪਤਾ ਨਹੀਂ ਕੀ ਹੋ ਜਾਣਾ। ਤੋ ਇਹ ਜਿਹੜੀ ਗੇਮ ਹੈ, ਇਹ ਬੜੀ ਸੀਰੀਅਸ ਗੇਮ ਹੈ। ਤੁਸੀਂ ਪ੍ਰਕਿਰਤੀ ਤੇ ਅਟੈਕ ਨਹੀਂ ਕਰ ਸਕਦੇ, ਪ੍ਰਕਿਰਤੀ ਦੇ ਕਾਨੂੰਨ ਨਹੀਂ ਤੋੜ ਸਕਦੇ। ਜੇ ਤੁਸੀਂ ਤੋੜਨ ਦੀ ਕੋਸ਼ਿਸ਼ ਕੀਤੀ ਨਾ,
ਤੇ ਉਹ ਇੱਕ ਐਸਾ ਨਾ ਤੁਹਾਡੇ ਨਾਲ ਇੱਕ ਵੈਕਿਊਮ ਬਣ ਜਾਣਾ, ਤੁਸੀਂ ਬੁਰਾਈ ਨੂੰ ਅਟਰੈਕਟ ਕਰਨ ਲੱਗ ਪੈਣਾ। ਮਾਇਆਧਾਰੀ ਅੱਤ ਅੰਨਾ ਬੋਲਾ, ਬਾਣੀ ਖੁਦ ਕਹਿੰਦੀ ਆ ਇਹ ਚੀਜ਼ ਬਿਲਕੁਲ ਸੱਚ ਆ। ਇੱਕ ਬੰਦਾ ਜਦੋਂ ਗਲਤ ਤਰੀਕੇ ਨਾਲ ਧਨ ਨੂੰ ਕਲੈਕਟ ਕਰਦਾ ਹੈ, ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦਾ ਹੈ, ਉਸ ਇਨਸਾਨ ਦੇ ਕੋਲ ਬੁਰਾਈ ਆਪਣੇ ਆਪ ਖਿੱਚੀ ਆਉਂਦੀ ਆ। ਉਹ ਬੰਦਾ ਇੱਕ ਨਾ ਜਿੱਦਾਂ ਤੁਸੀਂ ਵੇਖੋ ਨਾ, ਨਹਿਰ ਚੋਂ ਜਾਂ ਵੱਡੇ ਬੱਚੇ ਚੋਂ ਪਾਣੀ ਦਾ ਇੱਕ ਜੱਗ ਕੱਢੋਗੇ ਤੇ ਉਹ ਜਦੋਂ ਪਾਣੀ ਜੱਗ ਕੱਢਿਆ ਨਾਲ ਹੀ ਹੋਰ ਪਾਣੀ ਉੱਥੇ ਆ ਜਾਣਾ, ਵੈਕਿਊਮ ਬਣ ਜਾਂਦਾ ਹੈ। ਤੁਸੀਂ ਪ੍ਰਕਿਰਤੀ ਦੇ ਸਾਹਮਣੇ ਕਾਨੂੰਨ 'ਚ ਹੈਲਪ ਕਰੋ, ਤੁਸੀਂ ਲੋਕਾਂ ਦੀ ਮਦਦ ਕਰੋਗੇ, ਪ੍ਰਕਿਰਤੀ ਤੁਹਾਨੂੰ ਚੰਗੇ ਪਾਸੇ ਲਾ ਦਿੰਦੀ ਆ। ਜੇ ਤੁਸੀਂ ਮਾੜਾ ਪੱਲਾ ਸਿਲੈਕਟ ਕਰ ਲਿਆ, ਮਾੜੀ ਸਾਈਡ ਵੱਲ ਤੁਰਨਾ ਸ਼ੁਰੂ ਕਰਤਾ, ਤੇ ਵੇਖੋ ਤੁਹਾਡੇ ਜੀਵਨ 'ਚ ਕਿੰਨੀ ਠੋਕ ਕੇ ਬੁਰਾਈ ਆਉਂਦੀ ਹੈ। ਨਿੱਜਰ ਸਾਹਿਬ ਇਹ ਸੱਚ ਹੈ, ਬਿਲਕੁਲ ਸਹੀ ਗੱਲ ਹੈ। ਬਿਲਕੁਲ ਜੋ ਆਪਾਂ, ਕਿਉਂਕਿ ਜਿਹੜਾ ਹੈਗਾ ਜੋ ਵੀ ਆਪਾਂ ਕਰਾਂਗੇ, ਦੇਖੋ ਆਪਾਂ ਖੇਤ ਸਰੀਰ ਦੇ ਵਿੱਚ ਜੋ ਬੀਜ ਰਹੇ, ਜੇ ਬੁਰਾਈ ਬੀਜਾਂਗੇ, ਬੁਰਾਈ ਵੱਲ ਨੂੰ ਆਪਾਂ ਗਤੀ ਕਰ ਰਹੇ ਹਾਂ, ਤੇ ਆਪਣੇ ਅੰਦਰ ਬੁਰਾਈ ਦੀਆਂ ਲੀਹਾਂ ਬਣ ਜਾਣੀਆਂ, ਸੰਸਕਾਰ ਬਣ ਜਾਣੇ, ਉਹਨਾਂ ਨੇ ਫਿਰ ਬੁਰਾਈ ਵੱਲ ਨੂੰ ਹੀ ਆਪਾਂ ਨੂੰ ਬਾਰ-ਬਾਰ ਪ੍ਰੇਰਿਤ ਕਰਨਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਇੱਥੇ ਚੀਜ਼ ਨੂੰ ਆਪਾਂ ਫਿਰ ਵਿਚਾਰ ਕਰਨਾ ਹੈ। ਦੇਖੋ ਕਥਾ ਜਿਹੜੀ ਕਹਾਣੀਆਂ ਕਰਦੇ ਨਾ, ਅਸਲ ਦੇ ਵਿੱਚ ਇਹ ਕੇਵਲ ਤੁਹਾਨੂੰ ਟਿਊਸ਼ਨ ਹੈ, ਇਸ ਤੋਂ ਵੱਧ ਕੁਛ ਨਹੀਂ ਜੀ ਹੈਗੀ। ਗਿਆਨ ਜਿਹੜਾ ਤੁਹਾਨੂੰ ਕੇਵਲ ਇੱਥੇ ਇੰਨਾ ਦਿੱਤਾ ਜਾ ਰਿਹਾ ਹੈ। ਟਿਊਸ਼ਨ ਦਾ ਮਤਲਬ ਕੀ ਹੈ? 2-4 ਸਵਾਲ ਹੱਲ ਕਰ ਦਈਦੇ ਨੇ, ਉਹ ਪੁਰਾਣੇ ਸਵਾਲ ਕੱਢ ਕੇ, ਪਰ ਅਸਲੀ ਐਗਜ਼ਾਮ ਤੁਹਾਡਾ ਜੀਵਨ ਹੈ। ਬਿਲਕੁਲ ਤੁਹਾਨੂੰ ਫਿਰ ਮਿਲ ਜਾਣੀ, ਤੁਸੀਂ ਸ਼ੁਰੂ ਹੋ ਜਾਓ। ਟਿਊਸ਼ਨ ਪੜ੍ਹਿਆ ਵੀ ਤੁਸੀਂ ਇਹ ਨਾ ਸੋਚ ਲਿਓ ਕਿ ਮੈਂ ਹੀ ਪਾਰ ਲੰਘ ਜਾਣਾ ਵਾ। ਉਹ ਕੇਵਲ ਤੁਹਾਨੂੰ ਲੈਸਨਸ, ਬੜੀ ਹੈਲਪ, ਬੜੀ ਆਊਟਸੋਰਸ ਹੈਲਪ। ਕੋਈ ਬੰਦਾ ਪੜ੍ਹਿਆ ਲਿਖਿਆ ਸੀ, ਥੋੜੇ ਜਿਹੇ ਤੋਂ ਮਦਦ ਲੈ ਲਈ ਬਸ। ਇਹ ਬ੍ਰਹਮ ਗਿਆਨੀਆਂ ਦਾ ਗਿਆਨ ਵੀ ਜਿਹੜਾ ਪੜ੍ਹਦੇ ਪਏ ਆ, ਕੇਵਲ ਆਪਣੀ ਹੈਲਪ ਆ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, 100% ਹੈ ਗੋਰਖੀ ਸਾਹਿਬ। ਕਿਉਂਕਿ ਜਿਹੜਾ ਹੈਗਾ ਆਪਾਂ ਨੂੰ ਅੱਗੇ ਜਿਹੜਾ ਹੈਗਾ ਮੈਚ ਆਪਾਂ ਨੂੰ ਖੇਡਣਾ ਪੈਣਾ ਹੈ, ਜੀਵਨ ਦੇ ਵਿੱਚ ਮੈਚ ਆਪਾਂ ਨੂੰ ਖੇਡਣਾ ਪੈਣਾ ਹੈ। ਇਹ ਤਾਂ 100% ਆ। ਪਲੀਜ਼ ਇਹ ਪੀਸ ਨੂੰ ਸਮਝੋ, ਪਰ ਲੋਕ ਏਦਾਂ ਨਹੀਂ ਮੰਨਦੇ, ਉਹ ਨਹੀਂ ਏਦਾਂ ਸੁਣਦੇ। ਤੁਸੀਂ ਵੇਖੋ ਤੁਹਾਡੇ ਘਰ 'ਚ ਵੀ ਗੁਟਕਾ ਸਾਹਿਬ ਪੜ੍ਹ ਕੇ ਲੋਕੀ ਪੜ੍ਹੀ ਜਾਂਦੇ ਆ, ਬਾਣੀ ਤੇ ਕਹਿੰਦੀ ਪੜ ਗੱਡੀ ਲੱਦੀ ਹੈ। ਹਾਂ, ਔਰ ਉਸੇ ਨੂੰ ਭਗਤੀ ਸਮਝਦੇ ਹਾਂ ਆਪਾਂ, ਉਸੇ ਨੂੰ ਭਗਤੀ ਸਮਝਦੇ ਹਾਂ। ਮੇਰੇ ਵਰਗਾ ਜਿਹੜਾ ਹੈਗਾ ਕਥਾ ਕਰਕੇ ਫੀਲਿੰਗ ਲਈ ਜਾਂਦਾ ਹੈ ਵੀ ਇਸੇ ਨੂੰ ਭਗਤੀ ਸਮਝਦਾ ਹੈ। ਕੋਈ ਜਿਹੜਾ ਹੈਗਾ ਜਿਹੜਾ ਹੈਗਾ ਕੀਰਤਨ ਸੁਣੀ ਜਾਂਦਾ ਹੈ, ਕੋਈ ਜਿਹੜਾ ਹੈਗਾ ਜਾ ਕੇ ਕਿਸੇ ਦੇ ਵਿਚਾਰ ਸੁਣੀ ਜਾਂਦਾ ਹੈ, ਕੋਈ ਐਸੇ ਨੂੰ ਜਿਹੜਾ ਕੋਈ ਨੈੱਟ ਦੇ ਉੱਤੇ ਇੱਧਰ ਉੱਧਰ ਦੇ ਜਿਹੜੇ ਵੀਡੀਓਜ਼ ਦੇਖੀ ਜਾਂਦੇ ਆ, ਵੇ ਬਈ ਫਲਾਨੇ ਦੀ ਕਥਾ ਹੈ, ਫਲਾਨੇ ਨੇ ਕਿਹਾ, ਇੱਥੇ ਕੀਰਤਨ ਦਰਬਾਰ ਹੈ, ਇੱਥੇ ਸਾਰੀ ਜਿਹੜੀ ਹੈਗੀ ਆ, ਇਹ ਸਿਰਫ ਜਿਹੜੀ ਹੈਗੀ ਫੀਲਿੰਗ ਹੈਗੀ ਭਾਈ। ਪ੍ਰੈਕਟੀਕਲ ਆਪਾਂ ਨੂੰ ਕਰਨਾ ਆ, ਅੱਗੇ ਯਾਤਰਾ ਹਾਲੇ ਬਾਕੀ ਹੈਗੀ। GPS ਦੇਖ ਕੇ ਗੱਲ ਬਣਨੀ ਨਹੀਂ ਆ। ਫੀਲਿੰਗ ਲਈ ਜਾਓ ਵੀ ਮੈਂ ਜਿਹੜਾ ਹੈ ਜਿਹੜਾ ਇਸ ਜਗ੍ਹਾ 'ਤੇ ਜਾਣਾ ਹੈ, ਪਹਾੜ ਦੇ ਉੱਤੇ, ਉੱਥੇ ਅੰਮ੍ਰਿਤ ਹੈ, ਉੱਥੇ ਪਿਆ ਆ, ਇੰਨੀ ਚੀਜ਼ਾਂ ਪਈਆਂ, ਖਾਲੀ ਉਹਦੀ ਕਲਪਨਾ ਕਰੀ ਜਾਓ, ਤੁਰੋ ਹੈ ਨਹੀਂ ਤੇ ਕਿਵੇਂ ਬਣ ਜਾਏਗੀ ਗੱਲ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਕਈ ਕਹਿੰਦੇ ਜੀ ਸਾਡੇ ਨਾਲ ਤੇ ਦੁਕਾਨ ਤੇ ਨਾ ਸਾਰਾ ਦਿਨ ਬਾਬਾ ਜੀ ਦਾ ਸ਼ਬਦ ਚੱਲਦਾ, ਬਾਣੀ ਉੱਥੇ ਹੀ ਰੋਕ ਦਿੰਦੀ ਹੈ, ਕਹਿੰਦੀ ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ ਆਚਾਰੀ ਬੁਰੀਆਂ, ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ। ਅੱਗੇ ਤੁਕ ਮੈਨੂੰ ਯਾਦ ਨਹੀਂ ਆ ਰਿਹਾ ਸਾਹਿਬ। ਉਹ ਸੁਣਾ ਦਿਓ ਤੁਕ। ਕਿਹੜੀ ਤੁਕ? ਬਾਹਰੋਂ ਚਿੱਟੜੀਆਂ ਜੀ। ਹਾਂ, ਬਾਹਰੋਂ ਚਿੱਟੜੀਆਂ, ਬਿਲਕੁਲ ਸਹੀ ਹੈ। ਹਾਂਜੀ ਕਿਹੜੀ ਜੀ? ਉਹ ਸੱਚੋਂ ਉਰੇ ਸਭ। हाँ, सच्चों उरे सबको ऊपर सच अचार, और फिर ਜਿਹੜਾ ਨਾਮ ਬਿਨਾ ਕੈਸੇ ਅਚਾਰ। ਕਹਿੰਦੇ ਕਿ ਸੱਚੋ ਉਰੇ ਸਭ ਕੁਝ, ਤੇ ਸੱਚ ਤੋਂ ਅੱਗੇ ਕੀ ਹੈ? ਅਚਾਰ। ਅਚਾਰ ਦਾ ਮਤਲਬ ਕੀ ਹੈ? ਪ੍ਰਕਿਰਤੀ ਦੇ ਅਧੀਨ ਚੱਲਣਾ। ਹਾਂ, ਰੂਟੀਨ ਤੁਹਾਡਾ ਐਕਚੁਅਲ ਜੀਵਨ ਕੀ ਹੈ, ਉਹਨੂੰ ਅਚਾਰ ਕਹਿੰਦੇ ਆ। ਤੁਸੀਂ ਧੱਕਾ ਨਹੀਂ ਕਰ ਸਕਦੇ। ਜਿੱਥੇ ਤੁਹਾਡਾ ਸਿਗਨਲ ਨਹੀਂ ਹੈ ਤੇ ਤੁਸੀਂ ਬੰਦੇ ਦੇ ਪੁੱਤ ਵਾਂਗੂ ਬ੍ਰੇਕ ਮਾਰ ਦੋ। ਫੋਰਸਫੁਲੀ ਤੁਸੀਂ ਕਰਤਾ ਧੱਕਾ, ਘਰ 'ਚ ਵੀ ਬੈਠੇ ਜੋ ਤੁਸੀਂ ਸੋਚਦੇ ਕਿ ਮੈਂ ਕਰਦਾ, ਆਈ ਐਮ ਇੰਚਾਰਜ। ਠੀਕ ਹੈ, ਤੁਸੀਂ ਇੰਚਾਰਜ ਜੋ, ਪੈਸੇ ਕਮਾਉਂਦੇ ਜੋ, ਪਰ ਤੁਸੀਂ ਧੱਕਾ ਨਹੀਂ ਕਰ ਸਕਦੇ। ਰਾਈਟ ਸਾਰਿਆਂ ਦੇ ਬਰਾਬਰ ਆ। ਪ੍ਰਕਿਰਤੀ ਇਹ ਚੀਜ਼ ਨੂੰ ਨਹੀਂ ਮੰਨਦੀ। ਤੁਸੀਂ ਪਿਓ ਜੋ ਮਰਜ਼ੀ ਆ, ਜਿੱਥੇ ਤੁਸੀਂ ਜੈਨੂਅਨਲੀ
ਉਹ ਚੀਜ਼ ਨੂੰ ਕਰ ਰਹੇ ਜੋ ਠੀਕ ਹੈ, ਪਰ ਜਿੱਥੇ ਅਨਜੈਨੂਅਨਲੀ ਤੁਸੀਂ ਗਲਤ ਤਰੀਕੇ ਨਾਲ ਕਿਤੇ ਕੁਝ ਵੀ ਕਰ ਰਹੇ ਜੋ, ਪ੍ਰਕਿਰਤੀ ਉਹਨੂੰ ਨਹੀਂ ਲਾਈਕ ਕਰਦੀ। ਪ੍ਰਕਿਰਤੀ ਸਮਝਦੀ ਹੈ ਈਗੋ ਆ, ਹੰਕਾਰ ਸਮਝਦੀ ਉਹਨੂੰ, ਮੈਂ ਹੁਣ ਇੱਥੇ ਇਹ ਚੀਜ਼ ਨੂੰ ਸਮਝੋ ਕਿ ਜਿਹੜਾ ਸੱਚ ਆ, ਸੱਚ ਤੋਂ ਉਰੇ ਆ, ਸੱਚ ਤੋਂ ਅੱਗੇ ਜਿਹੜਾ ਸੱਚ ਚਾਰ ਆ, ਤੇ ਚਾਰ ਜਿਹੜੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ ਤੁਹਾਡੇ ਜੀਵਨ 'ਚ ਨਹੀਂ ਆ ਸਕਦੇ। ਪਰ ਜਿੰਨਾ ਚਿਰ ਤੁਹਾਡੇ ਆਚਾਰ ਨਹੀਂ ਨਾ ਸਹੀ ਹੁੰਦੇ, ਉਹਨਾਂ ਚਿਰ ਤੁਸੀਂ ਨਾ ਇਸ ਸੰਸਾਰ ਤੋਂ ਨਿਕਲ ਵੀ ਨਹੀਂ ਸਕਦੇ। ਜਿੱਥੇ ਗਲਤ ਵੇਖੋ, ਗੇਮ 'ਚ ਵੇਖਿਆ ਨੀ, ਫੁੱਟਬਾਲ ਦੀ ਗੇਮ 'ਚ ਜਦੋਂ ਬੰਦਾ ਰੌਂਗ ਪਲੇ ਕਰਦਾ ਉਹਨੂੰ ਆਊਟ ਕਰ ਦਿੰਦੇ ਨਿਜਰ ਸਾਹਿਬ। ਬਿਲਕੁਲ, ਕਾਰਡ ਦਿਖਾ ਦਿੰਦੇ, ਯੈਲੋ ਕਾਰਡ ਤੇ ਪਤਾ ਨਹੀਂ ਕਿਹੜਾ ਰੈੱਡ ਕਾਰਡ। ਤੁਸੀਂ ਵੇਖਿਆ ਨੀ ਕਈ ਵਾਰੀ ਕਿੰਨੇ ਸਾਲ ਨੂੰ ਉਹਨੂੰ ਕਹਿੰਦੇ ਨੇ ਕਿ ਵੀ ਤੂੰ ਸਹੀ ਨਹੀਂ ਤਰੀਕੇ ਨਾਲ ਖੇਡਿਆ, ਬਣੀ ਗੜਬੜ ਕਰਦੀ, ਕੁਝ ਨਸ਼ਾ ਪੱਤਾ ਖਾਦਾ, ਜਿਹਨੂੰ ਕਹਿੰਦੇ ਗੇਮ 'ਚ 4-5 ਸਾਲ ਹੀ ਆਊਟ ਕਰ ਦੋ। ਕਿਉਂ? ਕਾਨੂੰਨ ਨੇ। ਇੱਕ ਛੋਟੀ ਜਿਹੀ ਗੇਮ ਉੱਥੇ ਕਾਨੂੰਨ ਹੈ। ਇੱਥੇ ਧਰਤੀ ਤੁਸੀਂ ਇੱਕ ਜੀਵ ਦੇ ਰੂਪ 'ਚ ਜੀਵਨ ਹੰਢਾਓਗੇ, ਆਪਣੀਆਂ ਡਿਊਟੀਆਂ ਤੋਂ ਭੱਜੋਗੇ, ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੋਗੇ, ਤੇ ਪ੍ਰਕਿਰਤੀ ਤੁਹਾਨੂੰ ਕਹੂਗੀ ਬੜਾ ਵਧੀਆ ਕੀਤਾ ਤੂੰ। ਨਹੀਂ। ਅੱਛਾ, ਇੱਥੇ ਪ੍ਰਕਿਰਤੀ ਨੂੰ ਮਤਲਬ ਇਹ ਹੈ ਕਿ ਤੁਹਾਡਾ ਜੀਵਨ ਦਾ ਚੱਜ, ਤੁਸੀਂ ਜੀਵਨ ਨੂੰ ਕਿੱਦਾਂ ਸਹੀ ਤਰੀਕੇ ਨਾਲ ਬਤੀਤ ਕਰਦੇ ਜੋ, ਉਹਨਾਂ ਤੁਹਾਡਾ ਜੀਵਨ ਸੌਖੀ। ਜਦੋਂ ਤੁਸੀਂ ਸਹੀ ਤਰੀਕੇ ਨਾਲ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ, ਮਨ ਤੁਹਾਡਾ ਆਪਣੇ ਆਪ ਹੀ ਸ਼ਾਂਤ ਹੋ ਜਾਣਾ। ਇਹ ਬੜਾ ਸਿੰਪਲ ਜਿਹਾ ਫਾਰਮੂਲਾ ਹੈ। ਇੱਕ ਫਿਰ ਇਹ ਤੋਂ ਅੱਗੇ ਜਦੋਂ ਤੁਸੀਂ ਪ੍ਰਕਿਰਤੀ ਦੇ ਅਧੀਨ ਆਪਣਾ ਕਾਰਜ ਕਰਨਾ ਸ਼ੁਰੂ ਕਰਤਾ, ਮਤਲਬ ਕਿ ਉਹਦੀ ਲੈਅ ਦੇ ਵਿੱਚ ਲੈ ਦੇਖੋ, ਹਾਰਮੋਨੀਅਮ ਨੂੰ ਜਦ ਤੱਕ ਤੁਸੀਂ ਟਿਊਨ ਨਹੀਂ ਨਾ ਕਰਦੇ, ਉਹ ਚੋਂ ਸੰਗੀਤ ਨਹੀਂ ਜੋ ਪੈਦਾ ਹੋਣਾ। ਸਭ ਤੋਂ ਪਹਿਲੀ ਰਿਕੁਆਇਰਮੈਂਟ ਆ ਤੁਹਾਡੇ ਆਚਾਰ। ਤੁਸੀਂ ਆਚਾਰਾਂ ਨੂੰ ਸਿੱਧਾ ਕੀਤਾ, ਉਸ ਤੋਂ ਬਾਅਦ ਫਿਰ ਅੱਗੇ ਤੁਸੀਂ ਟੇਕ ਆਫ ਲਈ ਰੈਡੀ ਹੋ ਗਏ। ਜੁਨੇਜਾ ਸਾਹਿਬ ਹੁਣ ਜਹਾਜ਼ ਚੜ੍ਹਨ ਨੂੰ ਤਿਆਰ ਆ। ਬਿਲਕੁਲ, ਜਹਾਜ਼ ਪਹਿਲਾਂ ਹਜੇ ਅੱਗੇ ਸਫ਼ਰ ਆ। ਇਹ ਨਾ ਸੋਚੋ ਕਿ ਤੂੰ ਪ੍ਰਕਿਰਤੀ ਦੇ ਨਾਲ ਚੱਲ ਪਏ ਤੇ ਬੜੇ ਵੱਡੇ ਬ੍ਰਹਮ ਗਿਆਨੀ। ਹੁਣ ਇਹਦਾ ਮਤਲਬ ਇੰਨਾ ਹੀ ਆ, ਕੇਵਲ ਤੁਸੀਂ ਸੜਕ ਤੇ ਬੈਠੇ ਜੋ ਤੇ ਸਾਹਮਣੇ ਖੱਡਾ ਵੇਖਿਆ, ਤੁਸੀਂ ਖੱਡੇ 'ਚ ਗੱਡੀ ਨਹੀਂ ਮਾਰੀ, ਇੰਨਾ ਫਰਕ ਜੇ। ਇਹ ਮੰਜ਼ਿਲ ਨਹੀਂ ਹੈਗੀ, ਇਹ ਤੇ ਕੇਵਲ ਬਹੁਤ ਛੋਟਾ ਜਿਹਾ ਕੰਮ ਕੀਤਾ ਜੇ ਤੁਸੀਂ। ਬਸ ਥੋੜਾ ਜਿਹਾ ਕੰਮ, ਤੁਸੀਂ ਪਾਸਪੋਰਟ ਲੈ ਕੇ, ਟਿਕਟ ਲੈ ਕੇ ਹਜੇ ਜਹਾਜ਼ ਦੇ ਬੋਰਡਿੰਗ ਰੂਮ 'ਚ ਬਹਿ ਗਏ ਜੋ ਆ ਕੇ, ਤੁਹਾਡਾ ਨੰਬਰ ਲੱਗੂਗਾ ਤੇ ਜਹਾਜ਼ ਤੇ ਚੜ੍ਹਨਾ ਤੁਸੀਂ। ਇਹ ਤੇ ਪਹਿਲੀ ਰਿਕੁਆਇਰਮੈਂਟ ਹੈ। ਚੈੱਕ ਇਨ ਆਊਟ ਹੋ ਗਿਆ, ਸਾਰੀਆਂ ਰਿਕੁਆਇਰਮੈਂਟਾਂ ਪੂਰੀਆਂ ਨੇ। ਹੁਣ ਤੁਸੀਂ ਪ੍ਰਕਿਰਤੀ ਦੇ ਅਨੁਸਾਰ ਚੱਲ ਰਹੇ ਜੋ, ਤੁਸੀਂ ਪ੍ਰਕਿਰਤੀ ਦੇ ਅਟੈਕ ਨਹੀਂ ਕਰ ਰਹੇ। ਇਹਦਾ ਮਤਲਬ ਨਹੀਂ ਤੁਸੀਂ ਬ੍ਰਹਮ ਗਿਆਨੀ ਹੋ ਗਏ ਜੋ, ਤੁਸੀਂ ਹਜੇ ਲਾਈਨ 'ਚ ਲੱਗੇ ਜੋ। ਲਾਈਨ ਦੀ ਰਿਕੁਆਇਰਮੈਂਟ ਪੂਰੀ ਹੋਈ ਹੈ, ਇਸ ਤੋਂ ਅੱਗੇ ਤੇ ਭਗਤੀ ਸ਼ੁਰੂ ਹੋਣੀ ਹੈ। ਇਸ ਤੋਂ ਅੱਗੇ ਤੇ ਫਿਰ ਉਹ ਪੂਰਾ ਕਨਸੈਪਟ ਹੈ, ਪੂਰਾ ਬ੍ਰਹਮਲੀਨ ਹੋ ਜਾਣਾ, ਜਿਉਂਦੇ ਜੀ ਆਤਮਾ 'ਚ ਪ੍ਰਵੇਸ਼ ਕਰ ਜਾਣਾ। ਉਹ ਜਿਹੜਾ ਟਾਈਮ ਤੋਂ ਅੱਗੇ ਜਾਣ ਦੀ ਪਹਿਲੀ ਰਿਕੁਆਇਰਮੈਂਟ ਇਹ ਆ ਸੰਯਮ। ਸੰਯਮ ਦਾ ਮਤਲਬ ਇਹੋ ਹੀ ਆ ਕਿ ਭੋਗ ਸਾਹਮਣੇ ਪਿਆ ਤੇ ਤੁਸੀਂ ਆਪਣੇ ਆਪ ਨੂੰ ਉਹ ਚੀਜ਼ ਨੂੰ ਵੇਖਿਆ, ਤੁਹਾਨੂੰ ਪਤਾ ਹੈ ਭੋਗ ਨਹੀਂ ਹੈ ਤੇ ਗੰਡੋਆ ਵਾ। ਗੰਡੋਏ ਦਾ ਮਤਲਬ ਪਤਾ ਹੈ ਨਾ, ਮੱਛੀ ਨੂੰ ਫੜਨ ਦੇ ਲਈ। ਜੇ ਤਾਂ ਕੁੰਡੇ ਦੇ ਵਿੱਚ ਆ, ਗੰਡੋਆ ਵੀ ਤਾਂ ਕੁੰਡੇ ਦੇ ਵਿੱਚ ਆ ਭਾਈ, ਕੁੰਡੇ ਦੇ ਵਿੱਚ ਗਲ ਚੜ ਜਾਣਾ ਔਰ ਉਹਨੇ ਲੈ ਜਾਣਾ ਪੁੱਠਾ ਤੁਹਾਨੂੰ ਖਿੱਚ ਕੇ। ਉਹ ਜਿਹੜਾ ਕੁੰਡਾ ਨਾ ਬੜਾ ਖਤਰਨਾਕ ਜੀ, ਉਹਨੂੰ ਮੂੰਹ 'ਚ ਨਹੀਂ ਪਾਉਣਾ ਕਿਉਂਕਿ ਕਰਮ ਆ। ਉਹ ਪ੍ਰਕਿਰਤੀ ਉੱਥੇ ਕੰਟਰੋਲ ਕਰਕੇ ਬੈਠੀ ਆ, ਕਿਉਂਕਿ ਬਿਨਾ ਕੁੰਡੀ ਤੋਂ ਮੱਛੀ ਨੂੰ ਫੜਿਆ ਨਹੀਂ ਜਾ ਸਕਦਾ। ਮੱਛੀ ਤੇ ਸਮੁੰਦਰ 'ਚ ਬੈਠੀ ਹੈ। ਬਿਲਕੁਲ, ਮੱਛੀ ਜਿੰਨਾ ਤਾਂ ਚੰਚਲ ਕੋਈ ਨਹੀਂ ਹੁੰਦਾ ਗੋਰਖੀ ਸਾਹਿਬ। ਮੱਛੀ ਤਾਂ ਮਤਲਬ ਮੈਂ ਤਾਂ ਕਹਿੰਦਾ 24 ਘੰਟੇ ਤੁਸੀਂ ਜਾਰ ਦੇ ਮੱਛੀ ਨੂੰ ਦੇਖੋ ਤੇ ਉਹ ਤਾਂ ਰੁਕਦੀ ਨਹੀਂ ਹੈ, ਕਿਤੇ ਤੁਰਦੀ ਰਹਿੰਦੀ ਹੈ। ਮੈਂ ਨਜਰ ਸਾਹਿਬ ਕਈ ਮੱਛੀਆਂ ਏਦਾਂ ਦੀਆਂ ਵੇਖੀਆਂ, ਝਰਨਾ ਉੱਥੋਂ ਡਿੱਗਦਾ, ਉਹਨੂੰ ਪਾਣੀ ਦੇ ਨਾਲ ਹੀ ਚੜ ਜਾਂਦੀਆਂ। ਕਿੰਨੀ ਸ਼ਕਤੀ ਪਰਮਾਤਮਾ ਨੇ ਉਹਨੂੰ ਦਿੱਤੀ। ਅੱਛਾ, ਇੱਥੇ ਚੀਜ਼ ਨੂੰ ਸਮਝੀਏ ਪਲੀਜ਼, ਠੀਕ ਹੈ। ਹੁਣ ਆਪਾਂ ਥੋੜਾ ਜਿਹਾ ਪ੍ਰੈਕਟੀਕਲ ਗੱਲ ਕਰ ਰਹੇ ਹਾਂ। ਸਾਧਨਾ ਦਾ ਮਤਲਬ ਇਹੋ ਹੀ ਆ, ਦੁਨੀਆ ਦੇ ਵਿੱਚੋਂ ਜੇਕਰ ਤੁਸੀਂ ਕੋਈ ਗਿਆਨ ਪ੍ਰਾਪਤ ਕਰਨਾ ਹੈ, ਉਹ ਕੇਵਲ ਇੰਨਾ ਕੀ ਗਿਆਨ ਆ, ਤੁਸੀਂ ਆਪਣੇ ਆਪ ਨੂੰ ਹੀ ਸੁਧਾਰਨਾ ਵਾ। ਪਲੀਜ਼ ਇਹ ਚੀਜ਼ ਨੂੰ ਅੰਡਰਸਟੈਂਡ ਕਰ ਲਿਓ। ਪਰ ਲੋਕ ਪਤਾ ਕੀ ਕਰਨ ਡੈ ਪੈਂਦੇ, ਲੋਕਾਂ ਨੂੰ ਸੁਧਾਰਨ ਡੈ ਪੈਂਦੇ ਆ, ਫਿਰ ਗੜਬੜ ਹੋ ਜਾਏਗੀ, ਫਿਰ ਕੁਛ ਨਹੀਂ ਲੱਭਣਾ ਤੁਹਾਨੂੰ। ਇੱਥੇ ਜਿਹੜਾ ਸਵਾਲ ਹੈ ਨਾ, ਸਭ ਤੋਂ ਇੰਪੋਰਟੈਂਟ, ਦੁਨੀਆ 'ਚ ਇੱਕ ਬੰਦੇ ਨੇ ਬਦਲਣਾ ਜੇ, ਉਹ ਪਤਾ ਕੌਣ ਜੇ? ਉਹ ਮੈਂ ਖੁਦ ਹਾਂ। ਗੋਰਖੀ ਸਾਹਿਬ ਮੇਰੇ ਵਰਗਾ ਤਾਂ ਦੇਖੋ ਦਨ ਜਿਹੜਾ ਹੈਗਾ YouTube ਤੇ ਪਾਈ ਜਾਂਦਾ ਹੈ, ਕਥਾ ਪਾਈ ਜਾਂਦਾ ਹੈ ਬਾਰ-ਬਾਰ, ਉਹ ਉਸੇ 'ਚ ਹੀ ਫੀਲਿੰਗ ਲਈ ਜਾਂਦਾ ਹੈ ਬਸ। ਜਿੱਦਣ ਮੈਂ ਪਤਾ ਨਿਜਰ ਸਾਹਿਬ ਕੀ ਸੋਚਦਾ, ਚਲੋ ਮੈਂ ਤੇ ਸੋਚਦਾ
ਚਲੋ ਕੋਸ਼ਿਸ਼ ਤੇ ਹੈ ਕਿ ਇਹ ਇੱਕ ਦੋ ਵੀ ਥੋੜੇ ਜਿਹੇ ਬਦਲ ਜਾਣ, ਥੋੜੇ ਜਿਹੇ, ਜ਼ਿਆਦਾ ਨਹੀਂ। ਭੀੜ ਤੇ ਚਾਹੀਦੀ ਨਹੀਂ ਉੱਥੇ, ਨਾ ਭੀੜ ਜਾ ਸਕਦੀ ਉੱਥੇ, ਬੜਾ ਕੰਮ ਔਖਾ। ਪਰ ਮੈਂ ਕਹਿੰਦਾ ਜੇ ਇੱਕ ਦੋ ਵੀ ਨਾ ਬਦਲੇ ਤੇ ਮੈਂ ਇਕੱਲਾ ਹੀ ਬਦਲ ਗਿਆ ਨਾ, ਤੇ ਨਿੱਜਰ ਸਾਹਿਬ ਸਮਝ ਲਓ ਕਿ ਮੇਰਾ ਧਰਤੀ ਤੋਂ ਨਾ ਸਫਲ ਹੋ ਗਿਆ। ਸਹੀ ਹੈ, ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਜੇ ਮੈਂ ਹੀ ਬਦਲ ਗਿਆ, ਆਪਾਂ ਹੀ ਬਦਲ ਗਏ ਨਾ, ਬਸ ਮੈਂ ਤਾਂ ਕਹਿੰਦਾ ਹੈ ਭਾਈ ਸਾਰਾ ਕੁਝ ਜਿੱਤ ਲਿਆ। ਮਨ ਜੀਤੇ ਜਗ ਜਿੱਤਿਆ ਗਿਆ ਭਾਈ, ਜਗ ਜਿੱਤਿਆ ਗਿਆ ਪਿਆਰਿਓ। ਬਸ ਕੋਸ਼ਿਸ਼ ਤੇ ਇਹ ਆ ਕਿ ਦੋ ਚਾਰ ਹੁਣ ਹੋਰ ਵੀ ਬਦਲ ਜਾਣ, ਪਰ ਜੇ ਆਖਰ ਦੇ ਵਿੱਚ ਨਹੀਂ ਕੋਈ ਬਦਲਿਆ, ਮੈਂ ਇਕੱਲਾ ਬਦਲ ਕੇ ਨਿਕਲ ਗਿਆ ਨਾ, ਤੇ ਮੇਰਾ ਧਰਤੀ ਤੋਂ ਨਾ ਸਫਲ, ਬਹੁਤ ਵੱਡਾ ਕੰਮ ਹੋ ਗਿਆ। ਹਾਂ ਬਿਲਕੁਲ ਗੋਰਖੀ ਸਾਹਿਬ। ਫੁੱਲ ਜਿਹੜਾ ਹੈਗਾ, ਖੁਸ਼ਬੂ ਆ ਗਈ ਫੁੱਲ ਦੇ ਵਿੱਚ ਨਾ, ਤੇ ਸਾਰਿਆਂ ਨੇ ਲੈ ਲੈਣੀ ਹੈ ਗੋਰਖੀ ਸਾਹਿਬ। ਜਿਹੜਾ ਖੁਸ਼ਬੂ ਦਾ ਗਾਹਕ ਹੈਗਾ ਨਾ, ਉਹਨੇ ਖੁਸ਼ਬੂ ਲੈ ਲੈਣੀ ਹੈ ਗੋਰਖੀ ਸਾਹਿਬ। ਫੁੱਲ ਦੇ ਨੇੜੇ ਹੋ ਜਾਣਾ ਉਹਨੇ, ਬਸ ਖੁਸ਼ਬੂ ਚਾਹੀਦੀ। ਤੁਸੀਂ ਗੁਲਾਬ ਦੇ ਫੁੱਲ ਦੇ ਲਾਗੇ ਜਾਓ, ਉਹਨੂੰ ਰੌਲਾ ਥੋੜੀ ਪਾਉਣ ਦੀ ਲੋੜ ਹੈ, ਉਹਦੀ ਮਹਿਕ ਤੁਹਾਡੇ ਕੋਲ ਆ ਜਾਣੀ ਹੈ। ਹਾਂ, ਉਹਦੀ ਨੈਚੁਰਲੀ ਤੁਹਾਡੇ ਕੋਲ ਨਹੀਂ, ਕਿਉਂਕਿ ਉਹਦੇ ਅੰਦਰ ਹੈਗੀ ਹੀ ਉਹਦਾ ਸੋਰਸ ਹੀ ਉਹ એનર્ਜੀ ਹੈ। ਅੱਛਾ ਜੀ, ਇੱਥੇ ਫਿਰ ਕਥਾ ਹੁਣ ਨਿੱਜਰ ਸਾਹਿਬ ਆਪਾਂ ਕਥਾ ਅੱਗੇ ਚੱਲ ਜੀ। ਹੁਣ ਮੈਂ ਕਾਫੀ ਖੋਲਤੀ ਬਾਣੀ, ਆਪਾਂ ਅਗਲੀ ਕਥਾ ਤੇ ਆ ਜਾਈਏ। ਹਾਂ, ਇਹਦੇ 8 ਬੰਦੇ ਆ ਗੋਰਖੀ ਸਾਹਿਬ, ਨਹੀਂ ਤਾਂ ਕੱਲ ਵਾਂਗੂ ਫਿਰ ਰਹਿ ਜਾਣਾ, ਫਿਰ ਪਰਸੋਂ ਕਰਾਂਗੇ ਆਪਾਂ ਨਹੀਂ ਤਾਂਹੀਓ ਮੈਂ ਕਹਤਾ ਤੁਸੀਂ ਅੱਗੇ ਤੁਰੋ, ਮੈਂ ਨਾ ਹੋਰ ਕਥਾ ਘੁਮਾ ਦੇਣਾ। ਨਹੀਂ ਕੋਈ ਨਹੀਂ, ਬਹੁਤ ਵਧੀਆ ਗੋਰਖੀ ਸਾਹਿਬ। ਇਹ ਗੱਲਾਂ ਜਿਹੜੀਆਂ ਨਾ ਮੋਤੀ ਹੈਗੇ ਜੀ, ਇਹ ਤਾਂ ਮੋਤੀ ਹੈਗੇ, ਇਹਨਾਂ ਨੂੰ ਲੈ ਲਾਂਗੇ ਤੇ ਬਈ ਬਣ ਜਾਵਾਂਗੇ। ਜਿਹੜਾ ਹੈਗਾ ਬਹੁਤ ਵਧੀਆ ਹੋ ਜਾਏਗਾ ਕੰਮ। ਅੱਗੇ ਜਿਹੜਾ ਹੈਗਾ ਹੈਲਪ ਹੋ ਜੂਗੀ, ਤੁਹਾਡਾ ਜੀਵਨ ਸਿੰਪਲ ਹੋ ਜੂਗਾ। ਹਾਂ, ਜੀਵਨ ਸਿੰਪਲ ਹੋ ਜੂਗਾ। ਆ ਜਿਹੜੇ ਸਵਾਲ ਨੇ ਨਾ ਜਿਹੜੇ ਉਲਝੇ ਫਿਰਦੇ ਜੋ ਉਲਝਣਾ ਹੈ, ਇਹਨਾਂ ਗਿਆਨ, ਇਸ ਗਿਆਨ ਤੋਂ ਬਿਨਾਂ ਨਹੀਂ ਕਲੀਅਰ ਹੋਣੀਆਂ। ਬੇਸ਼ੱਕ ਉਮਰ ਕਿਸੇ ਦੀ 80 90 ਕੀ 100 ਸਾਲ ਹੋ ਜੇ। ਬਿਲਕੁਲ ਸਹੀ ਹੈ ਜੀ। ਕੁਛ ਗੱਲਾਂ ਏਦਾਂ ਦੀਆਂ ਗੱਲਾਂ ਨੇ ਤੁਹਾਡੀ ਵਿਜ਼ਨ ਨੂੰ ਕਲੀਅਰ ਕਰਨਗੀਆਂ। ਤੁਹਾਡੀ ਅੱਖ, ਤੁਹਾਡਾ ਜਿਹੜਾ ਦਰਪਣ ਆ, ਸੰਸਾਰ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਊਗਾ। ਇਸ ਲਈ ਬਾਣੀ ਕਹਿੰਦੀ ਸੰਗਤ ਕਰ, ਤੂੰ ਸੰਗਤ ਕਰ, ਸੰਗਤ ਤੋਂ ਬਿਨਾਂ ਤੈਨੂੰ ਨਹੀਂ ਪਤਾ ਲੱਗਣਾ। ਉਹ ਜਿਹੜੀ ਕੋਸ਼ਿਸ਼ ਲੱਗਾ ਹੈ ਨਾ, ਅੱਜ ਨਾ ਨਿੱਜਰ ਸਾਹਿਬ ਉੱਥੇ ਕਲੀਨਿਕ ਤੇ ਬੰਦਾ ਆਇਆ ਕੱਲ, ਹਾਂਜੀ, ਤੇ ਉਹਨੂੰ ਦੋ ਚਾਰ ਮੈਡੀਸਨ ਦੱਸੀ। ਮੈਂ ਫਿਰ ਕਹਿੰਦਾ ਆਈ ਨੋ ਮੈਨੂੰ ਪਤਾ, ਮੈਂ ਬਹੁਤ ਸਹੀ। ਮੈਂ ਇਹਨੂੰ ਕਿਹਾ, ਮੈਂ ਪੰਜਾਬੀ ਸਮਝਾਇਆ, ਮੈਂ ਵੀਰੇ ਗੱਲ ਸੁਣ ਮੇਰੀ, ਤੁਸੀਂ ਇੱਕ ਡਾਕਟਰ ਕੋਲ ਐਡਵਾਈਸ ਲੈਣ ਆਏ ਜੋ, ਇੱਥੇ ਤੁਸੀਂ ਇਲਾਜ ਕਰਾਉਣਾ। ਮੈਂ ਜੇ ਤੁਹਾਨੂੰ ਪਤਾ ਸੀ ਤੇ ਤੁਸੀਂ ਆਪਣਾ ਇਲਾਜ ਕਿਉਂ ਨਹੀਂ ਕਰ ਲਿਆ? ਫਿਰ ਚੁੱਪ ਹੋ ਗਿਆ। ਹਾਂ, ਇਹ ਗੱਲ ਤੇ ਸਹੀ ਹੈ ਭਾਜੀ। ਮੈਂ ਭਾਜੀ ਤੁਸੀਂ 8-10 ਸਾਲ ਤੋਂ ਇਹ ਚੀਜ਼ ਤੋਂ ਪਰੇਸ਼ਾਨ ਜੋ, ਤੁਸੀਂ ਹਰ ਗੱਲ ਤੇ ਕਹਿੰਦੇ ਆਈ ਨੋ, ਮੈਨੂੰ ਇਸ ਸਾਲਟ ਦਾ ਪਤਾ, ਮੈਨੂੰ ਉਹ ਸਾਲਟ ਦਾ ਪਤਾ। ਮੈਂ ਭਾਜੀ ਜਿਹੜਾ ਸਿਆਣਾ, ਜਿਹੜੀ ਲੋੜ ਤੋਂ ਜ਼ਿਆਦਾ ਵੀ ਹੈ ਨਾ, ਉਹ ਵੀ ਇੱਕ ਪ੍ਰੋਬਲਮ ਕ੍ਰੀਏਟ ਕਰਦੀ ਹੈ। ਤੁਹਾਡੇ ਕੋਲ ਗਿਆਨ ਤੇ ਆ ਗਿਆ, ਪਰ ਇਹ ਗਿਆਨ ਦਾ ਫਾਇਦਾ ਕੀ? ਤੁਸੀਂ ਆਪਣੇ ਆਪ ਨੂੰ ਹੀਲ ਕਿਉਂ ਨਹੀਂ ਕਰ ਲੈਂਦੇ? ਬਿਲਕੁਲ। ਫਿਰ ਮੈਂ ਤੁਸੀਂ ਇੰਨੇ ਸਾਲਾਂ ਤੋਂ ਤੜਫ ਰਹੇ ਜੋ, ਮੈਂ ਹੁਣ ਬੰਦੇ ਦੇ ਪੁੱਤ ਵਾਂਗੂ ਡਾਕਟਰ ਕੋਲ ਜਾਓ, ਉਹ ਜੋ ਵੀ ਦਵਾਈ ਦਿੰਦਾ ਹੈ, ਉਹ ਮਿੱਟੀ ਦਵੇ, ਉਹ ਭਾਵੇਂ ਚਾਬੀ ਨਾ ਸਹੀ ਕਰੇ, ਉਹ ਪੇਸਕਸ ਨਾ ਤੁਹਾਡਾ ਇੰਜਨ ਸਹੀ ਕਰੇ, ਉਹ ਥੋੜੀ ਲਿਆਵੇ, ਉਹ ਕੁਛ ਵੀ ਨਾ ਕਰੇ, ਉਹਦਾ ਕੰਮ ਹੈ ਇੰਜਨ ਨੂੰ ਸਹੀ ਕਰਨਾ। ਹੁਣ ਤੁਹਾਡੇ ਕੋਲ ਇੰਜਨ ਤੇ ਸਹੀ ਨਹੀਂ ਹੋਣ ਦਿਆ, ਤੁਸੀਂ ਕਾਹਨੂੰ ਪੰਗੇ ਲੈਣ ਦੇ? ਮੈਂ ਹੁਣ ਇਹ ਨਾ ਦੱਸੋ ਕਿ ਉਹ ਭਾਜੀ ਤੁਸੀਂ ਚਾਬੀ ਨੂੰ ਕੋਈ ਛੇੜੀ, ਭਾਜੀ ਤੁਸੀਂ ਬੈਟਰੀ ਨੂੰ ਹੱਥ ਲਾਉਂਦੇ ਆ। ਮੈਂ ਉਹ ਮਕੈਨਿਕ ਆ, ਉਹ ਜਾਣਦਾ ਕਿ ਉਹਨੂੰ ਕਿੱਦਾਂ ਸਹੀ ਕਰਨਾ। ਮੈਂ ਤੁਹਾਡੀ ਪ੍ਰੋਬਲਮ ਇਹ ਹੈ ਕਿ ਜੇ ਤੁਹਾਨੂੰ ਪਤਾ ਹੈ ਤੇ ਸਹੀ ਕਰ ਲਓ ਆਪਣਾ ਇੰਜਨ। ਬਿਲਕੁਲ। ਇਹ ਕਹਿੰਦਾ ਹਾਂ ਭਾਈ ਤੁਹਾਡੀ ਗੱਲ ਸਹੀ ਹੈ, ਠੀਕ ਹੈ। ਸੋ ਇੱਥੇ ਆਪਾਂ ਵਿਚਾਰ ਕਰਨੀ ਹੈ ਤੇ ਆਪਾਂ ਨੇ ਜੈਸਾ ਕਥਾ ਅੱਗੇ ਤੋਰੋ ਜੀ। 10 ਮਿੰਟ ਲਾ ਲਈਏ ਫਿਰ। ਨਹੀਂ ਬਿਲਕੁਲ ਗੋਰਖੀ ਸਾਹਿਬ ਕੇ ਜ਼ਰੂਰੀ ਹੈਗੀ ਬਹੁਤ। ਇਹ ਗੁਰਗਮ ਚੀਨੇ ਬਿਰਲਾ ਕੋਏ ਤਹਾਂ ਨਿਰੰਜਨ ਰਮਈਆ ਹੋਏ। ਦੇਖੋ ਇੱਕ ਮਹਾਰਾਜ ਨੇ ਕਿਹਾ ਕਿ ਇਹ ਇੱਕ ਗਿਆਨ ਕਾਹਦੇ ਵਾਸਤੇ ਲੈ ਰਹੇ? ਕਹਿੰਦੇ ਜਿੱਥੇ ਤਿਰਕੁਟੀ ਹੈਗੀ ਆ, ਈੜਾ ਪਿੰਗਲਾ ਸੁਖਮਨਾ ਜਿੱਥੇ ਮਿਲਦੇ ਆ, ਤੇ ਉੱਥੇ ਜਾਣ ਦੀ ਲੋੜ ਕੀ ਹੈ? ਲੋੜ ਕੀ ਹੈ ਮੈਨੂੰ ਇੰਨੇ ਪੰਗੇ ਲੈਣ ਦੀ? ਕੀ ਪਰਪਸ ਕੀ ਹੈਗਾ ਇਹਦਾ? ਇਹ ਮੈਂ ਕਿਉਂ ਆਪਣੇ ਸਵਾਸ ਲਗਾਵਾਂ ਇਸ ਤੇ? ਮੈਂ ਕਿਉਂ ਧਿਆਨ ਸਿਮਰਨ ਕਰਾਂ? ਕਹਿੰਦੇ ਪਰਮਾਤਮਾ ਨੂੰ ਜੇ ਤੂੰ ਚਾਹੁੰਦਾ ਹੈ, ਮਾਲਕ ਨੂੰ ਜਿਹੜਾ ਕ੍ਰੀਏਟਰ ਹੈਗਾ, ਜੇ ਉਹਨੂੰ ਦੇਖਣਾ ਚਾਹੁੰਦਾ ਹੈ, ਉਹਦੀ ਸੋਝੀ ਚਾਹੁੰਦਾ ਹੈ, ਤੇ ਪਿਆਰਿਆ ਜੇ ਤੈਨੂੰ ਇੰਟਰਸਟ ਹੈਗਾ, ਜੇ ਤੈਨੂੰ ਆਪਣੀ ਮਾਂ ਨੂੰ ਮਿਲਣ ਦਾ ਇੰਟਰਸਟ ਹੈਗਾ, ਤੈਨੂੰ ਪਿਓ ਨੂੰ ਮਿਲਣ ਦਾ ਇੰਟਰਸਟ ਹੈ, ਜਿਹਨੇ ਤੈਨੂੰ ਪੈਦਾ ਕੀਤਾ, ਜਿਹਨੇ ਤੈਨੂੰ ਬਣਾਇਆ ਹੈਗਾ, ਜੇ ਤੇਰੇ ਅੰਦਰ ਇੱਛਾ ਹੈਗੀ, ਤੇ ਫਿਰ ਤੈਨੂੰ ਆਹ ਕੰਮ ਕਰਨਾ ਪੈਣਾ ਹੈ। ਤੇ ਮਹਾਰਾਜ ਜੀ ਫਿਰ ਜਿਹੜਾ ਹੈਗਾ, ਉਹ ਮੈਨੂੰ ਕਿਵੇਂ ਪਤਾ ਲੱਗੂਗਾ ਬਈ ਮੈਂ ਸਹੀ ਜਾ ਰਿਹਾ ਹਾਂ? ਉਸ ਜਗ੍ਹਾ ਤੇ ਕੀ ਨਿਸ਼ਾਨੀ ਹੋਊਗੀ ਉੱਧਰ ਹੀ, ਉਸ ਪਾਸੇ ਦੀ? ਰਹਾਓ ਦੇਵ ਸਥਾਨੇ ਕਿਆ ਨਿਸ਼ਾਨੀ? ਕਹਿੰਦੇ ਉਹਦੀ ਕੀ, ਉਹ ਦੇਵ ਦੇ ਸਥਾਨ ਦੀ, ਪਰਮਾਤਮਾ ਦੇ ਸਥਾਨ ਦੀ ਨਿਸ਼ਾਨੀ ਕੀ ਹੈ? ਮੈਨੂੰ
ਮੈਨੂੰ ਕਿਵੇਂ ਪਤਾ ਲੱਗੂਗਾ ਮੈਂ ਸਹੀ ਪਾਸੇ ਹਾਂ? ਤੈਂ ਬਾਜੇ ਸ਼ਬਦ ਅਨਾਹਦ ਬਾਣੀ, ਕਹਿੰਦੇ ਤੇਰੇ ਅੰਦਰ ਜਿਹੜਾ ਹੈਗਾ ਆਟੋਮੈਟਿਕਲੀ ਤੇਰੇ ਅੰਦਰ ਸ਼ਬਦ ਪ੍ਰਗਟ ਹੋ ਜਾਏਗਾ, ਤੇਰੇ ਅੰਦਰ ਅਨਾਹਦ ਸ਼ਬਦ ਵੱਜਣ ਲੱਗ ਪੈਣਗੇ, ਤੇਰੇ ਅੰਦਰ ਜਿਹੜਾ ਹੈਗਾ ਅਨਾਹਦ ਬਾਣੀ ਵੱਜਣ ਲੱਗ ਪਏਗੀ ਜਿਹਦੀਆਂ ਹੱਦਾਂ ਹੀ ਨਹੀਂ ਹੈਗੀਆਂ। ਤੈਂ ਬਾਜੇ ਸ਼ਬਦ ਅਨਾਹਦ ਬਾਣੀ, ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਬਾਣੀ ਤੇਰੇ ਅੰਦਰ ਚੱਲ ਪਏਗੀ, ਤੇਰੇ ਅੰਦਰ ਜਿਹੜਾ ਹੈਗਾ ਤੈਨੂੰ ਉਹਨੇ ਰਸਤਾ ਦਿਖਾਣਾ। ਉਹ ਸ਼ਬਦ ਗੁਰੂ ਸੁਰਤ ਤੁਮ ਚੇਲਾ, ਉਹ ਤੇਰੇ ਅੰਦਰ ਜਿਹੜਾ ਹੈਗਾ ਨਾ ਚੱਲ ਪਏਗਾ ਔਰ ਉਹਦੇ ਨਾਲ ਜੁੜ ਕੇ ਤੈਨੂੰ ਉਹ ਵਿਚਾਰ ਮੰਡਲ ਕ੍ਰਾਸ ਕਰਾ ਦੇਗਾ। ਉਹਦੇ ਨੇੜੇ ਹੀ ਜਿਹੜਾ ਦੇਵ ਸਥਾਨੇ ਦੇ ਤੇਰਾ ਤਿਰਕੁਟੀ ਦੇ ਨੇੜੇ ਹੀ ਹੋਏਗਾ ਜਿਹੜਾ ਇਹ ਜਦ ਜਿੱਥੇ ਜੰਕਸ਼ਨ ਹੈਗਾ ਵਿਚਾਰ ਮੰਡਲ ਦਾ ਤੇ ਸੁੰਨ ਮੰਡਲ ਦਾ, ਕਹਿੰਦੇ ਉਹਦੇ ਨੇੜੇ ਹੀ ਹੋਏਗਾ, ਤੇਰੇ ਅੰਦਰ ਸ਼ਬਦ ਚੱਲ ਪੈਣਗੇ। ਦੇਵ ਸਥਾਨੇ ਕਿਆ ਨਿਸ਼ਾਨੀ, ਤਹਿ ਬਾਜੇ ਸ਼ਬਦ ਅਨਾਹਦ ਬਾਣੀ, ਤਹਿ ਚੰਦ ਨਾ ਸੂਰਜ ਪੌਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਔਰ ਜੇ ਤੂੰ ਕ੍ਰਾਸ ਕਰ ਗਿਆ ਤੇ ਤੈਨੂੰ ਪਤਾ ਲੱਗੂਗਾ ਭਾਈ ਉੱਥੇ ਜਿਹੜਾ ਸਮੇਂ ਨਾਮ ਦੀ ਚੀਜ਼ ਨਹੀਂ ਹੈ, ਉੱਥੇ ਜਿਹੜਾ ਹੈਗਾ ਪੰਜ ਤੱਤਾਂ ਦੀ ਰਚਨਾ ਨਹੀਂ ਹੈ, ਇਹ ਪ੍ਰਕਿਰਤੀ ਨਹੀਂ ਹੈਗੀ, ਇਹ ਨੇਚਰ ਨਹੀਂ ਹੈਗਾ, ਇਹ ਫਿਜ਼ੀਕਲ ਨਹੀਂ ਹੈਗਾ। ਉਸ ਜਗ੍ਹਾ ਦੇ ਉੱਤੇ ਤੈਨੂੰ ਆਪਣੇ ਸਰੀਰ ਦਾ ਹੀ ਬੋਧ ਨਹੀਂ ਹੋਏਗਾ, ਇੰਨਾ ਹਲਕਾ ਫੁਲਕਾ ਹੋ ਜਾਏਗਾ ਬਿਲਕੁਲ। ਤੈਂ ਚੰਦ ਨਾ ਸੂਰਜ ਪੌਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ, ਕਹਿੰਦੇ ਇਹ ਤਾਂ ਜਾਗ ਗਈ ਪਾਏ। ਇਹ ਤਾਂ ਜੋ ਮੈਂ ਸੁਣਦਾ ਸੀ ਗਿਆਨ ਇਹੋ ਜਿਹਾ ਆ ਗਿਆਨ ਆ ਗਿਆਨ ਜਿਹੜਾ ਹੈਗਾ ਇਹ ਸਾਖੀ ਹੈਗੀ, ਇਹ ਸਿੱਖਿਆ ਹੈਗੀ ਆ। ਕਹਿੰਦੇ ਜਾਗ ਗਈ ਭਾਈ ਇਹ ਸਿੱਖਿਆ, ਇਹ ਤਾਂ ਬੇਣੀ ਜੀ ਪ੍ਰਗਟ ਹੋ ਗਏ। ਬੇਣੀ ਜੀ ਦੀ ਗੱਲ ਬਿਲਕੁਲ 100% ਟਰੂ ਮੈਂ ਪ੍ਰੈਕਟੀਕਲ ਕਰ ਲਿਆ ਜੋ ਬੇਣੀ ਜੀ ਕਹਿ ਰਹੇ ਆ। ਮੇਰੇ ਅੰਦਰ ਜਿਹੜਾ ਹੈਗਾ ਉਹ ਮੈਂ ਫਿਜ਼ੀਕਲੀ ਮੈਂ ਪ੍ਰੈਕਟੀਕਲੀ ਕਰਕੇ ਦੇਖ ਲਿਆ, ਜਾਗ ਗਈ ਭਾਈ ਇਹ ਤਾਂ ਬਿਲਕੁਲ ਜਿਹੜਾ ਹੈਗਾ ਪ੍ਰੈਕਟੀਕਲ ਹੋ ਗਿਆ ਗੁਰੂ ਦੇ ਰਾਹੀਂ। ਇਹੀ ਗੁਰੂ ਹੈ। ਫਿਰ ਇਹ ਬੇਣੀ ਜੀ ਗੁਰੂ ਕਿਉਂ ਨਹੀਂ ਹੋਏ ਆਪਣੇ? ਜਦ ਇਹਨਾਂ ਨੇ ਦੱਸਿਆ ਆਪਾਂ ਨੇ ਉਹ ਪ੍ਰੈਕਟੀਕਲ ਕੀਤਾ ਤੇ ਉਹ ਗੁਰੂ ਕਿਉਂ ਨਹੀਂ ਹੋਏ? ਉਪਜੈ ਗਿਆਨ ਦੁਰਮਤ ਛੀਜੇ, ਇੱਥੇ ਗਿਆਨ ਪੈਦਾ ਹੋ ਜਾਏਗਾ। ਆਪਣਾ ਗਿਆਨ ਪ੍ਰੈਕਟੀਕਲ ਕੀਤਾ ਨਾ, ਉਹੀ ਪ੍ਰੈਕਟੀਕਲ ਤਾਂ ਗਿਆਨ ਹੈਗਾ। ਹੋਰ ਕੀ, ਜਿਹੜੀ ਚੀਜ਼ ਨੂੰ ਆਪਾਂ ਨੇ ਦੇਖ ਲਿਆ, ਜਿਸ ਰਸਤੇ ਤੇ ਜਾ ਕੇ ਦੇਖ ਲਿਆ। ਹੁਣ ਮੈਂ ਕਹੀ ਜਾਵਾਂ ਇੱਥੇ ਜਿਹੜਾ ਹੈਗਾ ਬਈ ਭਾਈ ਸਾਹਿਬ ਇਸ ਤਰ੍ਹਾਂ ਕਰੋ, ਜੇ ਇੱਧਰ ਜਾਓ ਇਸ ਜਗ੍ਹਾ 'ਤੇ ਆਹ ਲੋਕੇਸ਼ਨ ਹੈਗੀ, ਉੱਥੇ ਜਾਓ, ਉੱਥੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਤੇ ਘਰ ਹੈਗਾ, ਉਹਦੇ ਵਿੱਚ ਆਹ ਚਾਬੀ ਲੈ ਲਓ, ਆਹ ਚਾਬੀ ਲੈ ਕੇ ਉੱਥੇ ਆਹ ਧਨ ਪਿਆ ਹੋਇਆ ਲੈ ਕੇ ਆ ਜਾਓ। ਹੁਣ ਤੁਸੀਂ ਚਾਬੀ ਲਈ ਜਾ ਕੇ ਦੇਖਿਆ ਤੇ ਉੱਥੇ ਘਰ ਹੀ ਨਹੀਂ ਹੈਗਾ, ਉੱਥੇ ਘਰ ਹੀ ਨਹੀਂ ਹੈਗਾ। ਖਾਲੀ ਆਪਾਂ ਨੇ ਗਿਆਨ ਲਿਆ ਸੀ ਸਿਰਫ, ਜਿਹੜਾ ਉੱਥੇ ਹੈ ਹੀ ਨਹੀਂ ਉਹ। ਤੇ ਮੰਨ ਲਓ ਜੇ ਹੁਣ ਜਿਹੜਾ ਇਹ ਚਾਬੀ ਲੈ ਕੇ ਤੁਸੀਂ ਗਏ ਤੇ ਦੇਖਿਆ ਤੇ ਉੱਥੇ ਘਰ ਵੀ ਹੈਗਾ, ਧਨ ਵੀ ਹੈਗਾ, ਲੈ ਲਿਆ ਧਨ, ਤੇ ਇਹਦਾ ਮਤਲਬ ਜਿਹੜਾ ਉਹਦੇ ਕੋਲੋਂ ਸੱਚਾ ਗਿਆਨ ਸੀਗਾ ਉਹ ਲੈ ਲਿਆ। ਪਰ ਜੇ ਆਪਾਂ ਗਏ ਆ ਤੇ ਉੱਥੇ ਉਹ ਘਰ ਨਹੀਂ ਹੈਗਾ ਤੇ ਫਿਰ ਆਪਾਂ ਨੂੰ ਫਿਰ ਵੀ ਪ੍ਰੈਕਟੀਕਲ ਹੋ ਗਿਆ, ਫਿਰ ਵੀ ਆਪਾਂ ਨੂੰ ਕੋਈ ਚੀਜ਼ ਮਿਲੀ। ਕੀ ਮਿਲੀ? ਬਈ ਝੂਠ ਦਾ ਪਤਾ ਲੱਗ ਗਿਆ, ਤਾਂ ਝੂਠ ਦਾ ਪਤਾ ਲੱਗ ਗਿਆ, ਫਿਰ ਵੀ ਆਪਾਂ ਨੁਕਸਾਨ 'ਚ ਨਹੀਂ ਰਹੇ, ਪਰ ਫਾਇਦਾ ਹੋ ਗਿਆ ਬਈ ਇਸ ਜਗ੍ਹਾ 'ਤੇ ਨਹੀਂ ਹੈਗਾ। ਇਹ ਤਾਂ ਪਤਾ ਲੱਗ ਗਿਆ। ਹੁਣ ਜਦ ਆਪਾਂ ਦੂਸਰਿਆਂ ਦੇ ਕੋਲੋਂ ਜਿਹੜੇ ਹੈਗੇ ਦੂਸਰੇ ਸੋ ਕਾਲਡ ਬ੍ਰਹਮ ਗਿਆਨੀ ਹੈਗੇ, ਮਹਾਂਪੁਰਖ ਹੈਗੇ, ਉਹ ਰਸਤਾ ਦੱਸਦੇ ਆ, ਉਸ ਰਸਤੇ 'ਤੇ ਨਹੀਂ ਲੱਭ ਰਿਹਾ ਸਾਨੂੰ ਉਹ ਜਗ੍ਹਾ ਦੇ ਉੱਤੇ, ਉਹ ਘਰ 'ਤੇ ਉਹ ਧਨ ਨਹੀਂ ਮਿਲ ਰਿਹਾ, ਤੇ ਪਤਾ ਤਾਂ ਲੱਗਣਾ ਚਾਹੀਦਾ ਆਪਾਂ ਨੂੰ ਬਈ ਇਹ ਜਿਹੜਾ ਹੈਗਾ ਝੂਠ ਹੈਗਾ, ਉਹਨੂੰ ਛੱਡ ਦੇਣਾ ਚਾਹੀਦਾ। ਫਿਰ ਆਪਾਂ ਨੂੰ ਉਹ ਚਾਬੀ ਸੁੱਟ ਦੇਣੀ ਚਾਹੀਦੀ ਜੋ ਦੇ ਰਹੇ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨੰਤਰ ਪੀਜੈ। ਗਿਆਨ ਪੈਦਾ ਹੋਣਾ ਚਾਹੀਦਾ ਹੈ, ਭੈੜੀ ਮੱਤ ਜਾਣੀ ਚਾਹੀਦੀ ਆ। ਇਹ ਥੋੜੀ ਨਾ ਕਿ ਜਿਹੜਾ ਹੈਗਾ ਆਪਾਂ ਨੂੰ 20 ਸਾਲ ਹੋ ਗਏ, 15 20 40 ਸਾਲ ਹੋ ਗਏ ਔਰ ਉਸ ਤਰ੍ਹਾਂ ਹੀ ਜਿਹੜਾ ਰੂਟੀਨ ਦੇ ਵਿੱਚ ਆਪਣੇ ਸਵਾਸ ਆਪਣਾ ਜਨਮ ਆਪਾਂ ਗਵਾ ਰਹੇ ਹਾਂ। ਆਪਾਂ ਨੂੰ ਤਾਂ ਫੱਟ ਦੇਣੀ ਵੋਟ ਬਦਲ ਲੈਣੀ ਚਾਹੀਦੀ ਆ। ਨਹੀਂ 10-15 ਮਹੀਨਾ ਖੰਡ, ਚਲੋ 6 ਮਹੀਨੇ, ਸਾਲ 2 ਸਾਲ ਲਾ ਲੈ, ਨਹੀਂ ਹੋ ਰਿਹਾ ਛੱਡੋ ਯਾਰ, ਦੂਸਰੇ ਕੋਲ ਜਾਓ, ਸਹੀ ਜਗ੍ਹਾ 'ਤੇ ਜਾਓ। ਕਿਉਂ ਆਪਾਂ ਆਪਣਾ ਜੀਵਨ ਤਾਂ ਆਪਣਾ ਹੈਗਾ ਕੀਮਤੀ, ਉਹ ਆਪਾਂ ਨੂੰ ਫਿਰ ਦੁਬਾਰਾ ਚਾਂਸ ਦੇ ਦੂਗਾ। ਮਨੁੱਖ ਦਾ ਸਰੀਰ ਦੁਬਾਰਾ ਦੇ ਸਕਦਾ ਹੈ ਉਹ ਜਿਹੜਾ ਆਪਣੇ ਸਰੀਰ ਨੂੰ ਵੇਸਟ ਕਰਵਾ ਰਿਹਾ ਹੈ। ਉਪਜੈ ਗਿਆਨ ਦੁਰਮਤ ਛੀਜੈ, ਦੁਰਮਤ ਭੈੜੀ ਮਤ ਜਾਣੀ ਚਾਹੀਦੀ ਆ। ਗਿਆਨ ਪੈਦਾ ਹੋਣਾ ਚਾਹੀਦਾ ਆਪਣਾ। ਅੰਮ੍ਰਿਤ ਰਸ ਗਗਨ ਅੰਤਰ ਭੀਜੈ, ਅੰਮ੍ਰਿਤ ਰਸ ਗਗਨ ਦੇ ਵਿੱਚੋਂ ਆਉਣਾ ਚਾਹੀਦਾ। ਮਨ ਨੇ ਪੀਣਾ ਆ, ਰੱਜਣਾ ਆ। ਕੀ ਨਿਸ਼ਾਨੀ ਆ ਵੀ ਆਪਾਂ ਅੰਮ੍ਰਿਤ ਪੀ ਕੇ ਜਿਹੜਾ ਮਨ ਰੱਜ ਗਿਆ? ਤੁਹਾਡੇ ਅੱਗੇ ਸਾਰਾ ਦੁਨੀਆ ਦੇ ਭੋਗ ਪਏ ਆ, ਰੂਪ ਪਿਆ ਹੈ, ਸਾਰਾ ਕੁਛ, ਔਰ ਆਪਾਂ ਜਿਹੜੇ ਹੈਗੇ ਨਜ਼ਰ ਵੀ ਨਹੀਂ ਮਾਰਦੇ। ਆ ਭਾਈ, ਇਹਨੂੰ ਕਹਿੰਦੇ ਆ
ਅੰਮ੍ਰਿਤ ਰਸ ਪੀਤਾ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨ ਅੰਤਰ ਭੀਜੈ। ਇਸ ਕਲਾ ਜੋ ਜਾਣੈ ਭਿਓ। ਆਇਆ ਕਲਾ, ਆਇਆ ਜਿਹੜੀ ਹੈਗੀ ਗਿਆਨ, ਆ ਹੈਗੀ ਵਿਧੀ, ਆ ਹੈਗੀ ਵਿਧੀ ਜਿਹਦੇ ਪਿੱਛੇ ਕਹਿੰਦੇ ਜੀ ਸਾਨੂੰ ਵਿਧੀ ਕੀ ਵਿਧੀ ਹੈਗੀ ਆ। ਪਤਾ ਨਹੀਂ ਕਿੰਨੇ ਕੁ ਵੀਡੀਓ ਮਿਲ ਜਾਣਗੇ ਤੁਹਾਨੂੰ ਜਿਹੜੇ ਹੈਗੇ ਆ ਇਹ YouTube 'ਤੇ ਨੈੱਟ 'ਤੇ, ਬਈ ਆਹ ਜੀ ਵਿਧੀ ਹੈਗੀ, ਆਹ ਧਿਆਨ ਸਿਮਰਨ ਦੀ ਵਿਧੀ ਹੈਗੀ। ਕਿਵੇਂ ਕਰਨੀ ਹੈ ਜੀ ਭਗਤੀ, ਵਾਹਿਗੁਰੂ ਵਾਹਿਗੁਰੂ ਕਿਵੇਂ, ਕਿਸ ਤਰ੍ਹਾਂ ਕਿਵੇਂ ਕਰਨਾ ਹੈ ਅਸੀਂ ਜੀ, ਨਾਮ ਕਿਵੇਂ ਜਪਣਾ ਹੈ। ਆ ਲਓ ਬਹਿਣੀ ਜੀ ਦੱਸ ਰਿਹਾ, ਫ੍ਰੀ 'ਚ ਦੱਸ ਰਿਹਾ, ਆਪਾਂ ਕੋਈ ਲੈਂਦੇ ਹੀ ਨਹੀਂ ਆ। ਇਸ ਕਲਾ ਜੋ ਜਾਣੇ ਭਿਓ, ਭੇਟੇ ਤਾਸ ਪਰਮ ਗੁਰਦਿਓ। ਬਸ ਆਹ ਭੇਤ ਜਿਹਨੇ ਲੈ ਲਿਆ ਅਤੇ ਉਸ ਨੂੰ ਉਹ ਪਰਮ ਗੁਰਦੇਵ, ਉਹ ਮਾਲਕ ਪਰਮਾਤਮਾ, ਉਹ ਜਿਹੜਾ ਨਿਰੰਜਨ, ਉਹ ਰਾਮ, ਉਹ ਅੱਲਾ, ਉਹ ਮਿਲੇਗਾ ਉਸ ਨੂੰ ਪਾਏ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਆਹ ਸੰਗਤ ਜੀ ਤੁਸੀਂ ਦੇਖੋ, ਖਾਣਾ ਬਣਾਉਣ ਦੀਆਂ ਨਾ ਕਿਤਾਬਾਂ ਹਨ, ਕੁਕਿੰਗ ਕਲਾਸ ਲੈਂਦੇ ਆਪਾਂ, ਉੱਥੇ ਕਿਤਾਬਾਂ ਦਿੰਦੇ ਆ, ਆਪਾਂ ਕਿਤਾਬ ਪੜ੍ਹਦੇ। ਆਲੂ ਗੋਭੀ ਦੀ ਸਬਜ਼ੀ ਕਿੱਦਾਂ ਬਣਾਉਣੀ ਹੈ, ਗਾਜਰਾਂ ਦੀ ਸਬਜ਼ੀ ਕਿੱਦਾਂ ਬਣਾਉਣੀ ਹੈ, ਪਰ ਆਪ ਸਾਰਿਆਂ ਨੂੰ ਪਤਾ ਹੈ ਕਿ ਇਕੱਲੀ ਕਿਤਾਬ ਪੜ੍ਹਿਆ ਤੇ ਗੋਭੀ ਬਣਦੀ ਨਹੀਂ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਜੇ ਇੱਕ ਸਬਜ਼ੀ ਨਹੀਂ ਬਣਦੀ ਤੇ ਤੁਸੀਂ ਬ੍ਰਹਮ ਗਿਆਨੀ ਕਿੱਦਾਂ ਬਣ ਜਾਓਗੇ। ਗੋਰਖੀ ਸਾਹਿਬ ਦੇਖੋ, ਜੇ ਆਪਾਂ ਪ੍ਰੈਕਟੀਕਲ ਜੇ ਬਣਾਉਣਾ ਸ਼ੁਰੂ ਕਰਾਂਗੇ ਨਾ, ਮੰਨ ਲਓ ਆਪਾਂ ਨੂੰ ਨਹੀਂ ਆਉਂਦੀ ਬਣਾਉਣੀ, ਗਲਤ ਬਣਾਉਣੀ ਹੈ, ਲੂਣ ਜ਼ਿਆਦਾ ਪਾਤਾ, ਮਿਰਚਾਂ ਜ਼ਿਆਦਾ ਪਾਤੀਆਂ, ਕੁਛ ਪਾਤੀ, ਖਾਣ ਜੋਗੀ ਨਹੀਂ ਰਹੀ, ਘੱਟ ਤੋਂ ਘੱਟ ਅਗਲੇ ਦਿਨ ਜਿਹੜਾ ਹੈਗਾ ਆਪਾਂ ਸੁਧਾਰਾਂਗੇ ਉਹਨੂੰ, ਔਰ ਇੱਕ ਦਿਨ ਜਿਹੜਾ ਹੈਗਾ ਆਪਣੇ ਆਪ ਬਹੁਤ ਸਵਾਦਿਸ਼ਟ ਗੋਭੀ ਆਲੂ ਬਣ ਜਾਣਗੇ। ਹਾਂਜੀ ਵੀਰ ਜੀ ਠੀਕ ਹੈ ਨਿੱਜਰ ਸਾਹਿਬ, ਬਣ ਜਾਣਗੇ, ਪਰ ਜੇ ਤੁਸੀਂ ਇਕੱਲੀ ਕਿਤਾਬ ਪੜ੍ਹ ਕੇ ਬੈਠੇ ਰਹੋਗੇ ਤੇ ਫਿਰ ਕੁਛ ਨਹੀਂ ਹੋਣਾ, ਫਿਰ ਨਹੀਂ ਕੁਛ ਹੋਣਾ, ਫਿਰ ਤਾਂ ਫੀਲਿੰਗ ਦੇ ਨਾਲ ਭਾਵੇਂ ਜੋ ਮਰਜ਼ੀ ਬਣਾਈ ਜਾਓ। ਤੈਰਨ ਦੀਆਂ ਕਿਤਾਬਾਂ ਪੜ੍ਹਿਆ ਤੈਰਨਾ ਆ ਜਾਊਗਾ? ਨਹੀਂ ਆਊਗਾ, ਭਾਵੇਂ ਜਿੰਨਾ ਵੱਡਾ ਮਰਜ਼ੀ ਪ੍ਰੋਫੈਸਰ ਹੋਏ, ਬਸ। ਤੁਸੀਂ ਬੈਕ ਸਟ੍ਰੋਕ, ਫਰੰਟ ਸਟ੍ਰੋਕ ਸਾਰਾ ਪੜ੍ਹੀ ਜਾਓ, ਦਿਨ ਰਾਤ ਪੜ੍ਹੋ, ਮੁੜ ਕੇ ਹੱਥ ਨਾ ਵੜੋ, ਹੱਥ ਨਾ ਲਾਓ ਪਾਣੀ ਨੂੰ, ਕਿਉਂਕਿ ਪਾਣੀ ਦੇ ਵਿੱਚ ਮੈਂ ਪਹਿਲਾਂ ਤੈਰਨਾ ਸਿੱਖੂ ਫਿਰ ਪਾਣੀ ਦੇ ਵਿੱਚ ਪ੍ਰਵੇਸ਼ ਕਰੂੰ, ਏਦਾਂ ਪੋਸੀਬਲ ਹੈਗਾ? ਪਰ ਨਹੀਂ, ਪਰ ਧਰਮ ਚ ਆਪਾਂ ਏਦਾਂ ਹੀ ਸੋਚਦੇ ਹਾਂ। ਬਿਲਕੁਲ ਏਦਾਂ ਹੀ ਸੋਚਦੇ ਆਪਾਂ ਕਿਤਾਬਾਂ ਪੜ੍ਹੀ ਜਾਂਦੇ ਹਾਂ ਤੇ ਫਿਰ ਉਹ ਕਹਿੰਦੇ ਜੀ ਬਾਣੀ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਕਰੇ ਤੇ ਰਾਮ ਨਾ ਪਾਇਆ ਜਾ। ਇਹ ਚੀਜ਼ਾਂ ਹੈਗੀਆਂ ਨੇ, ਇੱਥੇ ਨਿੱਜਰ ਸਾਹਿਬ ਨੇ ਸਮਝਾ ਦਿੱਤਾ ਪੂਰਾ। ਕਹਿੰਦੇ ਆ ਕਿ ਅੰਮ੍ਰਿਤ ਰਸ ਗਗਨ ਅੰਤਰ ਭੀਜੇ, ਏਕ ਕਲਾ ਕੋ ਜਾਣੇ ਭਿਓ, ਭੇਟੇ ਤਾਸ ਪਰਮ ਗੁਰਦੇਵ। ਉੱਪਰ ਜਿਹੜਾ ਦੱਸਿਆ ਨਾ ਗਿਆਨ ਦਾ ਮਤਲਬ ਕੀ ਆ? ਪ੍ਰਕਿਰਤੀ ਦੇ ਅਨੁਸਾਰ ਚੱਲਣਾ। ਜੇ ਤੁਸੀਂ ਪ੍ਰਕਿਰਤੀ ਦੇ ਅਨੁਸਾਰ ਚੱਲਣਾ ਸਿੱਖ ਲਿਆ, ਤੁਹਾਨੂੰ ਗਿਆਨ ਹੋ ਗਿਆ। ਪ੍ਰੈਜ਼ੈਂਟ ਅੱਗੇ ਫਿਰ ਇੱਕ ਹੋਰ ਸਟੈਪ ਹੈਗਾ, ਪ੍ਰੈਜ਼ੈਂਟ 'ਚ ਆ ਗਏ ਤੁਸੀਂ, ਪ੍ਰੈਜ਼ੈਂਟ 'ਚ ਆ ਗਏ, ਵਿਚਾਰ ਛੱਡ ਦਿੱਤੇ, ਪਾਸਟ ਛੱਡ ਦਿੱਤਾ, ਫਿਊਚਰ ਛੱਡ ਦਿੱਤਾ ਤੇ ਗਿਆਨ ਹੋ ਗਿਆ। ਹਾਂਜੀ ਵੀਰ ਜੀ। ਮੋਟਰ ਐਕਸ਼ਨ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਉਦੋਂ ਗੁਰਬੀਰ ਦੀ, ਫਿਰ ਮੈਂ ਕਹਾਣੀ ਸੁਣਾਉਣਾ, 2 ਮਿੰਟ ਲੱਗਣੇ। ਨਾਲ ਦੀ ਮੇਰੀ ਨਾ ਥੋੜੀ ਜਿਹੀ ਸੱਟ ਲੱਗੀ ਬਾਂਹ ਤੇ ਇੱਕ ਆਂਟੀ ਨੂੰ, ਕੰਮ ਵਾਲੀ ਨੂੰ ਸੱਦਿਆ ਸੀ, ਚਲੋ ਉਹਨੇ ਕੰਮ ਕੁਮ ਕੀਤਾ ਤੇ ਥੋੜੇ ਸਮੇਂ ਬਾਅਦ ਉਹ ਹਟ ਗਈ। ਫਿਰ ਨਾਲ ਦੀ ਕਹਿੰਦੀ ਕਿ ਉਹਨੂੰ ਮੈਂ ਫੋਨ ਕਰਾਂ ਕਿ ਆਂਟੀ ਤੂੰ ਏਦਾਂ ਕਰ, ਮੇਰੀ ਨਾ ਬਾਂਹ ਠੀਕ ਨਹੀਂ ਆ ਤੇ ਤੂੰ ਏਦਾਂ ਕਰ, ਰੋਟੀ ਬਣਾ ਜਾ ਕਰ। ਉਹਨੇ ਟਾਲਮ ਟੋਲ ਕਰਨਾ ਸ਼ੁਰੂ ਕਰਤਾ। ਚਲੋ ਜੀ ਨਿੱਜਰ ਸਾਹਿਬ, ਮਹੀਨੇ 1.5 ਮਹੀਨੇ ਦਾ ਕੰਮ ਹੀ, ਕਿਤੇ ਕੰਮ ਵੀ ਰੁਕਦੇ ਆ। ਇਹ ਮੈਂ ਨਾ ਹੁੰਦਾ ਤੇ ਤੂੰ ਕਿੱਥੋਂ ਵਿਆਹ ਜਾਂਦਾ, ਕਹਾਵਤ ਹੈ ਨਾ, ਮੈਂ ਨਾ ਹੁੰਦੀ ਤੇ ਤੂੰ ਕਿੱਥੋਂ ਵਿਆਹ ਜਾਂਦਾ। ਇਹ ਵਹਿਮ ਹੁੰਦੇ ਲੋਕਾਂ ਨੂੰ। ਅੱਛਾ ਜੀ, ਚਲੋ ਕੰਮ ਹੋ ਹੀ ਜਾਂਦੇ ਆ, ਕੰਮ ਥੋੜੀ ਰੁਕਦੇ ਆ। ਕੰਮ ਹੋ ਗਿਆ, 2-4 ਮਹੀਨੇ ਹੋ ਲੰਘ ਗਏ, ਫਿਰ ਉਹਦੀ ਕੁੜੀ ਦਾ ਵਿਆਹ। ਇਹ ਪਹਿਲਾਂ ਵੀ ਗੱਲ ਸੁਣਾਈ ਮੈਂ, ਤੇ ਮੈਨੂੰ ਮੈਡਮ ਸੁਣਾਉਂਦੀ ਆ ਗੱਲਾਂ। ਮੈਂ ਸੋਚਦਾ ਸੀ ਇਹਦੇ ਮਨ ਦੀ ਸਥਿਤੀ ਕੀ ਆ, ਉਹ ਤੇ ਚੈੱਕ ਕਰਾਂ ਭਲਾ। ਤੇ ਉਹ ਕਹਿੰਦੀ ਕਿ ਏਦਾਂ ਕਰੋ, ਮੇਰੀ ਨਾ ਹੈਲਪ ਕਰੋ, ਮੇਰੀ ਕੁੜੀ ਦਾ ਵਿਆਹ ਵਾ। ਚਲੋ ਇਹ ਮੈਨੂੰ ਦੱਸਣ ਦੀ ਹੈ। ਤੇ ਮੈਂ ਫਿਰ ਗੁਰਬੀਰ ਤੂੰ ਕੀ ਕੀਤਾ? ਹੁਣ ਮਨ ਦੇ ਅੰਦਰ ਵਿਚਾਰ ਤੇ ਉਹੀ ਆ, ਗੁੱਸਾ ਵੀ ਸੀ ਉਦੋਂ ਕਿ ਆਈ ਨਹੀਂ, ਕਹਿਣਾ ਨਹੀਂ ਮੰਨਿਆ, ਬਹਾਨੇ ਬਣਾਏ ਆ, ਮੈਂ ਅੱਜ ਆਉਣੀ ਆ, ਮੈਂ ਕੱਲ ਆਉਣੀ ਆ, ਏਦਾਂ ਕਰਕੇ ਆਈ ਨਹੀਂ, ਹਨਾ। ਇੱਕ ਤੇ ਬੰਦੇ ਦੀ ਰੀਲ ਮਜਬੂਰੀ ਹੁੰਦੀ, ਇੱਕ ਬੰਦਾ ਜਾਣ ਕੇ ਵੀ ਸ਼ਰਾਰਤਾਂ ਕਰਦਾ। ਤੇ ਮੈਂ ਫਿਰ ਤੂੰ ਕੀ ਸੋਚਿਆ, ਉਹਦੀ ਮਦਦ ਕਰਨੀ ਕਿ ਨਹੀਂ ਕਰਨੀ? ਕਹਿੰਦੀ ਮੈਂ ਇਹ ਸੋਚਦੀ ਹਾਂ ਕਿ ਔਰਤ ਨੇ ਤੇ ਮੇਰੇ ਨਾਲ ਗਲਤ ਹੀ ਸਲੂਕ ਕੀਤਾ ਸੀ, ਪਰ ਧੀ ਧੈਣੀ ਦਾ ਵਿਆਹ ਵਾ।
ਇਹ ਹੈ ਵਰਤਮਾਨ ਕਾਲ। ਜਦੋਂ ਤੁਸੀਂ ਯਥਾਰਕ ਸੱਚ ਨੂੰ ਦੇਖ ਲੈਂਦੇ ਜੋ ਔਰ ਆਪਣੀ ਹਉਮੈ ਨੂੰ ਪਿੱਛੇ ਕਰ ਲੈਂਦੇ, ਇਹੋ ਸੱਚ ਹੈ, ਇਹੋ ਜੀਵਨ ਆ। ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਉਹ ਕੋ ਬਹੁਤ ਵਧੀਆ ਜੈਨੂਇਨ ਪੁਆਇੰਟ ਸੀ, ਲੀਗਲ ਪੁਆਇੰਟ ਸੀ, ਉਹਨੇ ਨਹੀਂ ਮਦਦ ਕੀਤੀ, ਇਹਦਾ ਫਰਜ਼ ਬਣਦਾ ਸੀ ਨਾ ਕਰਨਾ, ਪਰ ਉਹ ਇੱਕ ਸਧਾਰਨ ਬੁੱਧੀ ਦਾ ਫੈਸਲਾ ਸੀ। ਨਾ ਗੋਰਖੀ ਸਾਹਿਬ ਐਸੀ ਸੋਚ ਨੂੰ ਤਾਂ ਸਲੂਟ ਹੈ ਜੀ, ਸਲੂਟ ਹੈ ਜੀ ਗੋਰਖੀ ਸਾਹਿਬ। ਹਾਂ, ਇਹ ਵਿਵੇਕ ਦਾ ਉੱਥੇ ਪ੍ਰਗਟ ਹੋ ਗਿਆ। ਫਿਰ ਮੈਂ ਇਹਨੂੰ ਕੁਛ ਕਿਹਾ, ਤੂੰ ਕੀ ਕਰਨਾ ਨਹੀਂ ਕਰਨਾ, ਤੇਰਾ ਕੀ ਵਿਚਾਰ ਸੀ? ਕਹਿੰਦੀ ਧੀ ਧਿਆਣੀ ਸੀ, ਮੈਂ ਸੋਚਿਆ ਚਲ 5000 ਦੇ ਦਾਂ, ਉਹਦਾ ਮਸਲਾ ਲਓ ਨਾ। ਬਹੁਤ ਵਧੀਆ ਜੀ, ਬਹੁਤ ਵਧੀਆ। ਹੁਣ ਇਹੋ ਜੀਵਨ ਦੇ ਵਿੱਚ ਤੁਹਾਡੇ ਆ, ਤੁਸੀਂ ਵੇਖ ਲਓ, ਸਾਹਮਣੇ ਲੋੜ ਆ ਗਈ, ਕਰਮ ਸਾਹਮਣੇ ਆ ਗਿਆ, ਉਹ ਤੁਹਾਡਾ ਮਨ ਕਹਿੰਦਾ ਵਾ ਕਿ ਇਹਨੂੰ ਰਗੜੋ। ਦੂਜੇ ਮੈਨੇ ਤੁਹਾਡੀ ਬੁੱਧੀ ਕਹਿੰਦੀ ਨਹੀਂ ਯਾਰ, ਇਹ ਤੇ ਬੰਦਾ ਮਜਬੂਰ ਹੈਗਾ, ਇਹਨੂੰ ਹੈਲਪ ਕਰੀਏ ਆਪਾਂ, ਕਿਉਂਕਿ ਉਹਦਾ ਸੁਭਾਅ ਸੀ। ਉਹ ਤੁਸੀਂ ਵੇਖਿਆ ਨੀ ਬਾਰ-ਬਾਰ ਉਹ ਸੰਤ ਪਿੱਛੂ ਨੂੰ ਚੁੱਕਣ ਦਿਆ, ਪਿੱਛੂ ਡੰਗ ਮਾਰਦਾ, ਹੱਥ ਕੰਬਦਾ, ਪਿੱਛੂ ਫਿਰ ਡਿੱਗ ਪੈਂਦਾ। 4-5 ਵਾਰੀ ਹੋ ਗਿਆ, ਲਾਗੇ ਚੇਲਾ ਸੀ, ਉਹ ਕਹਿੰਦਾ ਬਾਬਾ ਜੀ ਦਫਾ ਕਰੋ ਇਹਨੂੰ, ਡੁੱਬਣ ਤੋਂ ਮਰਨ ਤੋਂ। ਪਰ ਉਹ ਕਹਿੰਦਾ ਕਿ ਇਹ ਤੇ ਨਿੱਕਾ ਜਿਹਾ ਕੀੜਾ ਵਾ, ਇਹ ਆਪਣਾ ਸੁਭਾਅ ਦਾ ਤਿਆਗ ਨਹੀਂ ਕਰਨੇ, ਤੇ ਮੈਂ ਤੇ ਚੰਗਾ ਭਲਾ ਇਨਸਾਨ ਹੈ, ਮੇਰਾ ਸੁਭਾਅ ਹੈ ਚੰਗਿਆਈ ਕਰਨਾ। ਬਿਲਕੁਲ। ਕਨਈਆ ਜੀ ਵੇਖੋ ਕਿੱਦਾਂ ਪਾਣੀ ਪਿਆਉਂਦੇ ਆ, ਤੁਸੀਂ ਪਾਣੀ ਪਿਆਓਗੇ ਦੁਸ਼ਮਣਾਂ ਨੂੰ? ਬੜਾ ਪੰਗਾ ਵਾ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਉਹਨਾਂ ਦੀ ਨਜ਼ਰ ਚ ਸੀ ਕਿ ਬੰਦਾ ਘਾਇਲ ਹੈ, ਇਹਨੂੰ ਸੱਟ ਲੱਗੀ, ਯਾਰ ਪਾਣੀ ਮੰਗਣ ਨੂੰ ਪਾਣੀ ਪਿਆਓ, ਨਾਲੇ ਆਪਾਂ ਆਪਣੇ ਦੁਸ਼ਮਣਾਂ ਨੂੰ ਪਾਣੀ ਪਿਆਈਏ। ਇੱਥੇ ਇਹੋ ਤੇ ਫਰਕ ਆ। ਇਹ ਤੁਹਾਡੇ ਅੰਦਰ ਜਿੰਨੇ ਵਹਿਮ ਭਰਮ, ਜਿੰਨਾ ਅਗਿਆਨ, ਜੋ ਵੀ ਆ ਜਿਹੜੇ ਚਮਤਕਾਰਾਂ ਚ ਲੋਕੀ ਬਕਵਾਸ ਚ ਵਿਸ਼ਵਾਸ ਕਰਦੇ ਨਾ, ਇੱਕ ਚੀਜ਼ ਨੂੰ ਸਮਝੋ, ਜਿੱਦਣ ਤੁਸੀਂ ਪ੍ਰਮਾਤਮਾ ਦੇ ਦਰਸ਼ਨ ਕਰ ਲਏ ਨਾ ਆਪਣੇ ਅੰਦਰ, ਤੁਸੀਂ ਚਮਤਕਾਰਾਂ ਤੇ ਵਿਸ਼ਵਾਸ ਕਰਨਾ ਹੀ ਬੰਦ ਕਰ ਦੇਣਾ। ਆਪ ਜਸਟ ਸੋਚੋ, ਆਮ ਲੋਕ ਚਮਤਕਾਰਾਂ ਚ ਵਿਸ਼ਵਾਸ ਕਰਦੇ ਨਾ, ਤੁਹਾਨੂੰ ਪਤਾ ਲੱਗ ਜਾਣਾ ਇਹ ਤੇ ਚਮਤਕਾਰ ਹੈ ਹੀ ਕੁਛ ਨਹੀਂ ਹੈ, ਇਹ ਤੇ ਆਪਣਾ ਕਾਰਜ ਆਪੇ ਸਵਾਰਨਾ ਵਾ। ਤੁਸੀਂ ਕੰਮ ਕਰੋਗੇ ਤੇ ਪੈਸੇ ਆਉਣਗੇ, ਤੁਸੀਂ ਕੰਮ ਨਹੀਂ ਕਰੋਗੇ ਤੇ ਪੈਸੇ ਨਹੀਂ ਆਉਣਗੇ। ਕਿੱਥੋਂ ਆਉਣਗੇ? ਆਪਣੇ ਆਪ ਥੋੜੀ ਛੱਤ ਤੋਂ ਡਿੱਗਣੇ। ਉਹ ਫਿਲਮਾਂ ਚ ਹੀ ਸੀ, ਅਲਾਦੀਨ ਦਾ ਜਿੰਨ, ਲੋਕਾਂ ਨੂੰ ਦੇਗਾਂ ਚਾਹੀਦੀਆਂ ਨੇ, ਦੇਗਾਂ ਲੱਭਦੇ ਰਹਿੰਦੇ ਨੇ ਲੋਕ, ਕੀ ਕੰਮ ਨਾ ਕਰਨਾ ਪੜੇ, ਫ੍ਰੀ ਚ ਦੇਗ ਆ ਜੇ। ਅੱਜ ਤੱਕ ਤੁਸੀਂ ਜਿਹੜੇ ਵੀ ਬੰਦੇ ਨੂੰ ਦੇਖੋਗੇ ਉਹਨੇ ਮਿਹਨਤ ਕੀਤੀ ਹੈ, ਚਾਹੇ ਬੁਰੇ ਤਰੀਕੇ ਨਾਲ ਪੈਸਾ ਪ੍ਰਾਪਤ ਕੀਤਾ ਜਾਂ ਚੰਗੇ ਨਾਲ ਕੀਤਾ, ਮਿਹਨਤ ਕਰੋਗੇ ਕਰਮ ਭੂਮੀ ਦੇ ਜੇ ਦੋ ਹੀ ਕਰੋਗੇ, ਉਹਦਾ ਤੁਹਾਨੂੰ ਉਹਦਾ ਰਿਜ਼ਲਟ ਮਿਲਣਾ ਪ੍ਰਕਿਰਤੀ ਵੱਲ। ਠੀਕ ਹੈ ਜੀ। ਤੇ ਜੇ ਅਜੇ ਵੀ ਆਪਾਂ ਚਮਤਕਾਰਾਂ ਚ ਵਿਸ਼ਵਾਸ ਕਰਦੇ ਹਾਂ, ਇਹਦਾ ਮਤਲਬ ਹੈ ਜੀ ਆਪਾਂ ਨੂੰ ਆਤਮਾ ਦੀ ਛੋਹ ਪ੍ਰਾਪਤ ਨਹੀਂ ਹੋਈ। ਕਿਉਂਕਿ ਜਦੋਂ ਤੁਸੀਂ ਆਤਮਾ ਨੂੰ ਅਨੁਭਵ ਕਰ ਲਿਆ ਨਾ, ਤੁਹਾਨੂੰ ਪਤਾ ਲੱਗ ਜਾਣਾ ਚਮਤਕਾਰ ਕੁਛ ਨਹੀਂ ਹੈਗੇ। ਇੱਥੋਂ ਤੱਕ ਕਿ ਅਗਲੇ ਬੰਨੇ ਜਿਹੜਾ ਬਾਬਾ ਬੈਠਾ, ਤੁਹਾਨੂੰ ਪਤਾ ਲੱਗ ਜਾਣਾ ਇਹਦੇ ਪੱਲੇ ਕੁਛ ਨਹੀਂ ਹੈਗਾ। ਕਿਉਂ? ਹਜੇ ਪਤਾ ਨਹੀਂ ਹੈ ਤੁਹਾਨੂੰ। ਇਹ ਜਿਹੜੀ ਦੁਨੀਆ ਬੈਠੀ ਹੈ, ਸਾਰੇ ਚਮਤਕਾਰਾਂ ਕਰਕੇ ਬੈਠੀ ਹੈ ਕਿ ਬਾਬੇ ਨੇ ਪਤਾ ਨਹੀਂ ਕੀ ਦੁਆ ਦੇ ਦੇਣੀ ਹੈ ਤੇ ਮੇਰਾ ਕੰਮ ਰੋਕ ਆ ਜਾਣਾ। ਅਜਲ ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਹ ਤਾਮਸਿਕ ਲੋਕ ਨੇ ਤੇ ਚਮਤਕਾਰ। ਤੁਸੀਂ ਧਾਰਮਿਕ ਸਥਾਨਾਂ ਨਾਲ ਵੇਖਦੇ ਨੀ, ਨਾਲ ਚਮਤਕਾਰ ਜੋੜੇ ਨੇ ਲੋਕਾਂ ਨੇ। ਕਿਉਂ ਜੋੜੇ ਨੇ? ਕਾਰਨ ਚਾਹੀਦਾ ਬੰਦੇ ਨੂੰ ਜੰਮ ਬਣਨ ਦੇ ਲਈ। ਇੱਥੇ ਕਹਿਣਗੇ ਕਿ 84 ਲੱਖ ਜੁਨੀਆਂ ਤੁਹਾਡੀਆਂ ਕੱਟੀਆਂ ਜਾਣਗੀਆਂ, ਤਾਂ ਬੰਦਾ ਵਿਸ਼ਵਾਸ ਕਰਦਾ, ਦੇ ਟੁੱਬੀ ਤੇ ਡੁੱਬੀ ਮਰੀ ਜਾਂਦਾ। ਪਰ ਤੁਸੀਂ ਸਮਝਦੇ ਜੋ ਉੱਥੇ ਨਹਾਉਣ ਦੇ ਨਾਲ, ਬਾਰ-ਬਾਰ ਨਹਾਉਣ ਦੇ ਨਾਲ 85 ਕੱਟੀ ਜਾਊਗੀ। ਜੇ ਮੇਰਾ ਜੀਵਨ ਹੀ ਗੰਦਾ ਵਾ, ਮੈਂ ਨਹੀਂ ਕਰਨਾ ਚਾਹੁੰਦਾ ਉਹਨੂੰ ਸਾਫ਼, ਉਹ ਤਾਂ ਫਿਰ ਸ਼ਾਰਟਕਟ ਹੋਇਆ। ਇਹ ਕਿਹੜਾ ਰੱਬ ਹੋਊਗਾ ਜਿਹੜਾ ਏਦਾਂ ਦੀ ਰਿਸ਼ਵਤ ਲੈਣ ਦਿਆ? ਜਿੱਥੇ 84 ਵਾਰੀ ਨਹਾ ਲਓ ਤੇ ਬਸ ਤੁਹਾਡਾ ਮਸਲਾ ਹੱਲ ਹੋ ਜੂ। ਤੀਰਥਾਂ ਚ ਲੋਕੀ ਕੀ ਲਾਉਣ ਜਾਂਦੇ ਆ? ਇਹੋ ਤੇ ਲਾਉਣ ਜਾਂਦੇ ਆ ਆਪਣੇ ਮੈਲ। ਸਾਰਾ ਜੀਵਨ ਮੈਲ ਇਕੱਠੀ ਕੀਤੀ, ਮੁੜ ਕੇ ਕਹਿੰਦੇ ਇੱਥੇ ਤੀਰਥ ਸਥਾਨ ਚ ਨਾ ਆਉਣਾ ਵਾ ਤੇ ਉੱਥੇ ਮੇਰੀ 84 ਕੱਟੀ ਜਾਊਗੀ। ਏਦਾਂ ਹੀ ਬੰਦਾ ਕਰਦਾ, ਬਹੁਤ ਚਲਾਕ ਆ। ਤੋ ਇਹਦੀ ਅੱਜ ਦੀ ਵਿਚਾਰਨੀ ਜੇ ਸਾਹਿਬ ਇੱਥੇ ਕਰਦੀ ਹੈ। ਗੋਰਖੀ ਸਾਹਿਬ ਲੈ ਲਈਏ ਥੋੜਾ ਜਿਹਾ ਲੈ ਲਈਏ, ਦੇਖ ਲਓ ਇੱਕ। ਹਾਂਜੀ ਲੈ ਲਓ। ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਕਹਿੰਦੇ ਆ ਭਾਈ ਜਿਹੜੇ ਨੇ ਭੇਤ ਲੈ ਲਿਆ ਇਸ ਕਲਾ ਕਾ, ਉਹਨੂੰ ਗੁਰਦੇਵ ਭੇਟਦਾ ਹੈ। ਕਹਿੰਦੇ ਹੁਣ ਪਤਾ ਲੱਗੇ ਕਿ ਉਹ ਗੁਰਦੇਵ ਕਿਸ ਤਰ੍ਹਾਂ ਭੇਟਦਾ ਹੈ ਭਾਈ। ਕਹਿੰਦੇ ਇਹ ਦਸਮ ਦੁਆਰਾ ਤੈਨੂੰ ਕ੍ਰਾਸ ਕਰਨਾ ਪੈਣਾ ਭਾਈ। ਇਹ ਅਗਮ ਅਪਾਰ ਨੂੰ ਮਿਲਣਾ ਹੈਗਾ, ਜਿਹੜਾ ਨਹੀਂ ਗਮਿਆ ਜਾਂਦਾ, ਜਿਹੜਾ ਅਪਹੁੰਚ ਹੈਗਾ, ਇੰਦਰੀਆਂ ਦੀ ਪਕੜ ਤੋਂ ਪਰੇ ਹੈਗਾ ਔਰ ਅਪਾਰ ਹੈਗਾ। ਅਤੇ ਆਪ ਇਸ ਤੋਂ ਪਾਰਾਵਾਰ ਹੋਣਾ ਪੈਣਾ ਆ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਪਾਰ ਜਾਣਾ ਪੈਣਾ ਤੈਨੂੰ। ਇਹ ਪ੍ਰਕਿਰਤੀ ਤੋਂ ਅੱਗੇ ਨਿਕਲਣਾ ਪਊਗਾ, ਵਿਚਾਰਾਂ ਤੋਂ ਅੱਗੇ ਨਿਕਲਣਾ ਪਊਗਾ। ਪਰਮ ਪੁਰਖ ਕੀ ਘਾਟੀ, ਆਹੀ ਹੈਗੀ ਘਾਟੀ ਭਾਈ। ਚੜ੍ਹਾਈ, ਘਾਟੀ ਕਹਿੰਦੇ ਚੜ੍ਹਾਈ, ਬੜਾ ਘਾਟ ਚੜ੍ਹ ਰਿਹਾ ਜੀ, ਬਹੁਤ ਬਹੁਤ ਘਾਟੀ, ਬਹੁਤ ਉੱਚੀ ਘਾਟੀ ਹੈ ਭਾਈ।
ਬੜਾ ਔਖਾ ਹੈ ਚੱਲਣਾ। ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਕਹਿੰਦੇ ਬਈ ਉੱਪਰ ਆ, ਉੱਪਰ ਨੂੰ ਜਾਣਾ ਹੈ, ਥੱਲੇ ਨਹੀਂ ਜਾਣਾ, ਉੱਪਰ ਨੂੰ ਜਾਣਾ ਹੈ ਤੈਨੂੰ। ਉੱਪਰ ਹਾਟ ਆ ਤੇਰੇ ਅੰਦਰ, ਆਪਣੇ ਉੱਪਰ ਤੇਰੇ ਜਿਹੜੇ ਹੈਗੇ ਉਹ ਚੱਕਰ ਜਿਹੜਾ ਹੈਗਾ ਆਖਰੀ ਚੱਕਰ ਸਹਿਸਤਰ ਭਾਵ ਉੱਥੇ ਤੱਕ ਪਹੁੰਚਣਾ ਹੈ ਤੈਨੂੰ। ਉੱਪਰ ਹਾਟ ਪਰ ਆਲਾ, ਉਹਦੇ ਵਿੱਚ ਆਲਾ ਹੈਗਾ। ਆਲੇ ਭੀਤਰ ਥਾਤੀ, ਆਲੇ ਦੇ ਵਿੱਚ ਜਿਹੜਾ ਹੈਗਾ ਤੇਰੀ ਜਗ੍ਹਾ ਹੈਗੀ, ਉਹ ਹੈ ਚੌਥਾ ਪਦ। ਉੱਥੇ ਬੈਠਣਾ ਹੈ ਤੂੰ, ਉੱਥੇ ਸਥਿਤੀ ਹੈਗੀ ਤੇਰੀ, ਉੱਥੇ ਚਾਹੀਦਾ ਹੈ ਤੂੰ, ਉਸ ਜਗ੍ਹਾ ਤੇ ਪਹੁੰਚਣਾ ਹੈ। ਜਾਗਤ ਰਹੇ ਸੋ ਕਭੂ ਨਾ ਸੋਵੈ। ਆ ਜਿਹਨੂੰ ਆ ਟਾਰਗੇਟ ਪਤਾ ਹੈਗਾ, ਫਿਰ ਉਹ ਮਾਇਆ ਦੀ ਨੀਂਦ ਸੌਂਗਾ, ਫਿਰ ਉਹ ਸਵਾਦਾਂ ਦੇ ਵਿੱਚ ਜਾਊਗਾ, ਫਿਰ ਉਹ ਰਸਕਸ ਭੋਗੂਗਾ, ਫਿਰ ਉਹ ਸੁੱਤਾ ਰਹੂਗਾ। ਜਾਗਤ ਰਹੇ ਸੋ ਕਭੂ ਨਾ ਸੋਵੈ, ਉਹ ਤਾਂ ਕਦੇ ਵੀ ਨਹੀਂ ਸੌਂਦਾ। ਜਿਹਨੂੰ ਆ ਪਤਾ ਲੱਗ ਗਿਆ ਵੀ ਮੇਰਾ ਤਾਂ ਆ ਕੰਮ ਕਰਨਾ, ਉੱਥੇ 24 ਘੰਟੇ ਸੁਰਤ ਉਹਦੀ ਉਸੇ ਪਾਸੇ ਨੂੰ ਰਹਿਣੀ ਆ ਭਾਈ। ਬਿਲਕੁਲ ਪ੍ਰੈਕਟੀਕਲ ਗੱਲ ਹੈਗੀ, ਬਿਲਕੁਲ ਕੋਈ ਇਹਦੇ 'ਚ ਅਤਿਸ਼ੋਕਤੀ ਨਹੀਂ ਹੈਗੀ ਬਈ 24 ਘੰਟੇ ਕਿਵੇਂ ਜਿਹੜਾ ਅਸੀਂ 24 ਘੰਟੇ ਸੌਣਾ ਵੀ, ਜਾਂ ਬੱਚੇ ਵੀ ਦੇਖਣੇ ਆ ਵੀ ਕਰਨਾ ਉਹ ਵੀ ਕਰਨਾ। ਉਹ ਭਾਈ ਸੁਰਤ ਤੁਹਾਡੀ ਇੱਧਰ ਹੀ ਰਹਿਣੀ ਹੈ। ਜਾਗਤ ਰਹੇ ਸੋ ਕਭੂ ਨਾ ਸੋਵੈ, ਤੀਨ ਤਿਲੋਕ ਸਮਾਧ ਪਲੋਵੈ। ਆ ਤਿੰਨ ਜਿਹੜੇ ਤਮੋ ਰਜੋ ਸਤੋ ਤਿਰਗੁਣੀ ਜਿਹੜੀ ਹੈਗੀ ਇਹ ਜਿਹੜਾ ਹੈਗਾ ਧਰਤ ਪਤਾਲ ਆਕਾਸ਼, ਤਿੰਨ ਤ੍ਰਿਲੋਕ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਸਮਾਧੀ ਲੱਗ ਜਾਂਦੀ ਹੈ। ਉਹਦੀ ਸਮਾਧੀ ਦੇ ਵਿੱਚ ਜਿਹੜਾ ਹੈਗਾ ਇਹ ਤ੍ਰਿਗੁਣੀ ਮਾਇਆ, ਇਹ ਸੰਸਾਰ, ਇਹ ਆਕਾਰ ਜਿਹੜਾ ਹੈਗਾ ਛੁਪ ਜਾਂਦਾ ਹੈ, ਪਲੋਵੇ ਛੁਪ ਜਾਂਦਾ ਹੈ। ਬੀਜ ਮੰਤਰ ਲੈ ਹਿਰਦੇ ਰਾਖੇ, ਆਹੀ ਬੀਜ ਮੰਤਰ ਹੈਗਾ, ਆਹੀ ਗਿਆਨ ਹੈਗਾ, ਆਹੀ ਆ ਜਿਹੜਾ ਹੈਗਾ ਅੱਜ ਬੇਣੀ ਜੀ ਜੋ ਦੱਸ ਰਹੇ, ਕਹਿੰਦੇ ਇਹਦੇ ਨਾਲ ਆਪਣੇ ਹਿਰਦੇ ਦੇ ਵਿੱਚ ਰਹੇ। ਬੀਜ ਮੰਤਰ ਲੈ ਹਿਰਦੇ ਰਹੇ, ਬਾਹਰ ਆਪਾਂ ਹਿਰਦੇ ਦੇ ਵਿੱਚ ਰਹਿਣਾ, ਹਿਰਦੇ 'ਚ ਟਿਕਣਾ ਹੈ। ਆ ਗਿਆਨ ਜਿਹੜਾ ਹੈਗਾ ਆਪਣੇ ਹਿਰਦੇ 'ਚ ਆ ਗਿਆ, ਜਿਹਦੇ ਪ੍ਰੇਮ ਪੈ ਗਿਆ ਪਰਮਾਤਮਾ ਦੇ ਨਾਲ, ਉਹ ਫਿਰ ਸੰਸਾਰ ਤੋਂ ਵਿਰਕਤ ਹੋ ਜਾਂਦਾ, ਸੰਸਾਰ ਦੇ ਵਿੱਚੇ ਰਹਿੰਦਾ ਹੋਇਆ ਸੰਸਾਰ ਤੋਂ ਅਲੱਗ ਹੋ ਜਾਂਦਾ ਹੈ। ਮਨੁਆ ਉਲਟ ਸੁਨ ਮੈਂ ਗਹਿ, ਆ ਲਓ ਆ ਗਈ ਸੁਨ ਪਾਈ। ਮਨ ਕੀ ਹੈ? ਵਿਚਾਰ। ਮਨੂ ਇਹਨੂੰ ਸੁਰਤ ਨੂੰ ਆਪਣੀ ਨੂੰ ਉਲਟਾ ਲਿਆ ਸੰਸਾਰ ਵੱਲ ਨੂੰ, ਆਕਾਰ ਵੱਲ ਨੂੰ, ਪਦਾਰਥਾਂ ਵੱਲ ਨੂੰ, ਤੇ ਸੁੰਨ ਦੇ ਵਿੱਚ ਚੱਲ ਗਿਆ, ਸੁੰਨ ਦੇ ਵਿੱਚ ਟਿਕ ਗਿਆ ਜਾ ਕੇ। ਕ੍ਰਾਸ ਹੋ ਗਿਆ, ਦੇਖ ਲਓ ਉਹ ਕ੍ਰਾਸ ਹੋ ਗਿਆ ਵਿਚਾਰ ਮੰਡਲ। ਬੀਜ ਮੰਤਰ ਲੈ ਹਿਰਦੇ ਰਹੇ, ਮਨੁਆ ਉਲਟ ਸੁਨ ਮੈਂ ਗਹਿ। ਜਾਗਤ ਰਹੇ ਨਾ ਅਲੀਆ ਪਾਖ ਹੈ। ਬਸ ਕਹਿੰਦੇ ਜਾਗਦਾ ਰਹੇ, ਝੂਠ ਦੇ ਨਾਲ ਨਾ ਜੁੜੇ। ਆਇਆ ਅਲੀਆ, ਅਲੀਆ ਕਹਿੰਦੇ ਝੂਠ। ਝੂਠ ਕੀ ਹੈ? ਪ੍ਰਕਿਰਤੀ, ਸੰਸਾਰ, ਇਹਦੇ ਨਾਲ ਖੁਬੇ ਨਾ ਇਹਦੇ ਵਿੱਚ। ਜਾਗਤ ਰਹੇ ਨਾ ਅਲੀਆ ਪਾਖ ਹੈ, ਪਾਂਚੋ ਇੰਦਰੀ ਬਸ ਕਰ ਰੱਖੈ। ਪੰਜੋ ਆਪਣੀਆਂ ਗਿਆਨ ਇੰਦਰੀਆਂ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਰੱਖੇ, ਬਸ ਕਰਕੇ ਰੱਖੇ, ਕੰਟਰੋਲ 'ਚ। ਇਹਨੇ ਮਨ ਨੇ ਇਹਨਾਂ ਦੇ ਥਰੂ ਜਾਣਾ ਹੈ, ਇਹਨਾਂ ਨੇ ਮਨ ਨੂੰ ਦਿਖਾਉਣਾ ਹੈ ਸਵਾਦ, ਕਿਨੇ ਉਹਨਾਂ ਨੂੰ ਰੋਕ ਕੇ ਰੱਖੇ। ਕੀ ਫਾਇਦਾ ਇਹਦਾ? ਇਹਦਾ ਕੀ ਤੂੰ ਰੱਬ ਦੇ ਰਸਤੇ ਤੋਂ ਫਿਰ ਡਿਲੇ ਹੋਏਗੀ ਤੇਰੀ ਚੀਜ਼। ਪਾਂਚੋਂ ਇੰਦਰੀ ਬਸ ਕਰ ਰੱਖੇ, ਗੁਰ ਕੀ ਸਾਖੀ ਰਾਖੇ ਚੀਤ। ਆਇਆ ਗੁਰੂ ਦੀ ਸਾਖੀ ਜੋ ਆਪਾਂ ਲੈ ਰਹੇ ਹਾਂ ਭਾਈ, ਗੁਰੂ ਦੀ ਮੱਤ, ਕਹਿੰਦੇ ਇਹਨੂੰ ਚਿੱਤ ਦੇ ਵਿੱਚ ਰੱਖਿਆ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਮਨ ਔਰ ਤਨ, ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਤੇ ਮਨ, ਚਿੱਤ ਜਿਹੜਾ ਹੈਗਾ, ਜਿਹੜਾ ਸੁਰਤ ਜਿਹੜੀ ਹੈਗੀ, ਉਹਨੂੰ ਪਰਮਾਤਮਾ ਕ੍ਰਿਸ਼ਨ ਜਿਹੜਾ ਹੈਗਾ ਉਹਦੇ ਪਿਆਰ ਦੇ ਵਿੱਚ ਅਰਪਣ ਕਰਦਾ ਹੈ। ਮਨ ਤਨ ਅਰਪੈ, ਕੋਈ ਵੀ ਛੁਪਾਓ ਨਾ ਰੱਖੇ, ਬਿਲਕੁਲ ਮਾਲਕ ਪਰਮਾਤਮਾ ਦੇ ਰਸਤੇ ਦੇ ਉੱਤੇ ਜਿਹੜਾ ਹੈਗਾ ਮਨ ਵੀ ਲਾ ਦੇ, ਤਨ ਵੀ ਲਾ ਦੇ, ਬਿਲਕੁਲ ਜਿਹੜਾ ਹੈਗਾ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਜਿਹੜਾ ਹੈਗਾ ਇਹ ਇਸ ਰਸਤੇ ਤੇ ਚੱਲੇ। ਕਰ ਪੱਲਵ ਸਾਖਾ ਵਿਚਾਰੈ, ਆਪਣਾ ਜਨਮ ਨਾ ਜੂਏ ਹਾਰੈ। ਕਰ ਪੱਲਵ, ਪੱਲਵ ਕਹਿੰਦੇ ਪੱਤੇ, ਕਰ ਕਹਿੰਦੇ ਹੱਥ, ਸ਼ਾਖਾ ਕਹਿੰਦੇ ਸੰਸਾਰ ਕੀ ਹੈਗਾ ਜਿਹਦੇ ਨਾਲ ਤੂੰ ਜੁੜਿਆ ਹੈ। ਆਕਾਰ, ਸੰਸਾਰ, ਪਦਾਰਥ ਸਭ ਕੀ ਹੈਗੇ? ਭੋਗ ਵਿਲਾਸ, ਚੋਗਾ, ਕਹਿੰਦੇ ਮਾਲਕ ਪਰਮਾਤਮਾ ਦੀਆਂ ਇਹ ਸ਼ਾਖਾਵਾਂ ਹੈਗੀਆਂ, ਪੱਤੇ ਹੈਗੇ ਸਾਰੇ ਦੇ ਸਾਰੇ। ਇਹ ਜੀਵ ਸਾਰੇ ਦੇ ਸਾਰੇ ਮਾਲਕ ਦੇ ਪੱਤੇ ਹੈਗੇ, ਮਾਲਕ ਦੀਆਂ ਸ਼ਾਖਾਵਾਂ ਹੈਗੀਆਂ ਸਾਰੀਆਂ। ਇਸ ਨੂੰ ਸਮਝੇ ਵੀ ਆਪਾਂ ਮੂਲ ਤੱਕ ਜਾਣਾ ਹੈ। ਇਹ ਪੱਤਿਆਂ ਦੇ ਵਿੱਚ ਨਹੀਂ ਉਲਝਣਾ ਆਪਾਂ ਨੇ, ਸ਼ਾਖਾਵਾਂ ਦੇ ਵਿੱਚ ਨਹੀਂ ਉਲਝਣਾ ਆਪਾਂ ਨੇ। ਕਰ ਪੱਲਵ ਸ਼ਾਖਾ ਵਿਚਾਰੇ, ਵਿਚਾਰੇ ਵੀ ਆਤਾ ਸਾਰਾ ਜਿਹੜਾ ਹੈਗਾ ਇਹ ਉਸ ਮਾਲਕ ਪਰਮਾਤਮਾ ਦਾ ਹੀ ਹੈਗਾ ਰੂਪ, ਪਰ ਇਹਦੇ ਪਿੱਛੇ ਮਾਲਕ ਆ, ਇਹ ਆਕਾਰ ਮਾਲਕ ਨੇ ਬਣਾਇਆ, ਇਹ ਮਾਇਆ ਹੈਗੀ। ਕਰ ਪੱਲਵ ਸ਼ਾਖਾ ਵਿਚਾਰੇ, ਆਪਣਾ ਜਨਮ ਨਾ ਜੂਏ ਹਾਰੇ।
ਕਹਿੰਦੇ ਇਹ ਜੂਆ ਹੈਗਾ। ਜੇ ਤੂੰ ਸ਼ਾਖਾ ਦੇ ਵਿੱਚ, ਜੇ ਤੂੰ ਇਹ ਪੱਤਿਆਂ ਦੇ ਵਿੱਚ, ਜੇ ਤੂੰ ਇਹ ਸਵਾਦਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ, ਘਰ ਗ੍ਰਸਤੀ ਦੇ ਵਿੱਚ ਉਲਝ ਗਿਆ ਤੇ ਗਿਆ ਤੇਰਾ ਜਨਮ ਜੂਏ 'ਚ ਹਾਰਤਾ। ਤੂੰ ਇੰਨਾ ਮਨੁੱਖੀ ਜੀਵਨ ਮਿਲਿਆ ਸੀਗਾ, ਪਰਮਾਤਮਾ ਦੇ ਨਾਲ ਮਿਲਣ ਵਾਸਤੇ, ਇੱਕਮਿਕ ਹੋਣ ਵਾਸਤੇ ਮਿਲਿਆ ਸੀਗਾ, ਹਮੇਸ਼ਾ ਦੇ ਵਾਸਤੇ ਸੰਸਾਰ ਸਮੁੰਦਰ ਤੋਂ ਬਾਹਰ ਨਿਕਲਣ ਵਾਸਤੇ ਮਿਲਿਆ ਸੀਗਾ। ਜੇ ਤੂੰ ਜਿਹੜਾ ਹੈਗਾ ਜੂਏ ਦੇ ਵਿੱਚ, ਇਹ ਸਵਾਦਾਂ ਦੇ ਵਿੱਚ ਲੱਗ ਗਿਆ ਤੇ ਤੂੰ ਜਨਮ ਹਾਰ ਜਾਣਾ। ਇੰਨੀ ਕੀਮਤੀ ਜਿਹੜਾ ਹੈਗਾ ਚੀਜ਼ ਤੂੰ ਜਿਹੜਾ ਹੈਗਾ, ਕੱਚ ਨੂੰ ਵਿਆਜਣ ਵਾਸਤੇ ਤੂੰ ਜਿਹੜਾ ਹੈਗਾ ਹੀਰੇ ਨੂੰ ਛੱਡ ਦੇਣਾ ਹੈ। ਅਸੁਰ ਨਦੀ ਕਾ ਬੰਧ ਹੈ ਮੂਲ। ਅਸੁਰ ਕਹਿੰਦੇ ਅੰਦਰ ਜਿਹੜੀ ਹੈਗੀ ਰਾਖਸ਼ਸ ਬ੍ਰਿਤੀ ਜਿਹੜੀ ਹੈ, ਰਾਖਸ਼ਸ ਨਦੀ ਜਿਹੜੀ ਹੈਗੀ ਆਪਣੇ ਅੰਦਰ ਜਿਹੜੀ ਹੈਗੀ ਹੈ ਚੱਲ ਰਹੀ ਹੈ, ਦੁਰਮਤ ਭੈੜੀ ਮੱਤ ਦੀ, ਕਹਿੰਦੇ ਉਹਦਾ ਮੂਲ ਬੰਦ ਹੈ, ਉਹਨੂੰ ਜਿਹੜਾ ਹੈਗਾ ਰੋਕੇ। ਅਸੁਰ ਨਦੀ ਕਾ ਬੰਦ ਹੈ ਮੂਲ, ਪੱਛਮ ਫੇਰ ਚੜਾਵੇ ਸੂਰ। ਪੱਛਮ ਕਹਿੰਦੇ ਆ ਜਿੱਥੇ ਸੂਰਜ ਛੁਪਦਾ ਹੈ, ਪੱਛਮ ਫੇਰ, ਪੱਛਮ ਤੋਂ ਉਲਟਾ ਕੇ, ਫੇਰ ਕੇ, ਅਗਿਆਨਤਾ ਤੋਂ ਫੇਰ ਕੇ ਗਿਆਨ ਵੱਲ ਨੂੰ ਜਾਏ। ਗਿਆਨ ਮਿਲਣਾ ਹੈ ਪ੍ਰੈਕਟੀਕਲੀ, ਆਪਣਾ ਗਿਆਨ ਆਪਾਂ ਕਰਾਂਗੇ ਪ੍ਰੈਕਟੀਕਲ ਤਾਂ ਮਿਲੇਗਾ, ਸੂਰਜ ਤਾਂ ਚੜੇਗਾ। ਪੱਛਮ ਫੇਰ ਚੜਾਵੇ ਸੂਰ, ਅਜਰ ਜਰੈ ਸੋ ਨਿਜਰ ਚਰੈ। ਜਿਹੜਾ ਇਸ ਅਜਰ ਨੂੰ ਜਰ ਲੈਂਦਾ ਆ ਉਹਦੇ ਅੰਦਰ ਅੰਮ੍ਰਿਤ ਆ ਜਾਂਦਾ ਪਾਏ। ਜਿਹੜਾ ਮੇਰੇ ਵਰਗਾ ਜਿਹੜਾ ਹੈਗਾ ਲੱਗ ਜਾਂਦਾ ਹੈ, ਜਿਹੜਾ ਹੈਗਾ ਬਸ ਮਾੜਾ ਜਿਹਾ ਕੁਛ, ਮਾੜਾ ਜਿਹਾ ਹੋਇਆ ਨਹੀਂ, ਲੱਗ ਗਿਆ ਬਈ ਜਿਹੜਾ ਆਪਣਾ ਰੌਲਾ ਪਾਉਣ ਵਾਸਤੇ, ਬਸ ਕਹਿੰਦੇ ਜਾਰੇ ਨੂੰ ਅਜਰ ਚਰੈ ਸੋ ਨਿਜਰ ਚਰੈ। ਉਹਦੇ ਅੰਦਰ ਝਰਨਾ ਜਿਹੜਾ ਹੈਗਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਪੱਤਰ ਹਟੇ ਨਹੀਂ ਤੇ ਝਰਨਾ ਅੰਮ੍ਰਿਤ ਦਾ ਚੱਲ ਪਿਆ। ਕੀ ਕਰਦਾ ਹੈ ਉਹ? ਜਗਨਨਾਥ ਸਿਉ ਗੋਸ਼ਟ ਕਰੈ। ਜਗ ਦਾ ਨਾਥ ਉਹ ਮਾਲਕ ਪਰਮਾਤਮਾ ਉਹਦੇ ਨਾਲ ਗੱਲਬਾਤ ਕਰਦਾ ਹੈ। ਆਹ ਲਿਖਿਆ ਹੋਇਆ ਗੋਸ਼ਟ, ਐਵੇਂ ਥੋੜੀ ਨਾ ਲਿਖਿਆ ਹੋਇਆ ਕਿ ਇਹ ਜਿਹੜਾ ਹੈ ਖਾਲੀ ਲਿਖ ਦਿੱਤੇ ਹੈ ਬਾਈ, ਇਹ ਤਾਂ ਜਿਹੜਾ ਖਾਲੀ ਲਿਖਿਆ ਹੋਇਆ ਐਸੇ। ਇੱਥੇ ਤਾਂ ਬਰਾਬਰ ਮਾਲਕ ਪਰਮਾਤਮਾ ਦੇ ਨਾਲ ਗੱਲਬਾਤ ਹੋਣੀ ਆ। ਜੇ ਆਪਾਂ ਚੁੱਪ ਹੋਵਾਂਗੇ ਤੇ ਗੱਲਬਾਤ ਸ਼ੁਰੂ ਹੋ ਜਾਏਗੀ। ਜਗਨਨਾਥ ਸਿਉ ਗੋਸ਼ਟ ਕਰੇ, ਜੇ ਵਿਚਾਰ ਬੰਦ ਹੋ ਗਏ ਤੇ ਗੱਲਬਾਤ ਸ਼ੁਰੂ ਹੋ ਜਾਏਗੀ। ਚੌਮੁਖ ਦੀਵਾ ਜੋਤ ਦੁਆਰ, ਉਹਦੇ ਅੰਦਰ ਐਸਾ ਦੀਵਾ, ਚੌਮੁਖੀ ਦੀਵਾ ਜਿਹੜਾ ਚਾਰੋਂ ਪਾਸੇ ਪ੍ਰਕਾਸ਼ ਕਰਦਾ ਹੈ, ਐਸਾ ਦੀਵਾ ਹੋ ਜਾਏਗਾ। ਐਸੇ ਦੁਆਰ ਤੇ ਪਹੁੰਚ ਗਿਆ। ਚੌਮੁਖ ਦੀਵਾ ਜੋਤ ਦੁਆਰ, ਪੱਲੂ ਅਨੰਤ ਮੂਲ ਵਿਚਕਾਰ। ਵਾਹ ਬਈ ਵਾਹ, ਉਹ ਮਾਲਕ ਪਰਮਾਤਮਾ ਜਗਨਨਾਥ ਵਿਚਾਲੇ ਆ ਗਿਆ ਔਰ ਉਹਦੀਆਂ ਸਾਰੀਆਂ ਸ਼ਾਖਾਵਾਂ ਹੈਗੀਆਂ, ਉਹਦੇ ਹੀ ਸਾਰੇ ਪੱਲੂ ਹੈਗੇ, ਉਹਦੇ ਅਨੰਤ ਹੈਗੇ ਪਾਏ। ਉਹ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ। ਪੱਲੂ ਅਨੰਤ ਮੂਲ ਵਿਚਕਾਰ, ਸਰਬ ਕਲਾ ਲੈ ਆਪੇ ਰਹਿ। ਸਰਬ ਕਲਾ, ਉਹ ਮਾਲਕ ਪਰਮਾਤਮਾ ਸਰਬ ਕਲਾ ਸੰਪੂਰਨ ਹੈਗਾ। ਆਪ ਮਾਲਕ ਪਰਮਾਤਮਾ ਪ੍ਰਗਟ ਹੋ ਗਿਆ ਅਭਿਆਸੀ ਦੇ ਅੰਦਰ। ਮਨ ਮਾਣਕ ਰਤਨਾ ਮੈਂ ਗੁਹੈ। ਕਿਹਦੇ ਅੰਦਰ? ਜਿਹਨੇ ਆਪਣੇ ਮਨ ਨੂੰ, ਰਤਨ ਕੀ ਹੈ? ਰਤਨ ਹੈਗੇ ਆਪਣੇ ਜਿਹੜੇ ਹੈਗੇ ਗੁਣ। ਮਨ ਮਾਣਕ ਰਤਨਾ ਮੈਂ ਗੁਹੈ। ਗੁਹੈ ਦਾ ਮਤਲਬ ਹੈ ਜਿਵੇਂ ਆਟਾ ਗੁੰਨ ਦਿੰਦੇ ਆ, ਇਸ ਤਰ੍ਹਾਂ ਜਿਹੜਾ ਹੈਗਾ ਅਭਿਆਸੀ ਨੇ ਗੁਣ ਗ੍ਰਹਿਣ ਕਰ ਲਏ। ਉਹਨੇ ਆਪਣਾ ਜੀਵਨ ਹੀ ਜਿਹੜਾ ਹੈਗਾ, ਆਚਾਰ ਜਿਹੜੇ ਹੈਗੇ, ਨਾਮ ਬਿਨਾ ਕੈਸੇ ਆਚਾਰ, ਉਹ ਆਚਾਰ ਜਿਹੜਾ ਹੈਗਾ ਉਹ ਰਤਨ ਹੀ ਰਤਨ ਆ ਉਹਦੇ ਆਚਾਰ ਦੇ ਵਿੱਚ। ਮਸਤਕ ਪਦਮ ਦੁਆਲੇ ਮਣੀ, ਉਹਦੇ ਮੱਥੇ ਤੇ ਤਾਂ ਪਦਮ ਆ ਗਿਆ। ਪਦਮ ਕਹਿੰਦੇ ਕਮਲ। ਉਹ ਐਸਾ ਕਮਲ ਆਇਆ ਕਿ ਉਹਦੇ ਚਾਰੋਂ ਪਾਸੇ ਮਣੀਆਂ ਹੈਗੀਆਂ, ਚਾਰੋਂ ਪਾਸੇ ਮਣੀਆਂ, ਐਸਾ ਪ੍ਰਕਾਸ਼ ਹੋ ਗਿਆ ਉਹਦੇ ਅੰਦਰ। ਮਸਤਕ ਮਣ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤਿਰਭਵਨ ਧਨੀ। ਉੱਥੇ ਕੌਣ ਆ ਪਾਏ? ਨਿਰੰਜਨ, ਤਿੰਨਾ ਧਰਤ ਪਤਾਲ ਆਕਾਸ਼ ਦਾ ਧਣੀ। ਉਹ ਮਾਲਕ ਪਰਮਾਤਮਾ ਉਸ ਮਣੀ ਦੇ, ਉਸ ਪਦਮ ਦੇ ਵਿੱਚ ਮਾਲਕ ਪਰਮਾਤਮਾ ਹੈਗਾ। ਮਾਹੇ ਨਿਰੰਜਨ ਤਿਰਭਵਨ ਧਨੀ, ਪੰਜ ਸ਼ਬਦ ਨਿਰਮਾਇਲ ਬਾਜੇ। ਉੱਥੇ ਜਿਹੜਾ ਹੈਗਾ ਐਸਾ ਨਾਦ, ਐਸਾ ਵੱਜਣਾ ਸ਼ੁਰੂ ਹੋ ਜਾਂਦਾ ਹੈ ਨਾਦ। ਨਿਰਮਾਇਲ ਕਹਿੰਦੇ ਆ ਬਿਲਕੁਲ ਪਵਿੱਤਰ। ਪੰਜ ਸ਼ਬਦ ਨਿਰਮਾਇਲ ਬਾਜੇ, ਟੁਲਕੇ ਚਵਰ ਸੰਖ ਕਨ ਗਾਜੇ। ਉਸ ਅਭਿਆਸੀ ਦੇ ਅੰਦਰ ਜਿਹੜਾ ਇਸ ਜਗ੍ਹਾ ਤੇ ਪਹੁੰਚ ਗਿਆ, ਉਹਦੇ ਉੱਤੇ ਚਵਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸੰਖ ਕੰਨ, ਸੰਖ ਦੀ ਆਵਾਜ਼ ਉਹਦੇ ਅੰਦਰ, ਉਹ ਨਾਦੀ ਸ਼ੰਖ ਵੱਜ ਪੈਂਦਾ ਹੈ, ਗੱਜਣ ਲੱਗ ਪੈਂਦਾ ਹੈ ਜਿਵੇਂ ਬੱਦਲ ਗੱਜਦਾ ਹੈ। ਦਲ ਮਲ ਦੈ ਤੋ ਦੁਰਮਤ ਗੁਰਮੁਖ ਗਿਆਨ। ਔਰ ਜਿਹੜੀ ਦਲ ਤੇ ਮਲ ਕੌਣ? ਦੈਤ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰੀ ਦੁਰਮਤ ਸਾਰੀ ਖਤਮ ਹੋ ਗਈ, ਦਲੀ ਗਈ, ਮਲੀ ਗਈ, ਗੇਮ ਜਿੱਤਿਆ ਗਿਆ। ਅਪੋਜ਼ਿਟ ਟੀਮ ਜਿਹੜੀ ਹੈ ਟੋਟਲੀ ਸਰੈਂਡਰ ਕਰ ਗਈ। ਦਲਮਲ ਦੈਤੋ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ। ਬਸ
ਆਖਿਰ ਦੇ ਵਿੱਚ ਬੇਣੀ ਜੀ ਕਹਿੰਦੇ ਆ, ਮੈਂ ਵੀ ਮਾਲਕਾ, ਮੈਂ ਵੀ ਗਾਹਕ, ਇਸੇ ਚੀਜ਼ ਦਾ ਗਾਹਕ ਹੈਗਾ। ਬੇਣੀ ਜੀ ਤਾਂ ਪਹੁੰਚੇ ਹੋਏ ਆ, ਉਹ ਤਾਂ ਗਿਆਨ ਦੇ ਰਹੇ ਸਾਨੂੰ। ਕਿਉਂ ਲਿਖ ਰਹੇ ਬੇਣੀ ਜਾਚੇ ਤੇਰਾ ਨਾਮ, ਸਾਡੇ ਵਾਸਤੇ ਜਾਚਨਾ ਕਰ ਰਹੇ। ਭਾਈ ਜਿਹੜਾ ਵੀ ਇਸ ਗਿਆਨ ਨੂੰ ਚ ਪੜ੍ਹ ਰਿਹਾ ਹੈ, ਜਿਹੜਾ ਵੀ ਚਾਹੁੰਦਾ ਹੈ, ਉਹਦੇ ਜਾਚਨਾ ਇਸ ਤਰ੍ਹਾਂ ਜਾਚਨਾ ਕਰ ਲਓ ਪਿਆਰਿਓ ਮਾਲਕ ਪਰਮਾਤਮਾ ਤੋਂ। ਅਤੇ ਆਹ ਜੀਵਨ ਦਾ ਜਿਹੜਾ ਹੈਗਾ ਨਿਚੋੜ ਹੈਗਾ, ਔਰ ਇਹਨੂੰ ਲਓ, ਔਰ ਜਿਹੜੀ ਹੈਗੀ ਸੁਖੈਨ ਯਾਤਰਾ ਕਰਕੇ ਆਪਣਾ ਜੀਵਨ ਜਿਹੜਾ ਹੈਗਾ ਖੁਸ਼ਹਾਲ ਕਰ ਲਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿਜਾ ਸਾਹਿਬ। ਹਾਂਜੀ ਕਥਾ ਬਹੁਤ ਵਧੀਆ ਹੋ ਗਈ ਆ। ਤੇ ਬਸ ਸਾਧ ਸੰਗਤ ਜੀ ਇਹੋ ਹੀ ਆ ਕਿ ਜਦੋਂ ਤੁਸੀਂ ਚੱਲਦੇ ਗਏ ਤੇ ਮਾਰਗ ਆਪਣੇ ਆਪ ਹੀ ਬਣਦਾ ਜਾਣਾ। ਜਿੱਦਾਂ ਕਿਸ਼ਤੀ ਤੇ ਬੰਦਾ ਬੈਠਾ ਚੱਪੂ ਮਾਰੀ ਜਾਂਦਾ ਨਾ, ਤੇ ਉਹ ਆਪਣੇ ਆਪ ਹੀ ਪਾਣੀ ਅੱਗੇ ਤੁਰਿਆ ਜਾਂਦਾ, ਪਾਣੀ ਦੇ ਵਿੱਚੋਂ ਕਿਸ਼ਤੀ ਗਾਂਹ ਤੁਰ ਜਾਂਦੀ, ਮਗਲਾ ਪਿੱਛੇ ਛੁੱਟ ਜਾਂਦਾ। ਉਸੇ ਤਰ੍ਹਾਂ ਹੀ ਭਗਤੀ ਹੈ। ਇਹ ਮਾਰਗ ਤੁਸੀਂ ਚੱਲਦੇ ਗਏ। ਇਹ ਬਾਣੀ ਜਿਹੜੀ ਹੈਗੀ ਹੈ ਇਹ ਆਪਾਂ ਨੂੰ ਇਹ ਮੋਟੀਵੇਟ ਕਰਦੀ ਹੈ, ਸਾਨੂੰ ਸਮਝਾਉਂਦੀ ਹੈ ਸਾਡੇ ਜੀਵਨ ਦਾ ਮਕਸਦ ਕੀ ਹੈ, ਅਸੀਂ ਕੀ ਕਰਦੇ ਫਿਰਦੇ ਹਾਂ, ਧਰਤੀ ਤੇ ਕਿਉਂ ਆਏ ਹਾਂ, ਇਹ ਸੰਸਾਰ ਤੋਂ ਜਾਣ ਤੋਂ ਬਾਅਦ ਸਾਡੇ ਨਾਲ ਕੀ ਹੋਣਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਸਮਝਾਉਂਦੀ ਹੈ। ਜਦੋਂ ਅਸੀਂ ਇਹ ਗੱਲਾਂ ਨੂੰ ਵਿਚਾਰ ਕਰਦੇ ਹਾਂ ਤੇ ਸਾਡਾ ਮਨ ਆ ਉਹ ਸੋਝੀ ਆ ਜਾਂਦੀ ਉਹਨੂੰ ਵਿਚਾਰੇ ਨੂੰ, ਤੇ ਫਿਰ ਉਹ ਕੱਪੜੇ ਉਤਾਰ ਦਿੰਦਾ ਹੈ, ਮਾੜੇ ਕੱਪੜੇ ਉਤਾਰ ਕੇ ਚੰਗੇ ਕੱਪੜੇ ਪਾ ਲੈਂਦਾ। ਪਹਿਲਾਂ ਚੋਰਾਂ ਦੇ ਕੱਪੜੇ ਪਾਈ ਫਿਰਦਾ ਸੀ, ਇਹ ਕੀ ਕਰਦਾ ਹੈ ਕਿ ਸਾਧੂ ਹੋ ਜਾਂਦਾ ਹੈ। ਇਹਨੂੰ ਗਿਆਨ ਹੋ ਜਾਂਦਾ ਹੈ ਕਿ ਨਹੀਂ, ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਪਹਿਲਾਂ ਵੀ ਕੁਝ ਪ੍ਰਾਪਤ ਨਹੀਂ ਹੋਇਆ ਤੇ ਅੱਗੇ ਚੱਲ ਕੇ ਵੀ ਕੁਝ ਪ੍ਰਾਪਤ ਨਹੀਂ ਹੋਣਾ। ਇਹ ਤੇ ਕੇਵਲ ਇੱਕ ਛਲਾਵਾ ਹੈ, ਮੋਹ ਹੈ। ਮੋਹ ਦੇ ਵਿੱਚ ਬੰਦਾ ਜਦੋਂ ਫਸਿਆ ਹੁੰਦਾ ਹੈ ਨਾ, ਤੇ ਫਿਰ ਉਹ ਮਾੜੇ ਕੰਮ ਵੀ ਕਰਦਾ। ਫਿਰ ਉਹ ਕਹਿੰਦੇ ਜਾਨਤ ਵੀ ਓਪਨ ਕਰੇ। ਤੇ ਬਸ ਇਹ ਜਦੋਂ ਤੈਨੂੰ ਗਿਆਨ ਹੋ ਗਿਆ, ਫਿਰ ਤੁਸੀਂ ਆਪਣੇ ਆਪ ਹੀ ਗਿਆਨ ਦਾ ਪੱਲਾ ਛੱਡ ਦੇਣਾ। ਤੁਹਾਨੂੰ ਪਤਾ ਲੱਗ ਜਾਣਾ ਜੀਵਨ ਤੇ ਚੱਲਣਾ ਹੀ ਚੱਲਣਾ ਹੈ, ਤੇ ਇਹਨੂੰ ਕੋਈ ਰੋਕ ਨਹੀਂ ਸਕਦਾ। ਤੇ ਬਸ ਇਹ ਇੰਨਾ ਗਿਆਨ ਹੈ, ਹੋਰ ਤੇ ਗਿਆਨ ਕੁਛ ਨਹੀਂ। ਬਸ ਆਪਣਾ ਸਹੀ ਡਾਇਰੈਕਸ਼ਨ 'ਚ ਜੀਵਨ ਚੱਲ ਪੈਂਦਾ, ਸਹੀ ਡਾਇਰੈਕਸ਼ਨ ਫੜ ਲੈਂਦੇ ਆ, ਬਸ ਉਹੀ ਚਾਹੀਦੀ ਆ। ਹਾਂ, ਸਹੀ ਦਿਸ਼ਾ ਦੇ ਵਿੱਚ ਜੇ ਤੁਸੀਂ ਫੜਿਆ ਤੇ ਫਿਰ ਪ੍ਰਕਿਰਤੀ ਤੁਹਾਡੇ ਅਧੀਨ ਆ ਜਾਊਗੀ। ਪਹਿਲਾਂ ਪ੍ਰਕਿਰਤੀ ਦੇ ਨਾਲ ਚੱਲਣਾ, ਫਿਰ ਪ੍ਰਕਿਰਤੀ ਤੇ ਕੰਟਰੋਲ ਕਰ ਲੈਣਾ। ਫਿਰ ਤੁਹਾਨੂੰ ਤੁਹਾਡੇ ਤੋਂ ਮਾੜਾ ਕਰਮ ਕਰਾਉਣਾ ਕਾਫੀ ਔਖਾ ਹੋ ਜਾਊ। ਪ੍ਰਕਿਰਤੀ ਚਾਹ ਕੇ ਵੀ ਨਹੀਂ ਕਰਾ ਸਕਦੀ, ਕਿ ਪ੍ਰਕਿਰਤੀ ਦੇ ਨਾਲ ਨਹੀਂ, ਤੁਸੀਂ ਪ੍ਰਕਿਰਤੀ ਤੇ ਕੰਟਰੋਲ ਕਰ ਲਿਆ। ਇਹ ਤੁਹਾਡੇ ਜੀਵਨ ਦਾ ਆਖਰੀ ਮਕਸਦ ਹੈ। ਅੱਜ ਦੇ ਵਿਚਾਰ ਨਹੀਂ ਜੱਸਾ ਵੀ ਇੱਥੇ ਸਮਾਪਤ ਕਰ ਦਈਏ। ਹਾਂਜੀ ਗੁਰੂ ਸਾਹਿਬ, ਇੱਕ ਬੇਨਤੀ ਹੈਗੀ ਜੀ। ਇੱਕ ਨਾ ਆਪਣੇ ਨਵੇਂ ਅਭਿਆਸੀ ਆਏ ਆ ਆਪਣੇ ਗਰੁੱਪ ਦੇ ਵਿੱਚ ਵੀਰ ਜੀ। ਉਹਨਾਂ ਨੂੰ ਕੈਂਸਰ ਦੀ ਲਾਸਟ ਸਟੇਜ ਆ, ਅਤੇ ਡਾਕਟਰ ਨੇ ਕਿਹਾ ਹੈ ਕਿ ਬਈ ਪਤਾ ਨਹੀਂ ਜਿਹੜਾ ਹੈਗਾ ਹੁਣ ਕੋਈ ਮਤਲਬ ਪਤਾ ਨਹੀਂ ਹੈ ਇਹਨਾਂ ਦਾ ਕੋਈ ਵੀ ਕਦੋਂ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਇਹ ਸਰੀਰ ਛੱਡਣਾ ਪਊਗਾ। ਪਰ ਫਿਰ ਵੀ ਜਿਹੜਾ ਹੈਗਾ ਜੇ ਆ ਗਏ ਆ ਨਾ, ਮਾਲਕ ਪਰਮਾਤਮਾ ਇਸ ਪਾਸੇ ਸ਼ਿਫਟ ਹੋ ਜਾਣ। ਬਾ ਇਹ ਅਰਦਾਸ ਕਰਨੀ ਹੈ ਕਿ ਮਾਲਕਾ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹ ਯੂ ਟਰਨ ਦਵਾ ਦੇ, ਆਪਣੇ ਵੱਲ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਵਾ ਦੇ। ਬਾਕੀ ਸਰੀਰ ਦਾ ਇਹਦਾ ਕੱਪੜੇ ਦਾ ਕੋਈ ਨਹੀਂ, ਇਹ ਤਾਂ ਗਾਹਾਂ ਫਿਰ ਦੁਬਾਰਾ ਮਿਲ ਜਾਏਗਾ। ਬਸ ਇਹ ਆ ਵੀ ਇੰਨੀ ਕੁ ਅਰਦਾਸ ਆ ਵੀ ਸਾਡੇ ਵੱਲ ਨੂੰ ਜਿਹੜਾ ਹੈਗਾ ਬਈ ਉਹਨਾਂ ਨੂੰ ਬਈ ਧਿਆਨ ਸਿਮਰਨ ਵੱਲ ਲਗਾ ਦੇ। ਬਸ ਇੰਨੀ ਹੀ ਬੇਨਤੀ ਕਰਨੀ। ਠੀਕ ਹੈ, ਕੋਈ ਗੱਲ ਨਹੀਂ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਮਾਲਿਕ ਗਰੀਬ ਨੂੰ ਆਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਮਾਫ਼ ਕਰੋਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਮਿਹਰ ਕਰੋ ਮੇਰੇ ਮਾਲਿਕ, ਮਿਹਰ ਕਰੋ। ਇੰਨੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰ। ਇਹ ਮੇਰੇ ਮਾਲਿਕ ਅਰਦਾਸ ਆਈ ਹੈ ਇੱਕ, ਤੇ ਇਹ ਭਾਜੀ ਦੀ ਅਰਦਾਸ ਹੈ। ਉਹ ਆਏ ਨੇ ਸੰਗਤ ਦੇ ਵਿੱਚ, ਆਏ ਨੇ ਮੇਰੇ ਪਿਤਾ ਅਰਦਾਸ ਕਰਾਉਂਦੇ ਨੇ ਸੰਗਤ ਦੇ ਵਿੱਚ। ਇਹਨਾਂ ਨੂੰ ਦਿਨ ਰੋਗਤਾ ਬਖਸ਼ੋ, ਤੰਦਰੁਸਤੀ ਬਖਸ਼ੋ ਮੇਰੇ ਮਾਲਿਕ, ਔਰ ਨਾਮਦਾਨ ਬਖਸ਼ੋ ਆਪਣਾ ਮੇਰੇ ਪਿਤਾ। ਜਿੰਨਾ ਵੀ ਜੀਵਨ ਹੈ ਆਪ ਜਾਣੀ ਜਾਣ ਹੋ, ਉਹਨਾਂ ਨੂੰ ਵੱਧ ਤੋਂ ਵੱਧ ਗਤੀ ਪ੍ਰਾਪਤ ਹੋਵੇ, ਤਾਂ ਜੋ ਉਹ ਜੀਵਨ ਦੇ ਵਿੱਚ ਜੋ ਪ੍ਰਾਪਤ ਕਰਨ ਵਾਸਤੇ ਆਏ ਸੀ ਉਹ ਵਸਤੂ ਇਹਨਾਂ ਨੂੰ ਪ੍ਰਾਪਤ ਹੋਵੇ। ਮੇਰੇ ਮਾਲਿਕ ਤੇਰੇ ਘਰ ਦੇ ਰਿਆਂ ਦੇਰ ਨੇ, ਤੁਸੀਂ ਜਾਣੀ ਜਾਣ ਮੇਰੇ ਮਾਲਿਕ। ਅਸੀਂ ਅਰਦਾਸ ਕਰਦੇ ਹਾਂ, ਬਿਰਤੀ ਨਾ ਜਾਏ ਜਨ ਕੀ ਅਰਦਾਸ ਮੇਰੇ ਮਾਲਿਕ। ਤੇਰੇ ਚਰਨਾਂ 'ਚ ਕੀਤੀ ਅਰਦਾਸ ਤੇ ਬਿਰਤੀ ਨਹੀਂ ਜਾਂਦੀ। ਇੱਕ ਮੇਰੇ ਪਿਤਾ ਇੱਕ ਹੋਰ ਅਰਦਾਸ ਆਈ, ਇੱਕ ਮਾਤਾ ਵਾ, ਉਹ ਕਹਿੰਦੇ ਮੇਰੇ ਸਰੀਰ ਤੇ ਸੈੱਲ ਕੱਟੇ ਨੇ, ਆਪ ਮੇਰੇ ਕੋਲ ਉਹਨਾਂ ਨੂੰ ਤੰਦਰੁਸਤੀ ਬਖਸ਼ੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਹੁਣ ਸੰਗਤ ਜੀ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ